ਸਾਡੇ ਵਿੱਚ ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਚਿੰਦਰਪਾਲ ਸਿੰਘ ਜੀ ਬਠਿੰਡਾ ਤੋਂ ਉਹ ਵੀ ਹਾਜ਼ਰ ਨੇ। ਮੱਖਣ ਸਿੰਘ ਨਾਭੇ ਤੋਂ ਅਕਾਲੀ ਯੂਥ ਵੱਲੋਂ ਉਹ ਵੀ ਹਾਜ਼ਰ ਨੇ। ਐਕਸ ਪ੍ਰੈਜ਼ੀਡੈਂਟ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਚੰਡੀਗੜ੍ਹ ਦੇ ਰਵਿੰਦਰ ਸਿੰਘ ਜੀ ਬਸੀ ਉਹ ਵੀ ਸਾਡੇ ਵਿੱਚ ਮੌਜੂਦ ਨੇ। ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਇਸ ਤੋਂ ਬਾਬਾ ਭਗਵੰਤ ਸਿੰਘ जी ਢੀਂਡਸੇ वाले उन्होंने बेनती करांगा कि वो तैयार रहन संगत दे दर्शन करने वास्ते। चांदपुरा जी भी बेनती है कि अपने जोशीले जिहड़े भाषण ने उहदे नाल संगतां नूं निहाल करन, पर टाइम का जरूर ध्यान रखन कि बुलारे ज़्यादा ने, टाइम उन्ना के लैन जिन्ना को लैंदे हुंदे ने हमेशा। वाहिगुरू जी का खालसा, वाहिगुरू जी की फतेह। परम सत्कारयोग धन श्री गुरु ग्रंथ साहब महाराज जी की हाजर हजूरी विच चंडीगढ़ प्रदेश की धरती के उत्ते जागदी जमीर वाले गुरु प्यारे खालसा जी अपने गुरु दियां होइयां बेअदबियां दा हक लैण वास्ते अते साडे भरा साडे रोल मॉडल जिन्हां ने इस कौम दी पग नूं बरकरार रखिया, उन्हां दी रिहाई वास्ते जथेबंदक तौर ते शांतमई लड़ाई लड़ रहे कौमी इंसाफ मोर्चे विच पहुंचे गुरु प्यारे खालसा जी फतेह अर्ज करदा। गज के आखो वाहिगुरू जी का, वाहिगुरू जी की फतेह। मैं अपने आप नूं बहुत वडभागा समझदा हाँ कि मैं उन्हां दी संगत करदा ਜਿਹੜੇ हमेशा ही कौम की चिंता करते ने। मैं उन्हां विच बैठदा ਜਿਹੜੇ हमेशा ही कौमी संघर्ष नूं पहल दिंदे ने। मैं उन्हां विच विचरदा जिन्हां दा जीना कोई अकीदा नहीं, ਜਿਹੜੇ मौत नूं मंजिल मनदे ने। इत्थे आए होए सरबरूप खालसा जी, बीबियां, बच्चे, बजुर्ग, नौजवान, तुहाडा इत्थे आउणा ही एक इंसाफ दा बहुत वड्डा पक्ष है। वख-वख बुलारियां वल्लों अपने अपने तरीके नाल साडी कौम दी त्रासदी, सरकारां दी नीयत ਅਤੇ प्रशासन का दोगलापन आप जी दे सामने रखिया गया है। खालसा जी इत्थे गल हुई है गुरु तेग बहादुर साहब महाराज जी दे स्थान ते देश दे प्रधानमंत्री दे मत्था टेकण दी। ध्यान दिओ, मैं एक गल कहनी चाहुंदा, किसी गैर सिख नूं पग बन्नना एडी अहमियत नहीं रखता जो कि बन्नियां होइयां पग्गां नूं ना डिगण देना अहमियत रखता है। दूसरे धर्म दे लोकां दा साडे धर्म दा लिबास पाउणा चंगी गल है, पर उस दा मतलब ये नहीं कि एक पासे कौम की नस्लकुशी की जाए ते दूसरे पासे पहरावे का पखंड करके गुरमख प्यारिओ सानू लुभाया जाए। भावें वो मोदी होवे ते भावें राहुल गांधी होवे ते भावें ऐरा गैरा नत्थू खैरा होवे, इस गल का कोई मतलब नहीं। ये जुझारूआं दी कौम है,
ਅੱਜ ਅਸੀਂ ਆਪਣਾ ਫਰਜ਼ ਸਮਝਦੇ ਹੋਏ ਕੌਮ ਦੇ ਮਹਾਨ ਜਰਨੈਲ ਸਿੰਘ ਸਾਹਿਬ ਜਥੇਦਾਰ ਬਲਜੀਤ ਸਿੰਘ ਜੀ ਦਾਦੂਵਾਲ ਸਾਹਿਬ, ਉਹਨਾਂ ਦੇ ਸਹਿਯੋਗੀ ਹਰਿਆਣਾ ਦੇ ਸਾਬਕਾ ਤੇ ਮੌਜੂਦਾ ਮੈਂਬਰ ਸਾਹਿਬਾਨ ਅਤੇ ਸਾਰੇ ਇਲਾਕੇ ਦੇ ਸੰਤ ਮਹਾਂਪੁਰਖਾਂ ਦੇ ਨਾਲ ਆਪ ਜੀ ਨੂੰ ਇਹ ਭਰੋਸਾ ਦਿਵਾਉਣ ਆਏ ਆ ਬਾਪੂ ਗੁਰਚਰਨ ਸਿੰਘ ਜੀ ਅਤੇ ਉਹਨਾਂ ਦੇ ਸਾਰੇ ਸਾਥੀਆਂ ਨੂੰ, ਕਿਉਂਕਿ ਇਹ ਨਾ ਤੇ ਬਾਪੂ ਗੁਰਚਰਨ ਸਿੰਘ ਜੀ ਦਾ ਕੰਮ ਹੈ, ਨਾ ਸਾਰੇ ਜਿਨ੍ਹਾਂ ਪ੍ਰਬੰਧਕ ਵੀਰਾਂ ਨੇ ਕੀਤਾ ਹੈ ਉਹਨਾਂ ਦਾ ਕੋਈ ਆਪਣਾ ਨਿੱਜੀ ਕੰਮ ਹੈ। ਇਹ ਸਾਰੀ ਕੌਮ ਦਾ ਮਸਲਾ ਹੈ ਔਰ ਇੱਥੋਂ ਤੱਕ ਕਿ ਹੁਣ ਸਾਡੀ ਇੱਜ਼ਤ ਦਾ ਵੀ ਮਸਲਾ ਬਣ ਗਿਆ ਹੈ। ਸਾਨੂੰ ਵੱਖ-ਵੱਖ ਮੋਰਚਿਆਂ ਦੇ ਵਿੱਚੋਂ ਵੱਖ-ਵੱਖ ਤਰੀਕਿਆਂ ਨਾਲ ਤਾਰ ਪੀੜੋ ਕੀਤਾ ਗਿਆ। ਖਾਲਸਾ ਜੀ, ਇਹ ਮਰਨ ਮਰਾਉਣ ਵਾਲਾ ਮੋਰਚਾ ਹੈ। ਮੈਂ ਸਮਝਦਾ ਵਾਂ ਕਿ ਸਾਡੀ ਕੌਮ ਦੇ ਇਹ ਦੋ ਮਸਲੇ ਸਭ ਤੋਂ ਵੱਡੇ ਨੇ। ਮਸਲਾ ਤੇ ਸਾਡੇ ਰਾਜ ਦਾ ਵੀ ਬਹੁਤ ਵੱਡਾ ਹੈ, ਪਰ ਜੇ ਅਸੀਂ ਆਪਣੇ ਬੰਦੀ ਸਿੰਘਾਂ ਨੂੰ ਰਿਹਾ ਕਰਾ ਲੈਂਦੇ ਆ ਅਤੇ ਆਪਣੇ ਇਸ਼ਟ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ, ਗੁਰਮੁਖ ਪਿਆਰਿਓ, ਅਤੇ ਉਹਨਾਂ ਨੂੰ ਮੰਨਣ ਵਾਲਿਆਂ ਨੂੰ, ਉਹਨਾਂ ਨੂੰ ਪੜ੍ਹਨ ਵਾਲਿਆਂ ਨੂੰ, ਉਹਨਾਂ ਦੀ ਵਿਚਾਰਧਾਰਾ ਤੇ ਚੱਲਣ ਵਾਲਿਆਂ ਨੂੰ ਬੇਅਦਬੀਆਂ ਦਾ ਇਨਸਾਫ ਦਿਵਾਉਂਦੇ ਆ, ਤੇ ਮੈਂ ਸਮਝਣਾ ਵਾਂ ਉਹ ਰੋਜ਼ ਇੱਕ ਸੁਨਹਿਰੀ ਰੋਜ਼ ਹੋਏਗੀ। ਖਾਲਸਾ ਰਾਜ ਵੱਲ ਅਸੀਂ ਵਧ ਰਹੇ ਹਾਂ, ਪਰ ਇੱਕ ਬਹੁਤ ਵੱਡਾ ਕਦਮ ਹੋਏਗਾ। ਖਾਲਸਾ ਰਾਜ ਦੀ ਪ੍ਰਾਪਤੀ ਇਸ ਤਰ੍ਹਾਂ ਨਹੀਂ ਹੁੰਦੀ ਵੀ ਆਪਣਾ ਆਪਣਾ ਵਾਜਾ ਕੱਲੇ ਕੱਲੇ ਹੋ ਕੇ ਵਜਾਈ ਜਾਓ। ਗੁਰਮੁਖ ਪਿਆਰਿਓ, ਜਿਵੇਂ ਇਸ ਸਟੇਜ ਤੋਂ ਭਾਈ ਗੁਰਦੀਪ ਸਿੰਘ ਜੀ ਮਿੰਟੂ ਨੇ ਜਥੇਦਾਰ ਸਾਹਿਬ ਜੀ ਦਾ ਸੰਦੇਸ਼ ਆਪਾਂ ਨੂੰ ਸੁਣਾਇਆ, ਸਾਡੇ ਵਾਸਤੇ ਉਹ ਇਲਾਹੀ ਸੰਦੇਸ਼ ਹੋਣਾ ਚਾਹੀਦਾ ਹੈ। ਸਾਨੂੰ ਆਪਣੇ ਪਿੰਡਾਂ ਵਿੱਚ, ਆਪਣੇ ਘਰਾਂ ਵਿੱਚ, ਆਪਣੇ ਜਥੇਬੰਦਕ ਢਾਂਚੇ ਵਿੱਚ ਉਹਨੂੰ ਅੱਜ ਤੋਂ ਹੀ ਲਾਗੂ ਕਰ ਦੇਣਾ ਚਾਹੀਦਾ ਹੈ। ਖਾਲਸਾ ਜੀ, ਬਹੁਤ ਵੱਡੀ ਗੱਲ ਆ ਕਿ ਸਾਨੂੰ ਵਰਤਿਆ ਜਾ ਰਿਹਾ ਹੈ, ਪਰ ਪ੍ਰੋਬਲਮ ਇੱਥੇ ਹੈ ਕਿ ਅਸੀਂ ਵਰਤੇ ਜਾਣ ਵਾਸਤੇ ਤਿਆਰ ਬੈਠੇ ਹਾਂ। ਸਾਨੂੰ ਕੋਈ ਧੱਕੇ ਨਾਲ ਨਹੀਂ ਵਰਤ ਰਿਹਾ। ਸਾਨੂੰ ਵੱਖ-ਵੱਖ ਟੋਲਿਆਂ ਵਿੱਚ ਵੰਡ ਕੇ, ਵੱਖ-ਵੱਖ ਪਾਰਟੀਆਂ ਵਿੱਚ ਵੰਡ ਕੇ ਗੁਰਮੁਖ ਪਿਆਰਿਓ ਵਰਤਿਆ ਜਾ ਰਿਹਾ। ਮੈਂ ਜ਼ਿਆਦਾ ਸਮਾਂ ਨਹੀਂ ਲਵਾਂਗਾ। ਸਟੇਜ ਸਕੱਤਰ ਸਾਹਿਬ ਦੀ ਮਜਬੂਰੀ ਹੁੰਦੀ ਹੈ, ਉਹਨਾਂ ਨੇ ਸਾਰਿਆਂ ਨੂੰ ਸਮਾਂ ਦੇਣਾ ਹੁੰਦਾ ਹੈ, ਪਰ ਇੱਕ ਆਵਾਜ਼ ਜਿਹੜੀ 2015 ਤੋਂ ਮਾਰਦਾ ਆਇਆ, ਉਹ ਆਪ ਜੀ ਨੂੰ ਵੀ ਅੱਜ ਮਾਰ ਕੇ ਜਾਵਾਂਗਾ। ਆਪ ਜੀ ਨੇ ਸਾਥ ਦੇਣਾ, ਬੋਲਣਾ। ਜਿਹੜਾ ਬੋਲੇਗਾ ਉਹੀ ਗੰਢ ਖੋਲੇਗਾ। ਜਿਹਦੀ ਇੱਥੇ ਜ਼ਬਾਨ ਨਾ ਖੁੱਲੀ ਉਹਦਾ ਸ਼ਾਸਤਰ ਨਹੀਂ ਖੁੱਲਣਾ। ਜਿਹਦੀ ਇੱਥੇ ਜ਼ਬਾਨ ਨਾ ਖੁੱਲੀ ਉਹ ਤੋਂ ਇਨਕਲਾਬ ਨਹੀਂ ਆਇਆ ਜਾਣਾ। ਜਿਹਦੀ ਇੱਥੇ ਜ਼ਬਾਨ ਨਾ ਖੁੱਲੀ ਉਹ ਬੋਲੇ ਸੋ ਨਿਹਾਲ ਨਹੀਂ ਕਹਿ ਸਕਦਾ। ਆਓ ਦੋ ਸਤਰਾਂ ਆਪ ਜੀ ਦੇ ਨਾਲ ਸਾਂਝੀਆਂ ਕਰਕੇ ਆਉਣ ਵਾਲੇ ਬੁਲਾਰਿਆਂ ਦੇ ਸਤਿਕਾਰ ਵਿੱਚ, ਇਸ ਮੋਰਚੇ ਦੇ ਸਤਿਕਾਰ ਵਿੱਚ, ਸਟੇਜ ਸਕੱਤਰ ਸਾਹਿਬ ਦੇ ਸਤਿਕਾਰ ਵਿੱਚ ਫਿਰ ਖਿਮਾ ਮੰਗੀਏ। ਸਾਰੇ ਪਿਆਰ ਨਾਲ ਬੋਲਿਓ। ਉਹੀ ਬੋਲਨੇ, ਨਵੇਂ ਨਹੀਂ, ਨਿੱਤ ਵਾਲੇ ਬੋਲਨੇ ਜਿਹੜੇ ਆਪਾਂ ਬਰਗਾੜੀ ਦੀ ਧਰਤੀ ਤੇ ਰੋਜ਼ ਬੋਲਦੇ ਰਹੇ ਹਾਂ। ਸਾਰਿਆਂ ਨੇ ਸਾਥ ਦੇਣਾ। ਜਾਗੋ ਨੌਜਵਾਨੋ ਓਏ, ਗੁਰਾਂ ਦੀ ਬੀੜ ਬਗਾਨੇ ਲੈ ਗਏ। ਸਾਰੇ ਕਿਰਪਾ ਕਰਿਓ। ਜਾਗੋ ਨੌਜਵਾਨੋ ਓਏ, ਗੁਰਾਂ ਦੀ ਭੀੜ ਬੇਗਾਨੇ ਲੈ ਗਏ। ਜਾਗੋ ਨੌਜਵਾਨੋ ਓਏ, ਗੁਰਾਂ ਦੀ ਭੀੜ ਬੇਗਾਨੇ ਲੈ ਗਏ। ਆਪਣਾ ਰਾਜ ਸੰਭਾਲੋ ਏ, ਸੰਤ ਪਿੰਡਰਾਂ ਵਾਲੇ ਕਹਿ ਗਏ। ਆਪਣਾ ਰਾਜ ਸੰਭਾਲੋ ਏ, ਸੰਤ ਪਿੰਡਰਾਂ ਵਾਲੇ ਕਹਿ ਗਏ।
अंग गुरां दे पाड़ पाड़ के गलियां विच खिलारे जी, अंग गुरां दे पाड़ पाड़ के गलियां विच खिलारे, मर जीवड़ियां दी कौम नूं भाई लिख लिख दबके मारे, मर जीवड़ियां दी कौम नूं भाई लिख लिख दबके मारे। ओ कलंगी धर दे पुत्रो धीओ अंदर वड़ के बह गए जागो। ए ना सोचो पंथ लाई कुछ करनगियां सरकारां, ए ना सोचो पंथ लाई कुछ करनगियां सरकारां। ओए अपनियां ने कसर ना छड्डी लाई वाह गदारां, अपनियां ने कसर ना छड्डी लाई वाह गदारां। ओ कौम दे जानी दुश्मन उच्चे अहुदियां उत्ते बह गए जागो। ओए छड्ड दिओ घरां नूं आ जाओ वीर नो बिगल जंग दा वज्जिया। ओ छड्ड दिओ घरां नूं आ जाओ वीर नो बिगल जंग दा वज्जिया। बापू जी दी सुण अरजोई हर एक गभरू गज्जिया। ओ बापू जी दी सुण अगवाई जथेदार दी सुण अरजोई हर एक गभरू गज्जिया। ओ चांदपुरे तो होका आया भर भर गड्डियां लै गए जागो। अपना राज संभालो संत पिंडरा वाले कह गए, अपना राज संभालो संत पिंडरा वाले कह गए। जागो नौजवानों कुरान दी भीड़ बेगाने ला गए। जागो नौजवानों कुरान दी भीड़ बेगाने ला गए। गज के बहुत बहुत धन्यवाद। अंत विच मैं अपने वालों अपनी जथेबंदी पंथक सेवा लहर दादू साहब वालों सिंह साहब जी वालों इस मोर्चे के प्रबंधकों को विश्वास दिवाउंदा हाँ कि असीं हर समय हर पल हर कठिनाई विच तुहाडे नाल हाँ। पर एक गल दा गिला जरूर है, अज सानों गुरमख प्यारिओ मुद्दतें गुजर गई, रंजो गम सहते हुए मुद्दतें गुजर गई, रंजो गम सहते हुए अब लाज सी आती है इस वतन को वतन कहते हुए। वाहिगुरू जी का खालसा वाहिगुरू जी की फतेह। बहुत बहुत धन्यवाद बाबा प्रदीप सिंह जी चांदपुरा जी का। ਧੰਨਵਾਦ इस करके भी कि मैं जो उन्होंने स्पीच शुरू होने तो पहले बोलिया सीगा उन्होंने मेरी गल रख ली तो संगत नूं काफ़ी हुलारा मिलिया। संगत वालों साडे विच गुरुद्वारा तालमेल कमेटी खरड़ तो संगतां दा काफला पहुंचा है। भाई दविंदर सिंह खालसा मुख सेवादार ने जो ये हर रोज़ दुध की सेवा करते हैं, अज भी 1 क्विंटल दुध लैके आए ने। हंसलीन सिंह जी सोडी एडवोकेट, अमरीक सिंह जी बब्बर एडवोकेट ये भी साडे विच हाज़र ने। बाबा सुखदेव सिंह जी नानकसर अमन नगर पटियाले वाले ये भी साडे विच हाज़र ने। मैं बेनती करांगा बाबा भगवंत सिंह जी ढींडसे वाले कि उस स्टेज पर आ जान ते संगतां दे दर्शन करन।
ਸਾਡੇ ਵਿੱਚ ਜੋ ਇਸ ਮੋਰਚੇ ਦੇ ਲਈ ਸੰਗਤ ਵੱਲੋਂ ਮਾਇਆ ਦੀ ਭੇਟਾ ਹੁੰਦੀ ਹੈ, ਉਹ 'ਚ ਗੁਪਤ 2100 ਰੁਪਇਆ ਆਇਆ ਹੈ ਜੀ। ਰਘਵੀਰ ਸਿੰਘ ਜੀ 500 ਰੁਪਇਆ, ਗੁਪਤ ਦਾਨ 2000 ਰੁਪਇਆ, ਰਣਜੀਤ ਸਿੰਘ ਜੀ ਚੌਹਾਨ 500 ਰੁਪਇਆ, ਪ੍ਰਭਪ੍ਰੀਤ ਸਿੰਘ ਜੀ ਨਵਾਂ ਸ਼ਹਿਰ 4600 ਰੁਪਇਆ, ਗੁਰਿੰਦਰਜੀਤ ਸਿੰਘ ਜੀ 1000 ਰੁਪਇਆ, ਤਵਰੂਪ ਕੌਰ 25000 ਰੁਪਇਆ। ਇਹ ਮੇਰੇ ਸੱਜੇ ਹੱਥ ਭਾਈ ਇੰਦਰਵੀਰ ਸਿੰਘ ਜੀ ਬੈਠੇ ਨੇ, ਇਹਨਾਂ ਨੂੰ ਆਪਣੇ ਤੁਸੀਂ ਮਾਇਆ ਨੋਟ ਕਰਵਾ ਕੇ ਤੇ ਆਪਣਾ ਨਾਮ ਅਨਾਉਂਸ ਕਰਵਾ ਸਕਦੇ ਹੋ ਜੀ। ਬਹੁਤ ਬਹੁਤ ਧੰਨਵਾਦ। ਮੈਂ ਬੇਨਤੀ ਕਰਾਂਗਾ ਬਾਬਾ ਭਗਵੰਤ ਸਿੰਘ ਜੀ ਢੀਂਡਸੇ ਵਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। परम सत्कारयोग जुगो जुग अटल चवर छतर तख्त दे मालक श्री गुरु ग्रंथ साहिब महाराज जी दे पावन पवित्र चरणों दे विच जुड़ करके इस मोर्चे दे विच आपो अपनी हाजरी लवांदे होए बड़े लंबे समय तो संगतां दे प्रेम विच संगतां दे प्यार दे विच संगतां हाजरियां भर रहीआं ने। आओ शहीद पिता दे पुत्र शहीद पुत्रां दे पिता साहिबे कमाल गुरु गोबिंद सिंह पातशाह जी दी बुलंद कीती फतेह प्रवान करो। कोई भी रसना वांझी ना रहे। गज के आखो जी वाहिगुरू जी का, वाहिगुरू जी की फतेह। कौम दे जरनैल जिन्हां ने अपनी जवानी, जिन्हां ने अपना सारा जीवन कौम दे संघर्ष विच लाया ते अज वो जेलां दे विच बंद ने, उन्हां दी कुर्बानी है जिहड़ी वो सानू हमेशा याद रखनी चाहिदी है। अज इस मोर्चे दे विच बहुत संगतां बड़े प्रेम भावना लैके पुजीआं ने, पर मैं थोड़े समय दे विच संगतां दे चरनां 'च ही अपील करनी है भी ये मोर्चा जिहड़ा ये उन्हां योद्धियां वास्ते है जिन्हां ने अपने घर छड्डे ने, जिन्हां ने अपनियां जमीनां जायदादां छड्डियां ने। जे अज असीं रजाइयां 'च बैठे हाँ, जे अज असीं सोहणियां कोठियां 'च बैठे हाँ, जे असीं अज सोहणियां गड्डियां 'च घुम रहे हाँ, तां ओह घुमाउण वाले ओह योधे सी जिन्हां ने अपनियां जवानियां वेले जथेदार जगतार सिंह जी हवारा जी वर्गे जिन्हां ने अपनियां जवानियां इस संघर्ष दे विच लाइयां। ते गुरमुख प्यारिओ, थोड़े घरां दे विच कुत्ते रखे होणगे, लख लख रुपए दा कुत्ता, 2-2 लाख दे 3-3 लाख दे कुत्ते तुसीं बड़ा प्यार करदे हो, संभाल के रखदे हो। जिद्दण ओह कुत्ते हलक जाण फिर तुसीं उन्हां कुत्तिआं नूं मार दिंदे हो भी किते वढ ना लेण, किसे नूं इन्हां ने नुकसान करना है। कौम दे योद्धिआं ने जिहड़े अज जेलां 'च बैठे ने, इन्हां ने ओह हलके होए कुत्ते सोधे ने उन्हां वेलिआं दे विच। ते गुरमुख प्यारिओ, जिन्हां ने कौम दा नुकसान किया, जिन्हां ने कौम दे विच वड़ के नौजवानी नूं खत्म किया, सो प्यारिओ पिंड पिंड अपील है, 2-2 ट्रैलियां 4-4 ट्रैलियां अपने नगरां दे विचों इकट्ठियां करके, जिवें असीं सरहंद दी सभा ते जाने आ, जिवें असीं चमकौर साहिब जाने आ, जिवें असीं माघी दे दिहाड़े ते मुक्तसर साहिब जाने आ, जिवें असीं आनंदपुर साहिब जाने आ, सानू इस मोर्चे दे विच आ करके हाजरी लवानी चाहिदी है। सो अज असीं सारे इकट्ठे होके जथेदार बाबा बलजीत सिंह जी दादूवाल साहब, उन्हां दे प्रेम विच सारे संत महापुरुष, क्योंकि साडा फर्ज बनदा है उन्हां कौमी योद्धिआं दे प्रति अपने हक दी आवाज़ बुलंद करनी ते आके अपनी हाजरी लवानी। सो मैं पिंड पिंड अपील करांगा, दसम पिता गुरु गोबिंद सिंह जी दे वारसों तो उन्हां योद्धिआं बारे जरूर सोचो, जिवें असीं अपने धीआं पुत्रां बारे सोच रहे हैं भी आ भी बना दईए, आ भी बना दईए, उन्हां बारे भी सोचो जिन्हां ने भरियां जवानियां साडे वास्ते अज जेलां दे विच बंद ने। सो इतनी हाजरी प्रवान करनी। वाहिगुरू जी का खालसा, वाहिगुरू जी की फतेह। बहुत बहुत धन्यवाद। हुण मैं बेनती करांगा संत बाबा प्रीतम सिंह जी राजपुरे वाले, मेरी आवाज़ सुनते होण ते वो बाबा प्रीतम सिंह जी राजपुरे वाले।
ਕਾਰ ਸੇਵਾ ਵਾਲੇ ਬਾਬਾ ਦਿਲਬਾਗ ਸਿੰਘ ਜੀ ਅਨੰਦਪੁਰ ਸਾਹਿਬ ਵਾਲੇ, ਜੇ ਉਹ ਮੇਰੀ ਆਵਾਜ਼ ਸੁਣਦੇ ਹੋਣ ਤੇ ਉਹ ਆ ਜਾਣ। ਇਸ ਤੋਂ ਬਾਅਦ ਮੈਂ ਬੁਲਾਰਿਆਂ ਦੇ ਚਰਨਾਂ 'ਚ ਬੇਨਤੀ ਕਰਾਂਗਾ ਕਿ ਉਹ ਸਟੇਜ ਦੇ ਕੋਲ ਆ ਜਾਇਆ ਕਰਨ ਜਦੋਂ ਵੀ ਹੈ। ਮੈਂ ਇਸ ਤੋਂ ਬਾਅਦ ਬਠਿੰਡਾ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਤਿਆਰ ਰਹਿਣ। ਉਹ ਜਿਹੜੇ ਬਾਬਾ ਜੀ ਉਹ ਆਪ ਨਹੀਂ ਆ ਸਕੇ, ਉਹਨਾਂ ਦੀ ਜਗ੍ਹਾ, ਉਹਨਾਂ ਨੇ ਸਿਹਤ ਠੀਕ ਨਹੀਂ ਸੀਗੀ, ਉਹਨਾਂ ਦੀ ਜਗ੍ਹਾ ਦੂਸਰੇ ਬਾਬਾ ਜੀ ਆਏ ਨੇ, ਉਹਨਾਂ ਤੋਂ ਵਿਚਾਰ ਚ ਸੁਖਦੇਵ ਸਿੰਘ ਨਾਨਕਸਰ ਅਮਨ ਨਗਰ ਤੋਂ, ਪਟਿਆਲੇ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਸਤ ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਸਾਹਿਬੇ ਕਮਾਲ ਦੋ ਜਹਾਨ ਦੇ ਵਾਲੀ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਜੀ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਸਾਰੇ ਗੱਜ ਕੇ ਬੁਲੰਦ ਆਵਾਜ਼ ਵਿੱਚ ਹਾਜ਼ਰੀ ਲਵਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅੱਜ ਜੋ ਇਨਸਾਨੀਅਤ ਦੀ ਹਾਲਤ ਹੈ, ਮੈਂ ਥੋੜਾ ਜਿਹਾ ਹਟ ਕੇ ਬੇਨਤੀ ਕਰ ਰਿਹਾ। ਇਹ ਲੜਾਈ ਇਸ ਦੇਸ਼ ਦੇ ਵਿੱਚ ਇਕੱਲੀ ਸਿੱਖਾਂ ਦੀ ਨਹੀਂ, ਇਹ ਇਨਸਾਨੀਅਤ ਦੀ ਲੜਾਈ ਬਣਦੀ ਤੁਰੀ ਜਾਂਦੀ ਹੈ। ਇਕੱਲੇ ਸਿੱਖਾਂ ਦਾ ਕਹਾਣ ਨਹੀਂ ਹੁੰਦਾ, ਇੱਥੇ ਇਨਸਾਨੀਅਤ ਦਾ ਕਹਾਣ ਹੋ ਰਿਹਾ ਹੈ। ਉਹ ਵੱਖਰੀ ਗੱਲ ਹੈ ਕਿ ਹਰ ਇੱਕ ਇਨਸਾਨ ਦੀ ਪੀੜ ਵਾਸਤੇ, ਹਰ ਇੱਕ ਦੇ ਮਜ਼ਲੂਮ ਦੀ ਰੱਖਿਆ ਵਾਸਤੇ ਸਿੱਖ ਕੌਮ ਅੱਗੇ ਆਉਂਦੀ ਹੈ। ਇਹ ਮੁੱਢ ਕਦੀਮ ਤੋਂ ਲੈ ਕੇ ਸਾਡੀ ਕੌਮ ਦਾ ਸਾਡੇ ਸਤਿਗੁਰਾਂ ਨੇ ਸੁਭਾਅ ਬਖਸ਼ਿਆ। ਪਰ ਇਹ ਬੜੇ ਅਫਸੋਸ ਦੀ ਗੱਲ ਹੈ, ਬੜੇ ਦੁੱਖ ਦੀ ਗੱਲ ਹੈ, ਸੰਨ 47 ਤੱਕ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਸੰਨ 47 ਤੱਕ ਲੱਖਾਂ ਕੁਰਬਾਨੀਆਂ ਕੀਤੀਆਂ ਸਿੱਖਾਂ ਨੇ। ਫਿਰ ਰਲ ਮਿਲ ਕੇ ਇਸ ਦੇਸ਼ ਨੂੰ ਆਜ਼ਾਦ ਕਰਵਾਇਆ ਤੇ 8 ਪੈਰ ਨਹੀਂ ਲੰਘੇ ਸਾਡੀ ਕੌਮ ਨੂੰ ਮੁਜਰਮਾਂ ਦੀ ਤਰ੍ਹਾਂ, ਮੁਜਰਮਾਂ ਦੀ ਨਿਆਈ 2 ਨੰਬਰ ਦੇ ਸ਼ਹਿਰੀ ਗੁਰਦਾਨਿਆ ਗਿਆ। ਫਿਰ ਵੀ ਸਿੱਖਾਂ ਨੇ ਬੜੀ ਹਲੀਮੀ ਦੇ ਨਾਲ ਆਪਣਾ ਇਸ ਸਾਰੇ ਮੁੱਦੇ ਨੂੰ ਨਾਲੇ ਤਾਂ ਸੰਘਰਸ਼ ਕੀਤਾ, ਮੋਰਚੇ ਲਾਏ, ਉਹ ਨਾਲੇ ਫਿਰ ਇਸ ਦੇਸ਼ ਵਿੱਚ ਰਹਿ ਕੇ, ਸੰਵਿਧਾਨ ਦੇ ਵਿੱਚ ਰਹਿ ਕੇ ਅਸੀਂ ਆਪਣੀਆਂ ਮੰਗਾਂ ਰੱਖਦੇ ਰਹੇ। ਉਸ ਤੋਂ ਅੱਗੇ ਕਿੰਨੀਆਂ ਕੁ ਗਿਣੀਆਂ, ਸਨ 78 ਆਇਆ, 84 ਆਇਆ, ਹਰ ਵਾਰ ਸਾਨੂੰ ਇਹੀ ਗੱਲ ਕਹੀ ਜਾਂਦੀ ਹੈ ਵੀ ਭੁੱਲ ਕੇ ਚੱਲੋ, ਇਹਨਾਂ ਗੱਲਾਂ ਨੂੰ ਛੱਡ ਕੇ ਅੱਗੇ ਚੱਲੋ। ਕਿੱਡੀ ਫਰਾਖ ਕੌਮ ਦਿਲ ਹੈ, ਦਿਲ ਕਿੰਨਾ ਫਰਾਖ ਦਿਲ ਹੈ ਇਸ ਕੌਮ ਦਾ। ਫਿਰ ਵੀ ਸਿੱਖ ਅੱਜ ਮੇਰਾ ਖਿਆਲ ਹੈ ਵੀ ਗਰੀਬ ਤੋਂ ਗਰੀਬ ਜਿਹੜਾ ਵਸਿੰਦਾ ਹੈ ਨਾ, ਉਹ ਵੀ ਇਸ ਗੌਰਮੈਂਟ ਨੂੰ ਆਪਦੀ ਕਮਾਈ ਦਾ ਟੈਕਸ ਦੇ ਕੇ ਤੇ ਇਹ ਸੰਵਿਧਾਨ ਦੇ ਅਨੁਸਾਰ ਇਸ ਦੇਸ਼ ਵਿੱਚ ਅਸੀਂ ਰਹਿ ਰਹੇ ਹਾਂ। ਅੱਜ ਵੀ ਬੜੀ ਸ਼ਾਂਤਮਈ ਤਰੀਕੇ ਦੇ ਨਾਲ, ਅੱਜ ਘੱਟੋ ਘੱਟ 8 ਸਾਲ ਹੋ ਗਏ ਨੇ ਸਾਨੂੰ ਗਲੀ ਗਲੀ 'ਚ ਰੁਲਦਿਆਂ ਨੂੰ। ਅਸੀਂ ਗਲੀ ਗਲੀ 'ਚ ਰੁਲ ਕੇ ਆਪਣੇ ਗੁਰੂ ਸਾਹਿਬ ਜੀ ਦੀ ਬੇਅਦਬੀ ਦਾ ਇਨਸਾਫ ਮੰਗਦੇ ਹਾਂ। ਕਿ ਜਿਹੜੇ ਸਾਡੇ ਦੇਸ਼ ਦੇ ਆਗੂ ਨੇ, ਕਿ ਉਹਨਾਂ ਨੂੰ ਇਹਨਾਂ ਗੱਲਾਂ ਦੀ ਸਮਝ ਨਹੀਂ, ਉਹਨਾਂ ਨੂੰ ਕਿਸੇ ਗੱਲ ਦਾ ਭੁਲੇਖਾ ਆ ਕਿ ਸਾਡੀ ਕੌਮ ਦੇ ਨਿਆਣੇ ਛੋਟੇ ਛੋਟੇ ਬੱਚੇ ਮੰਗਾਂ ਮੰਗ ਰਹੇ ਨੇ। ਨਹੀਂ ਗੁਰਮੁਖੋ, ਅੱਜ ਛੋਟੇ ਬੱਚਿਆਂ ਤੋਂ ਲੈ ਕੇ ਨੌਜਵਾਨਾਂ ਤੋਂ ਹੁੰਦੇ ਹੋਏ ਸਾਡੇ ਬਜ਼ੁਰਗ, ਕੱਲਾ ਕੱਲਾ ਬੱਚਾ ਆਪਦੇ ਦੁੱਖੜੇ ਰੋ ਰਿਹਾ ਸਰਕਾਰ ਦੇ ਅੱਗੇ। ਪਰ ਇਸ ਸਰਕਾਰ ਦੇ ਕੰਨਾਂ ਤੇ ਜੂੰ ਨਹੀਂ ਸਰਕਦੀ। ਗੁਰਮੁਖੋ, ਅੱਜ ਚਾਹੇ ਕੱਲ ਮੈਂ ਕਈ ਥਾਵਾਂ ਤੇ ਬੇਨਤੀ ਕੀਤੀ ਹੈ, ਅੱਜ ਵੀ ਬੇਨਤੀ ਕਰਦਾ ਹਾਂ, ਸਾਧ ਸੰਗਤ ਜੀ, ਐਦਾਂ ਸੜਕ ਤੇ ਨਿਕਲ ਕੇ
ਆਪਾਂ ਡਾਂਗਾ ਖਾ ਲਈਏ, ਆਪਾਂ ਗੋਲੀਆਂ ਖਾ ਲਈਏ ਤੇ ਉਹ ਕਿਸੇ ਗਿਣਤੀ 'ਚ ਆ ਜਾਊ। ਪਰ ਜੇ ਅਸੀਂ ਸੜਕ ਤੇ ਨਿਕਲ ਕੇ ਨਾ ਆਏ, ਜਿਵੇਂ ਸਨ 84 ਤੋਂ 96 ਤੱਕ 25,000 ਖਾਲੜਾ ਸਾਹਿਬ ਨੇ ਜੋ ਇਕੱਤਰ ਕੀਤੇ ਸੀ ਨਾ, ਸਬੂਤ ਇਕੱਤਰ ਕੀਤੇ ਸੀਗੇ, ਉਸੇ ਤਰ੍ਹਾਂ 25,000 ਕੀ ਪਤਾ ਨਹੀਂ ਕਿੰਨੇ ਕੁ ਹਜ਼ਾਰਾਂ ਸਾਡੇ ਨੌਜਵਾਨ ਕੱਲੇ ਕੱਲੇ ਸਿੱਖ ਨੂੰ ਚੁਣ ਚੁਣ ਕੇ ਮਾਰਿਆ ਗਿਆ ਤੇ ਮਾਰਿਆ ਜਾਊ ਜੇ ਅਸੀਂ ਸੜਕਾਂ ਤੇ ਨਿਕਲ ਕੇ ਨਾ ਆਏ। ਸੋ ਅੱਜ ਫਿਰ ਉਹ ਸਮਾਂ ਆਣ ਬਣਿਆ ਕਿ ਜਾਂ ਤਾਂ ਸੜਕ ਤੇ ਨਿਕਲ ਕੇ ਤੇ ਆਪਣੇ ਦੁੱਖ ਨੂੰ, ਆਪਣੇ ਇਸ ਵਿਸ਼ੇ ਨੂੰ ਸਾਰੀ ਦੁਨੀਆ ਦੇ ਸਾਹਮਣੇ ਲੈ ਕੇ ਆਈਏ। ਅੱਜ ਸਾਡੇ, ਮੈਂ ਕਹੂੰਗਾ, ਭਾਗ ਚੰਗੇ ਹੈ। ਜੇ ਕਿਤੇ ਸੋਸ਼ਲ ਮੀਡੀਆ ਨਾ ਹੁੰਦਾ ਤੇ ਸਾਡੀ ਉੱਗ ਸੁਆਹ ਨਹੀਂ ਸੀ ਨਿਕਲਣੀ। ਅੱਜ ਤੁਹਾਡੀ ਗੱਲ ਦੁਨੀਆ ਦੇ ਕੋਨੇ-ਕੋਨੇ ਤੇ ਜਾ ਰਹੀ ਹੈ। ਸੋ ਮੈਂ ਜ਼ਿਆਦਾ ਸਮਾਂ ਨਾ ਲਵਾਂ। ਇਹ ਜਿਹੜਾ ਸੰਘਰਸ਼ ਹੈ ਸਾਨੂੰ ਬੜੇ ਸਿਰੜ ਦੇ ਨਾਲ ਔਰ ਬੜੇ ਅਕੀਦੇ ਦੇ ਵਿੱਚ ਰਹਿ ਕੇ ਸਾਨੂੰ ਲੜਨਾ ਪੈਣਾ, ਬੜੀ ਸਮਝਦਾਰੀ ਨਾਲ ਲੜਨਾ ਪੈਣਾ। ਸੋ ਸਾਡੇ ਜਿਹੜੇ ਪੰਥਕ ਆਗੂ ਨੇ ਬੜੀ ਸੂਝਵਾਨਤਾ ਦੇ ਨਾਲ ਹੁਣ ਤੱਕ ਸੰਘਰਸ਼ ਕਰਦੇ ਆਏ ਹੈ। ਇਸੇ ਤਰ੍ਹਾਂ ਕਰਦੇ ਰਹਿਣਾ। ਸੰਘਰਸ਼ਾਂ ਦੇ ਵਿੱਚ ਭੁੱਲਾਂ ਵੀ ਹੁੰਦੀਆਂ ਨੇ, ਕਮੀਆਂ ਵੀ ਰਹਿੰਦੀਆਂ ਨੇ। ਇਸੇ ਤਰ੍ਹਾਂ ਹੀ ਹੌਲੀ ਹੌਲੀ ਵੱਲ ਸਿੱਖਿਆ ਜਾਂਦਾ ਹੈ। ਸੋ ਸਤਿਗੁਰ ਕਿਰਪਾ ਕਰਨ ਸੱਚੇ ਪਾਤਸ਼ਾਹ, ਅੱਜ ਅਸੀਂ, ਸਾਡਾ ਸੰਤ ਸਮਾਜ ਸੇਵਾ ਦਲ ਦਾਸ ਉਪ ਸਰਪ੍ਰਸਤ ਹੈ। ਸਾਡੇ ਸਰਪ੍ਰਸਤ ਬਾਬਾ ਗੁਰਪ੍ਰੀਤ ਸਿੰਘ ਜੀ ਮੋਲਗੜ੍ਹ, ਸੰਤ ਬਾਬਾ ਲਖਵੀਰ ਸਿੰਘ ਜੀ ਲਲੌਡਾ ਸਾਹਿਬ ਵਾਲੇ ਸਾਡੀ ਸੰਸਥਾ ਦੇ ਪ੍ਰਧਾਨ ਨੇ। ਸਾਡੇ ਬੜੇ ਸਤਿਕਾਰਯੋਗ ਸਿੰਘ ਸਾਹਿਬ ਦਾਦੂਵਾਲ ਸਾਹਿਬ ਜੀ ਦਾ ਜੋ ਅੱਜ ਕਾਫਲਾ ਆਇਆ ਸੀ, ਸਾਰੇ ਕਾਫਲੇ ਦੇ ਰੂਪ ਚ ਸੰਗਤ ਦੇ ਵਿੱਚ ਹਾਜ਼ਰੀ ਲਵਾ ਰਹੇ ਹਾਂ। ਇੱਕ ਮੈਂ ਬੇਨਤੀ ਕਰੂੰਗਾ ਕਿ ਜਿੰਨੀਆਂ ਵੀ ਸੰਗਤਾਂ ਇੱਥੇ ਆਈਆਂ ਨੇ ਜਾਂ ਆ ਰਹੀਆਂ ਨੇ ਜਾਂ ਆਉਂਦੀਆਂ ਨੇ, ਆਪਾਂ ਇੱਥੇ ਆ ਕੇ ਇਹਨਾਂ ਦੀ ਡਿਊਟੀ ਨੂੰ ਸਮਝੀਏ। ਇਹ ਡਿਊਟੀ ਅਸੀਂ 24 ਘੰਟੇ ਸਵਾਸ ਇਸ ਡਿਊਟੀ ਵਿੱਚ ਰਹੀਏ। ਇੱਥੋਂ ਜਾਈਏ ਤੇ ਜਾ ਕੇ ਵੀ ਆਪਣੇ ਪਿੰਡਾਂ ਵਿੱਚ, ਆਪਣੀਆਂ ਗਲੀਆਂ 'ਚ, ਆਪਣੇ ਮੁਹੱਲਿਆਂ 'ਚ ਇਹ ਸੰਘਰਸ਼ ਦੀ ਗੱਲ ਕਰੀਏ ਔਰ ਵੱਧ ਤੋਂ ਵੱਧ ਸੰਗਤ ਆਪਾਂ ਇੱਥੇ ਲੈ ਕੇ ਆਈਏ। ਕਿਉਂਕਿ ਇਹ ਜਿਹੜੀ ਸਰਕਾਰ ਹੈ ਨਾ, ਇਹਨੂੰ ਝੌਲਾ ਦਿਸਦਾ ਹੈ। ਥੋੜੀ ਗਿਣਤੀ ਵਿੱਚ ਇਹਨਾਂ ਨੂੰ ਇਨਸਾਨ ਨਹੀਂ ਦਿਸਦੇ। ਜਦੋਂ ਬਹੁਤ ਵੱਡਾ ਇਕੱਠ ਹੁੰਦਾ ਨਾ, ਫਿਰ ਇਹਨਾਂ ਨੂੰ ਥੋੜਾ ਸਮਝ ਆਉਣ ਲੱਗਦੀ ਹੈ ਵੀ ਸਾਨੂੰ ਕੁਛ ਨਾ ਕੁਛ ਦੇਖਣਾ ਪੈਣਾ, ਸਮਝਣਾ, ਸੋਚਣਾ ਪੈਣਾ। ਸੋ ਇਸ ਵਾਸਤੇ ਸਾਡੀ ਕਾਫੀ ਮਜਬੂਰੀ ਹੈ ਕਿ ਸਾਨੂੰ ਗਿਣਤੀ ਵੱਧ ਤੋਂ ਵੱਧ ਵਧਾਉਣੀ ਚਾਹੀਦੀ, ਵਧਾਉਣੀ ਪੈਣੀ ਆ। ਸੋ ਅੱਗੇ ਆਉਣ ਵਾਲੇ ਦਿਨਾਂ 'ਚ ਆਪਾਂ ਤਿਆਰ ਰਹੀਏ। ਜਦੋਂ ਵੀ ਇਸ ਸਟੇਜ ਦੇ ਵੱਲੋਂ ਕੋਈ ਕਾਲ ਆਉਂਦੀ ਹੈ ਤੇ ਆਪਾਂ ਵੱਧ ਚੜ ਕੇ ਸੰਘਰਸ਼ ਨੂੰ ਜਿੱਤ ਕੇ ਜਾਣਾ। ਗੁਰੂ ਸਵਾਰਿਓ, ਬੜਾ ਕਿਸਾਨੀ ਸੰਘਰਸ਼ ਨੇ ਸਾਨੂੰ ਬਹੁਤ ਕੁਝ ਸਿਖਾਇਆ, ਅਸੀਂ ਬਹੁਤ ਕੁਝ ਸਿੱਖੇ ਹਾਂ। ਸੋ ਸਿੱਖਿਆ ਨਾ, ਜਿਹੜੀ ਸਿੱਖਿਆ ਲਈ ਹੈ, ਉਹ ਸਿੱਖਿਆ ਨੂੰ ਆਪਾਂ ਵਰਤੋਂ ਵਿੱਚ ਲੈ ਕੇ, ਜਦੋਂ ਅਸੀਂ ਗਏ ਨਾ ਪਲਵਲ ਬਾਰਡਰ ਤੇ ਉੱਥੇ ਸਾਧ ਸੰਗਤ ਜੀ ਬੜਾ ਅਜੀਬ ਜਿਹਾ ਮਾਹੌਲ ਸੀ। ਅਸੀਂ ਇਦਾਂ ਦੇ ਮਾਹੌਲ 'ਚ ਰਹੇ ਨਹੀਂ। ਹੁੱਕੇ ਪੀਣ ਵਾਲੇ, ਬੀੜੀਆਂ ਪੀਣ ਵਾਲੇ, ਜਦੋਂ ਅਸੀਂ ਵਿੱਚ ਰਹੇ ਨਾ ਤੇ ਬੜੀ ਹਲਕਤ ਆਉਂਦੀ ਹੁੰਦੀ ਸੀ। ਪਰ ਹੌਲੀ ਹੌਲੀ ਅਸੀਂ ਸਿੱਖਿਆ ਵੀ ਨਹੀਂ, ਸਾਨੂੰ ਹਰ ਇੱਕ ਨੂੰ ਨਾਲ ਲੈ ਕੇ ਚੱਲਣਾ ਪੈਣਾ ਔਰ ਚੱਲਣਾ ਚਾਹੀਦਾ। ਸੋ ਇਸ ਵਾਸਤੇ ਅੱਜ ਵੀ ਉਹੀ ਵੇਲਾ ਸਵਾਰਿਓ, ਗੁਰੂ ਸਵਾਰਿਓ, ਸਾਡੇ ਸਾਰਿਆਂ 'ਚ ਕਿਸੇ 'ਚ ਕੋਈ ਕਮੀ ਹੈ, ਕਿਸੇ 'ਚ ਕੋਈ ਕਮੀ ਹੈ, ਪਰ ਆਪਾਂ ਰਲ ਮਿਲ ਕੇ ਜਦੋਂ ਚੱਲਾਂਗੇ ਫਿਰ ਇਹ ਕਮੀਆਂ ਵੀ ਜਿਹੜੀਆਂ ਨੇ ਅਧੂਰੀਆਂ ਪੂਰੀਆਂ ਹੋਣਗੀਆਂ। ਸਾਡੀ ਜਿਹੜੀ ਤਾਕਤ ਹੈ ਅਧੂਰੀ, ਉਹ ਵੀ ਪੂਰੀ ਹੋਏਗੀ। ਸਤਿਗੁਰ ਸੱਚੇ ਪਾਤਸ਼ਾਹ ਜੀ ਰਹਿਮਤ ਕਰਨਗੇ, ਮਿਹਰ ਕਰਨਗੇ। ਸਾਡੇ ਹੋਰ ਵੀ ਸੰਗਤਾਂ ਇੱਥੇ ਪਹੁੰਚੀਆਂ ਹੋਈਆਂ ਨੇ। ਸਾਡੀ ਭੈਣ ਬੀਬੀ ਬਲਜੀਤ ਕੌਰ ਜੀ, ਜਿਹੜੇ ਪਹਿਲੇ ਦਿਨ ਤੋਂ ਲੈ ਕੇ ਇੱਥੇ ਮੋਰਚਾ, ਔਰ ਮੇਰੀ ਆਮ ਗੱਲਬਾਤ ਹੁੰਦੀ ਰਹਿੰਦੀ ਆ ਸਾਡੀ ਭੈਣ ਦੇ ਨਾਲ। ਭੈਣੇ ਮੇਰੀਏ, ਚੜ੍ਹਦੀ ਕਲਾ ਦੇ ਨਾਲ ਵਿਚਰੋ, ਚੜ੍ਹਦੀ ਕਲਾ ਦੇ ਨਾਲ ਆਪਾਂ ਸੇਵਾ ਕਰਨੀ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ। ਸਾਡੀ ਇਹ ਨਿਮਾਣਿਆਂ ਨਤਾਣਿਆਂ ਦੀ ਜਿਹੜੀ ਸੇਵਾ ਹੈ, ਇਹ ਪ੍ਰਵਾਹ ਸਾਨੂੰ ਖੈਰ ਸਾਡੇ ਗੁਰੂ ਨੇ ਪਾਉਣੀ ਹੈ, ਸਾਨੂੰ ਖੈਰ ਸਾਡੇ ਗੁਰੂ ਨੇ ਪਾਉਣੀ ਹੈ। ਸੱਚੇ ਪਾਤਸ਼ਾਹ ਕਿਰਪਾ ਕਰਨਗੇ, ਸਾਡੀ ਇਸ ਮਿਹਨਤ ਨੂੰ, ਸਾਡੇ ਸੰਘਰਸ਼ ਨੂੰ
ਚੜ੍ਹਦੀ ਕਲਾ ਦੀ ਦਾਤ ਬਖਸ਼ਦੇ ਹੋਏ ਲਾਜ਼ਮੀ ਇਹ ਅਸੀਂ ਇਨਸਾਫ ਲੈ ਕੇ ਜਾਣਾ ਹੈ। ਗੁਰੂ ਸਵਾਰਿਓ, ਸਾਡੇ ਗੁਰੂ ਤੋਂ ਪਰੇ ਉਜਾੜ ਹੀ ਉਜਾੜ ਹੈ। ਜੇ ਸਾਡਾ ਗੁਰੂ ਸਲਾਮਤ ਨਹੀਂ, ਜੇ ਸਾਡਾ ਗੁਰੂ ਇੱਥੇ ਸੇਫ ਨਹੀਂ, ਤੇ ਸਿੱਖ ਕਿਵੇਂ ਸੇਫ ਹੋ ਸਕਦਾ ਹੈ, ਕਿਵੇਂ ਸੇਫ ਰਹਿ ਸਕਦਾ ਹੈ? ਸੋ ਇਹਨਾਂ ਗੱਲਾਂ ਨੂੰ ਸਮਝ ਕੇ ਗੱਲਾਂ ਜਿੰਨੀਆਂ ਮਰਜ਼ੀ ਕੀਤੀਆਂ ਕਰੀਆਂ ਜਾ ਸਕਦੀਆਂ, ਪਰ ਮੈਂ ਜ਼ਿਆਦਾ ਸਮਾਂ ਨਾ ਲਵਾਂ। ਬਹੁਤ ਬੁਲਾਰੇ ਪਹੁੰਚੇ ਹੋਏ ਨੇ ਸਾਡੇ ਸਤਿਕਾਰਯੋਗ ਬਾਬਾ ਪ੍ਰੀਤਮ ਸਿੰਘ ਜੀ, ਉਹਨਾਂ ਨੇ ਦਾਸ ਦੀ ਡਿਊਟੀ ਲਾਈ, ਇੱਥੇ ਹਾਜ਼ਰੀ ਭਰਨ ਦੀ ਬੈਠੇ ਨੇ, ਹਾਜ਼ਰੀ ਭਰ ਰਹੇ ਆ। ਥੋੜਾ ਜਿਹਾ ਸਿਹਤ ਕਰਕੇ ਉਹਨਾਂ ਦੀ ਸਿਹਤ ਠੀਕ ਨਹੀਂ ਸੀ, ਤਾਂ ਕਰਕੇ ਦਾਸ ਨੇ ਹਾਜ਼ਰੀ ਭਰੀ ਹੈ। ਸੋ ਜਿਹੜੀਆਂ ਸੰਗਤਾਂ ਸਰੀਰ ਕਰਕੇ ਨਹੀਂ ਵੀ ਆਈਆਂ, ਸਾਡੇ ਨਾਲ ਵੀ ਬਹੁਤ ਇਹੋ ਜਿਹੇ ਸਰੀਰ ਨੇ ਜਿਹੜੇ ਬੜੇ ਦਰਦ ਰੱਖਦੇ ਆ, ਪਰ ਸਰੀਰ ਕਰਕੇ ਸਾਰਿਆਂ ਤੋਂ ਇੱਕ ਵਾਰ ਹਾਜ਼ਰੀ ਨਹੀਂ ਵੀ ਲਵਾਈ ਜਾਂਦੀ। ਪਰ ਐਸਾ ਨਹੀਂ ਹੈ ਵੀ ਜਿਹੜੇ ਇੱਥੇ ਆਉਂਦੇ ਨਹੀਂ ਉਹਨਾਂ ਨੂੰ ਦਰਦ ਨਹੀਂ ਹੈ। ਦਰਦ ਬੱਚੇ ਦੇ ਰੋਮ ਰੋਮ 'ਚ ਵਸਿਆ ਹੋਇਆ। ਗੁਰੂ ਸਵਾਰਿਓ, ਅਸੀਂ ਪਿੰਡਾਂ ਸੰਗਤਾਂ 'ਚ ਵਿਚਰਦੇ ਹਾਂ, ਰੋਮ ਰੋਮ ਵਿੱਚ ਦਰਦ ਵਸਿਆ ਪਿਆ ਹੈ। ਬੜੀ ਇਸ ਮੁਲਕ ਦੀ ਖੁਸ਼ਕਿਸਮਤੀ ਹੋਏਗੀ ਜੇ ਸਿੱਖਾਂ ਦੇ ਦਰਦ ਨੂੰ ਪਛਾਣ ਲੈਣ ਤੇ ਇਸ ਦਰਦ ਤੇ, ਇਸ ਜ਼ਖਮ ਤੇ ਮਲਮ ਲਾ ਕੇ ਤੇ ਇਹਦਾ ਜਿਹੜਾ ਸਾਨੂੰ ਇਨਸਾਫ ਦੇ ਦੇਣ। ਸੋ ਬਹੁਤ ਧੰਨਵਾਦ ਸਾਰਿਆਂ ਦਾ, ਸਾਰੀਆਂ ਸੰਗਤਾਂ ਦਾ। ਮੈਂ ਇੱਥੋਂ ਦੇ ਪ੍ਰਬੰਧਕ ਵੀਰਾਂ ਦਾ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਸਾਨੂੰ ਨਿਮਾਣਿਆਂ ਨਤਾਣਿਆਂ ਨੂੰ ਵੀ ਮਾਣ ਬਖਸ਼ਿਆ। ਸੋ ਬਹੁਤ ਬਹੁਤ ਧੰਨਵਾਦ ਜੀ। ਆਇਆਂ ਨੂੰ ਹੋਈਆਂ ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ। ਬੇਨਤੀ ਕਰਾਂਗਾ ਭਾਈ ਗੁਰਦੀਪ ਸਿੰਘ ਜੀ ਬਠਿੰਡਾ, ਉਹ ਸਟੇਜ ਤੇ ਆ ਕੇ ਆਪਣੀ ਗੱਲਬਾਤ ਰੱਖਣ, ਤੇ ਉਸ ਤੋਂ ਬਾਅਦ ਭਾਈ ਬਾਬਾ ਸਾਹਿਬ ਸਿੰਘ ਜੀ ਅਨੰਦਪੁਰ ਸਾਹਿਬ ਵਾਲੇ ਉਹ ਤਿਆਰ ਰਹਿਣ। ਆਪਣੇ ਕੋਲ ਬੁਲਾਰੇ ਕਾਫੀ ਨੇ ਸੰਗਤ ਜੀ, ਤੇ ਹਰੇਕ ਨੂੰ ਬੇਨਤੀ ਹੈ ਕਿ ਟਾਈਮ ਦੇ ਜਾਬਤੇ 'ਚ ਰਹਿ ਕੇ ਹੀ ਆਪਣੀ ਗੱਲ ਕੀਤੀ ਜਾਵੇ। ਮੈਂ ਬੇਨਤੀ ਕਰਾਂਗਾ ਕਿ ਜਿਹੜੀ ਸੰਗਤ ਥੋੜੀ ਜਿਹੀ ਪਿੱਛੇ ਬੈਠੀ ਹੈ ਅੱਗੇ ਅੱਗੇ ਆ ਜਾਵੇ, ਤਾਂ ਕਿ ਪਿੱਛੇ ਜਿਹੜੀ ਸੰਗਤ ਹੈ ਉਹਨੂੰ ਜਗ੍ਹਾ ਮਿਲ ਜਾਵੇ। ਥੋੜੀ ਅੱਗੇ ਆ ਜਾਓ ਥੋੜੀ ਜੀ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਭਾਈ ਗੁਰਦੀਪ ਸਿੰਘ ਜੀ ਬਠਿੰਡਾ। ਸਤਿਗੁਰੂ ਦੀ ਹਜ਼ੂਰੀ 'ਚ ਬਹੁਤ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬਹੁਤ ਘੱਟ ਸਮੇਂ 'ਚ ਸੰਗਤ ਦੇ ਦਰਸ਼ਨ ਕਰਨੇ ਹਨ, ਕਿਉਂਕਿ ਅੱਜ ਵੱਡੀ ਗਿਣਤੀ 'ਚ ਸੰਤ ਬਾਬਾ ਬਲਜੀਤ ਸਿੰਘ ਜੀ, ਸਾਬਕਾ ਪ੍ਰਧਾਨ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ, ਸਾਬਕਾ ਜਥੇਦਾਰ ਸ੍ਰੀ ਅਨੰਦਪੁਰ ਦਮਦਮਾ ਸਾਹਿਬ ਅਤੇ ਉੱਘੇ ਸਿੱਖ ਪ੍ਰਚਾਰਕ ਵੱਡੀ ਗਿਣਤੀ 'ਚ ਮਹਾਂਪੁਰਖਾਂ ਨਾਲ ਇੱਥੇ ਆਏ ਹੋਏ ਹਨ। ਅਸੀਂ ਉਹਨਾਂ ਦੇ ਵਿਚਾਰ ਸੁਣਨੇ ਹਨ। ਅਸੀਂ ਤਾਂ ਇੱਥੇ ਹੀ ਰਹਿਣਾ ਹੈ 27 ਤੱਕ ਤੋਂ 7 ਤੋਂ ਆ ਕੇ। ਮੈਂ ਇਹ ਗੱਲ ਬੜੀ ਜ਼ਿੰਮੇਵਾਰੀ ਨਾਲ ਕਹਿਣਾ ਚਾਹੁੰਦਾ ਸੰਗਤ ਦੀ ਹਾਜ਼ਰੀ 'ਚ, ਗੁਰੂ ਸਾਹਿਬ ਦੀ ਹਜ਼ੂਰੀ 'ਚ, ਕਿ ਇਸ ਮੋਰਚੇ ਨੂੰ ਹੁਣ ਭਾਈ ਜਗਤਾਰ ਸਿੰਘ ਹਵਾਰਾ ਹੀ ਆ ਕੇ ਉਠਾ ਸਕਦੇ ਹਨ। ਹੁਣ ਕੋਈ ਹੋਰ ਦੁਨੀਆ ਦੀ ਤਾਕਤ ਨਹੀਂ ਉਠਾ ਸਕਦੀ। ਇਹਦੇ ਨਾਲ ਮੈਂ ਇੱਕ ਗੱਲ ਹੋਰ ਵੀ ਸਪਸ਼ਟ ਕਰਨੀ ਚਾਹੁੰਦਾ ਕਿ ਸਾਡੀ ਮੰਗ ਕੇਵਲ ਭਾਈ ਜਗਤਾਰ ਸਿੰਘ ਹਵਾਰਾ ਨਹੀਂ, ਸਾਡੀ ਪਰੰਪਰਾ, ਸਾਡੇ ਗੁਰੂ ਸਾਹਿਬ ਨੇ ਸਾਨੂੰ ਜੋ ਉਪਦੇਸ਼ ਦਿੱਤੇ ਹਨ, ਸੇਧਾਂ ਦਿੱਤੀਆਂ ਹਨ, ਜਿਵੇਂ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਵੀ ਇਹ ਜੇਲ੍ਹ 'ਚੋਂ ਰਿਹਾ ਕਰਦੇ ਸੀ, ਗਵਾਲੀਅਰ ਦੇ ਕਿਲੇ 'ਚੋਂ ਉਹ ਸਾਰੇ ਕੈਦੀਆਂ ਨੂੰ, ਸਾਰੇ ਰਾਜਿਆਂ ਨੂੰ ਨਾਲ ਲੈ ਕੇ ਆਏ ਸੀ। ਅੱਜ ਜਿਹੜੇ ਸਾਡੇ ਸਾਰੇ ਬੰਦੀ ਬੈਠੇ ਹਨ ਜੇਲ੍ਹਾਂ 'ਚ, ਸਾਡੀ ਮੰਗ ਤੁਰੰਤ ਰੂਪ 'ਚ ਸਜ਼ਾਵਾਂ ਪੂਰੀਆਂ ਕਰਨ ਵਾਲਿਆਂ ਦੀ ਰਿਹਾਈ ਹੈ, ਪਰੰਤੂ ਜਿਹੜਿਆਂ ਦੇ ਉੱਤੇ ਕੇਸ ਚੱਲ ਰਹੇ ਹਨ ਉਹ ਕੋਈ ਕਿਸੇ ਵੱਟ ਦੇ ਰੌਲੇ 'ਤੇ ਨਹੀਂ ਗਏ। ਜੇ ਭਾਰਤ ਦੇ ਸਰਕਾਰ ਨੇ ਸਿੱਖਾਂ ਨਾਲ ਫੈਸਲਾ ਕਰਨਾ ਤਾਂ ਸਮੁੱਚੇ ਰੂਪ 'ਚ ਕਰਨਾ ਪੈਣਾ, ਇਕੱਲੇ ਇਕੱਲੇ ਫੈਸਲੇ ਨਹੀਂ ਹੋਣੇ। ਇਹ ਫੈਸਲਾ ਭਾਰਤ ਦੀ ਸਰਕਾਰ ਨੇ ਕਰਨਾ ਕਿ ਸਿੱਖਾਂ ਨੂੰ ਨਾਲ ਰੱਖਣਾ ਕਿ ਅੱਡ ਕਰਨਾ। ਕੋਈ 3 ਕਰੋੜ ਲੋਕਾਂ ਨੂੰ ਗੋਲੀਆਂ ਨਾਲ ਜਾਂ ਤੋਪਾਂ ਨਾਲ ਨਹੀਂ ਭੁੰਨਿਆ ਜਾ ਸਕਦਾ। ਮੈਂ 2-3 ਬੇਨਤੀਆਂ ਕਰਕੇ ਸੰਖੇਪ 'ਚ ਆਪਣੀਆਂ ਬੇਨਤੀਆਂ ਸਮਾਪਤ ਕਰਾਂਗਾ। ਪਹਿਲੀ ਬੇਨਤੀ ਕਿ ਇੱਕ ਬੇਨਤੀ ਜਾਂ ਹੁਕਮਨਾਮਾ ਕਹਿ ਲਓ ਜਥੇਦਾਰ ਜਗਤਾਰ ਸਿੰਘ ਜੀ ਹਵਾਰਾ ਵੱਲੋਂ ਇਹ ਸੀ ਕਿ ਵੱਖ-ਵੱਖ ਮੋਰਚੇ ਚਾਰੇ ਹਨ, ਉਹਨਾਂ ਮੋਰਚਿਆਂ ਨੂੰ ਸਮਾਪਤ ਕਰਕੇ ਕੌਮੀ ਇਨਸਾਫ ਮੋਰਚੇ ਦੇ ਵਿੱਚ ਸਮੂਲੀਅਤ ਕੀਤੀ ਜਾਵੇ। ਕੱਲ੍ਹ ਸਾਨੂੰ ਬੜੀ ਖੁਸ਼ੀ ਤਸੱਲੀ ਹੈ ਕਿ ਜਥੇਦਾਰ ਗੁਰਚਰਨ ਸਿੰਘ ਦੀ ਅਗਵਾਈ 'ਚ ਮੈਂ ਇਹ ਗੱਲ ਵੀ ਕਹਿਣਾ ਚਾਹੁੰਦਾ ਕਿ ਅਸੀਂ ਆਪਣੀ ਜਥੇਬੰਦੀ ਵੱਲੋਂ, ਯੂਨਾਈਟਿਡ ਅਕਾਲੀ ਦਲ ਵੱਲੋਂ, ਜਿਵੇਂ ਬਾਬਾ ਪ੍ਰਦੀਪ ਸਿੰਘ ਜੀ ਕਹਿ ਕੇ ਗਏ ਹਨ, ਆਪਣੀਆਂ ਸਾਰੀਆਂ ਸੇਵਾਵਾਂ ਮੋਰਚੇ 'ਚ ਜੋ ਜਥੇਦਾਰ ਸਾਹਿਬ
ਜਗਤਾਰ ਸਿੰਘ ਹਵਾਰਾ ਦੀ ਸਲਾਹ ਨਾਲ ਜਥੇਦਾਰ ਗੁਰਚਰਨ ਸਿੰਘ ਸਾਨੂੰ ਹੁਕਮ ਕਰਨਗੇ, ਅਸੀਂ ਲਗਾਤਾਰ ਇੱਥੇ ਹਾਜ਼ਰ ਰਹਾਂਗੇ ਤੇ ਉਹਨਾਂ ਦੇ ਹਰੇਕ ਹੁਕਮ ਦੀ ਤਾਣ ਮਾਨ ਧਨ ਨਾਲ ਪਾਲਣਾ ਕਰਾਂਗੇ। ਕੱਲ ਜਥੇਦਾਰ ਸੂਰਜ ਸਿੰਘ ਜੀ ਗੱਲਾਂ ਕਹਿਣੀਆਂ ਖਾਲਸਾ ਜੀ ਬਹੁਤ ਸੌਖੀਆਂ ਹਨ। 8 ਸਾਲਾਂ ਤੋਂ ਉਹਨਾਂ ਨੂੰ ਇੱਕ ਕਮਰੇ 'ਚ ਬੰਦ ਕੀਤਾ ਗਿਆ। ਅਸੀਂ ਵੇਖਿਆ ਕਿ ਜਿਹੜੇ ਉਹਨਾਂ ਦੇ ਨਾਲ ਪਾਸੇ ਇੱਕ ਸ਼ੀਸ਼ਾ ਸੀ ਉਹਦੇ ਉੱਤੇ ਵੀ ਕਾਲਾ ਕੱਪੜਾ ਲਾਇਆ ਗਿਆ ਕਿ ਇਹਨਾਂ ਨੂੰ ਬਾਹਰ ਦਾ ਸੂਰਜ ਨਾ ਦਿਸੇ। 8 ਸਾਲਾਂ ਤੋਂ ਉਹਨੇ ਸਮਾਨ ਨਹੀਂ ਵੇਖਿਆ। ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਲਈ ਬੈਠੇ ਹੋਏ ਸਨ ਉਹਨਾਂ ਨੂੰ ਖੁਦ ਬੰਦੀ ਬਣਾ ਲਿਆ ਤੇ ਉਹਨੂੰ ਨੱਕ ਰਾਹੀਂ ਇੱਕ ਲਗਾਤਾਰ ਫੀਡ ਦਿੱਤੀ ਜਾ ਰਹੀ ਸੀ, ਮੂੰਹ ਨਾਲ ਨਹੀਂ ਖਾਧਾ। ਉਹਨਾਂ ਨਾਲ ਕੱਲ ਜਦੋਂ ਜਾ ਕੇ ਜਥੇਦਾਰ ਸਾਹਿਬ ਉਰੀ ਗਏ, ਜਥੇਦਾਰ ਗੁਰਚਰਨ ਸਿੰਘ ਜੀ ਉਰੀ ਆਪਣੇ ਸਾਥੀ ਨਾਲ, ਦਿੱਲੀ ਵਾਲੇ ਸਾਥੀ ਸੀ ਇਕਬਾਲ ਸਿੰਘ ਜੀ ਉਰੀ, ਗੁਰਦੀਪ ਸਿੰਘ ਉਰੀ ਉਹਨਾਂ ਦੇ ਨਾਲ ਸਨ, ਦਾਸ ਵੀ ਉਹਨਾਂ ਦੇ ਨਾਲ ਸੀ, ਸਾਡੀ ਸਾਰੀ ਜਥੇਬੰਦੀ ਦੇ ਆਗੂ ਨਾਲ ਸਨ। ਜਦੋਂ ਉਹਨਾਂ ਨੂੰ ਇਹ ਬੇਨਤੀ ਕੀਤੀ ਉਹ ਕਹਿੰਦੇ ਮੈਂ ਬੇਨਤੀ ਨਹੀਂ ਮੰਨਣਾ, ਮੈਂ ਹੁਕਮ ਮੰਨੂਗਾ। ਜਥੇਦਾਰ ਜਗਤਾਰ ਸਿੰਘ ਜੀ ਹਵਾਰਾ ਸੁਣਨੀ ਕਿਉਂਕਿ ਮੈਂ ਇੱਥੇ ਹੀ ਬੈਠਣਾ ਚਾਹੁੰਦਾ, ਮਰਨ ਵਰਤ ਤੱਕ ਹੀ ਬੈਠਣਾ ਚਾਹੁੰਦਾ। ਪਰ ਉਹਨਾਂ ਨੇ ਜਥੇਦਾਰ ਜਗਤਾਰ ਸਿੰਘ ਜੀ ਹਵਾਰਾ ਜੀ ਦਾ ਹੁਕਮ ਮੰਨ ਕੇ ਸਾਨੂੰ ਸਾਰਿਆਂ ਨੂੰ ਧੰਨਵਾਦੀ ਬਣਾਇਆ। ਡਾਕਟਰਾਂ ਨੇ, ਪੁਲਿਸ ਨੇ ਕੁਝ ਅਜੇ ਆਉਣ ਦੀ ਉਹਨਾਂ ਨੂੰ ਇਜਾਜ਼ਤ ਨਹੀਂ ਦਿੱਤੀ। ਉਹ ਵੀ ਸਮਾਂ ਰਹਿੰਦੇ ਸਾਰਿਆਂ ਨਾਲ ਵਿਚਾਰ ਕਰਕੇ ਇਸ ਦੀ ਸਟੇਜ ਤੋਂ ਮੈਂ ਇੱਥੇ ਜ਼ਰੂਰ ਇੰਟੈਲੀਜੈਂਸ ਵਾਲੇ ਵੀ ਕੁਝ ਬੈਠੇ ਹੋਣ, ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਜਥੇਦਾਰ ਸੂਰਜ ਸਿੰਘ ਨੂੰ ਇਸ ਮੋਰਚੇ ਦੇ ਵਿੱਚ ਲਿਆਂਦਾ ਜਾਵੇ, ਲਿਆਉਣ ਦੀ ਆਗਿਆ ਦਿੱਤੀ ਜਾਵੇ। ਨਹੀਂ ਅਸੀਂ ਇਹ ਵਿਚਾਰ ਕਰ ਸਕਦੇ ਹਾਂ ਕਿ ਅਸੀਂ DMC ਦੇ ਅੱਗੇ ਧਰਨਾ ਲਾ ਕੇ ਉਸ ਨੂੰ ਅਸੀਂ ਬੰਦ ਕਰ ਦਈਏ। ਇਹ ਫੈਸਲਾ DMC ਦੀ ਮੈਨੇਜਮੈਂਟ ਨੇ ਕਰਨਾ ਹੈ ਕਿ ਧੱਕੇ ਨਾਲ ਕਿਸੇ ਵਿਅਕਤੀ ਨੂੰ ਉਹਨੇ ਬੰਦ ਕਰਕੇ ਰੱਖਣਾ ਹੈ ਜਾਂ ਉਹਨੂੰ ਰਿਹਾ ਕਰਨਾ ਹੈ। ਕਿਹੜੇ ਕਾਨੂੰਨ ਨਾਲ ਸਰਦਾਰ ਚਾਹਲ ਸਾਹਿਬ ਵੀ ਬੈਠੇ ਆ, ਜਦੋਂ ਨੇ ਵਰਤ ਕਹਿਤਾ ਹੀ ਮੈਂ ਮੁਲਤਵੀ ਕਰਦਾ ਤੇ ਫਿਰ ਕਿਉਂ ਉਹਨੂੰ ਉੱਥੇ ਰੱਖਿਆ ਜਾ ਰਿਹਾ ਹੈ। ਦੂਜੀ ਮੈਂ ਬੇਨਤੀ ਕਰਾਂ ਕਿ ਜਿਵੇਂ ਉਹਨਾਂ ਨੇ ਜਥੇਦਾਰ ਹਵਾਰਾ ਸਾਹਿਬ ਦਾ ਹੁਕਮ ਸੀ, ਇੱਥੇ ਜਥੇਦਾਰ ਬਲਦੇਵ ਸਿੰਘ ਵਡਾਲਾ ਵੀ ਆ ਗਏ, ਮੋਰਚਾ ਵੀ ਆ ਗਿਆ। ਪਿਛਲੇ ਦਿਨ ਕੌਮ ਦੇ ਸਾਡੇ ਆਗੂ ਹਨ ਵੱਡੇ, ਸਾਡੇ 20 ਮਤਭੇਦ ਹੋ ਸਕਦੇ ਹਨ ਪਰ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਵੀ ਆਪਣੀ ਇੱਕ ਕੁਰਬਾਨੀ ਹੈ, ਆਪਣਾ ਉਹਨਾਂ ਦਾ ਇੱਕ ਇਤਿਹਾਸ ਹੈ। ਉਹਨਾਂ ਨੂੰ ਅਸੀਂ ਬੇਨਤੀ ਕੀਤੀ, ਉਹਨਾਂ ਨੇ ਵੀ ਸਹਿਮਤੀ ਦਿੱਤੀ ਤੇ 2 ਵਾਰ ਇੱਥੇ ਹਾਜ਼ਰੀ ਵੀ ਭਰ ਕੇ ਗਏ। ਸੁਖਰਾਜ ਸਿੰਘ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ, ਵਿਚਾਰਾਂ ਵੀ ਹੋਈਆਂ। ਜੋ ਜਥੇਦਾਰ ਜੀ ਦਾ ਹੁਕਮ ਆ, 5 ਜਿਹੜੇ ਮੋਰਚੇ ਚੱਲ ਰਹੇ ਸਨ ਉਹਨਾਂ ਨੂੰ ਇਕੱਠੇ ਕਰਨਾ। ਦੂਜੀ ਮੈਂ ਬੇਨਤੀ ਕਰਾਂ ਜਿਹੜੀਆਂ ਕਿਸਾਨ ਜਥੇਬੰਦੀਆਂ ਦੇ ਆਗੂ ਕੀ ਉਹਦੇ ਪਿੱਛੇ ਜਿਹੜੀ ਸ਼ਕਤੀ ਸੀ ਉਹ ਸਾਰੀ ਪੰਥ ਦੀ ਸੀ, ਗੁਰੂ ਦੀ ਆਸ਼ੀਰਵਾਦ ਸੀ, ਸ਼ਹੀਦਾਂ ਦਾ ਪਹਿਰਾ ਸੀ, ਉਹ ਪੰਥ ਦੀ ਸ਼ਕਤੀ ਨਾਲ ਜਿੱਤਿਆ ਗਿਆ। ਅੱਜ ਅਸੀਂ ਸਾਰੀਆਂ ਜਥੇਬੰਦੀਆਂ ਕੋਲੇ ਹੱਥ ਬੰਨ੍ਹ ਕੇ, ਭਾਵੇਂ ਉਹ ਪੰਥ ਦੀਆਂ ਜਥੇਬੰਦੀਆਂ ਹਨ, ਪੰਥ ਦੇ ਗ੍ਰੰਥੀ ਸਭਾਵਾਂ ਹਨ, ਸਿੰਘ ਸਭਾਵਾਂ ਹਨ, ਨਿਹੰਗ ਸਿੰਘ ਜਥੇਬੰਦੀਆਂ ਹਨ, ਸਾਰਾ ਮੋਰਚਾ ਤੇ ਅਸੀਂ ਸਾਰੇ ਖੁਦ ਉਹਨਾਂ ਕੋਲੇ ਜਾ ਕੇ ਮਿੰਨਤਾਂ ਕਰਕੇ ਵੀ ਉਹਨੂੰ ਲੈ ਕੇ ਆਵਾਂਗੇ। ਇਹ ਤੋਂ ਬਿਨਾਂ ਪੰਜਾਬ ਦੇ ਜਿਹੜੇ ਹੋਰ ਭਾਈਚਾਰੇ ਆ, ਜਿਵੇਂ ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜੀ ਨਾਲ ਵੀ ਵਿਚਾਰ ਹੋਈ ਹੈ, ਉਹ ਵੀ ਆਉਣ ਵਾਲੇ ਸਮੇਂ 'ਚ ਇੱਥੇ ਹਾਜ਼ਰ ਹੋਣਗੇ। ਹਿੰਦੂ ਸਮਾਜ ਦੇ ਆਗੂ ਤਰਨ ਬਾਬਾ ਜੀ ਉਰੀ ਵੱਡੇ ਜਥੇ ਲੈ ਕੇ ਲਗਾਤਾਰ ਆ ਰਹੇ ਹਨ। ਸਮੁੱਚੇ ਪੰਜਾਬ ਨੂੰ ਆਪਾਂ ਇੱਕ ਥਾਂ ਤੇ ਖੜਾ ਕਰਕੇ ਇਸ ਧਰਤੀ ਦੇ ਉੱਤੋਂ ਬਹੁਤ ਵੱਡੀ ਜਿੱਤ ਲੈ ਕੇ ਜਾਈਏ, ਕਿਉਂਕਿ ਗੱਲਾਂ ਸਾਡੀਆਂ ਬਹੁਤ ਵੱਡੇ ਮਸਲੇ ਆ। ਇਹ ਕੋਈ ਸਾਡੀ ਵੱਡੀ ਸਮੱਸਿਆ, ਸਾਡੀ ਵੱਡੀ ਸ਼ਿਕਾਇਤ ਹੈ, ਇਹ ਵੱਡੀ ਸਾਡੀ ਮੰਗ ਨਹੀਂ। ਮੰਗਾਂ ਸਾਡੀਆਂ ਹੋਰ ਹਨ। ਅਸੀਂ ਇਸ ਹਿੰਦੁਸਤਾਨ ਨਾਲ 10 ਲੱਖ ਲੋਕਾਂ ਨੂੰ ਕਤਲ ਕਰਵਾ ਕੇ ਆਪਣੀ ਕਿਸਮਤ ਜੋੜੀ 15 ਅਗਸਤ 1947 ਨੂੰ, ਉਸ ਤੋਂ ਬਾਅਦ ਲਗਾਤਾਰ ਸਾਡਾ ਕਤਲੇਆਮ ਹੋ ਰਿਹਾ ਹੈ। ਅਸੀਂ ਆਪਣੇ ਇਸ ਦੇਸ਼ 'ਚ ਆਏ ਕਿਉਂ, ਕਿਹੜੀਆਂ ਗੱਲਾਂ ਕਹੀਆਂ ਗਈਆਂ, ਕਿਵੇਂ ਅਸੀਂ ਭਵਿੱਖ 'ਚ ਰਹਿਣਾ ਚਾਹੁੰਦੇ ਹਾਂ, ਇਹ ਸਮੁੱਚੀ ਕੌਮ ਦੇ ਆਗੂਆਂ ਨੇ ਬੈਠ ਕੇ ਫੈਸਲਾ ਕਰਨਾ ਹੈ ਤੇ ਫੈਸਲਾ ਦਿੱਲੀ ਦੀ ਸਰਕਾਰ ਨੇ ਵੀ ਕਰਨਾ ਹੈ। ਮੈਂ ਇੱਕ ਬੇਨਤੀ ਤੁਹਾਡੇ ਚਰਨਾਂ 'ਚ ਬੜੀ ਨਿਮਰਤਾ ਨਾਲ, ਬੜੀ ਜ਼ਿੰਮੇਵਾਰੀ ਨਾਲ ਕਹਿਣਾ ਚਾਹੁੰਦਾ ਕਿ ਸਾਡੀ ਵਸੋਂ 3 ਕਰੋੜ ਹੋਰ ਇਨਸਾਫ ਪਸੰਦ ਲੋਕ ਵੀ ਵੱਖ-ਵੱਖ ਸਟੇਟਾਂ ਦੇ, ਜਿਵੇਂ ਇੱਥੇ ਪਿੱਛੇ ਸੈਮੀਨਾਰ ਹੋਏ, ਤਾਮਿਲਨਾਡੂ ਵਾਲੇ ਆਏ, ਅਸਾਮ ਵਾਲੇ ਆਏ, ਕਸ਼ਮੀਰ ਵਾਲੇ ਆਏ, ਜਿਹੜੇ ਲੋਕ ਇਨਸਾਫ ਲਈ ਲੜ ਰਹੇ ਹਨ। ਜੇ ਅਸੀਂ ਇੱਕ ਦਿਨ ਆਪਣੇ ਘਰਾਂ 'ਤੇ ਬੈਠ ਕੇ 10 ਮਿੰਟ 20 ਮਿੰਟ ਆਪਾਂ ਆਪਣੇ ਝੰਡੇ ਚੜ੍ਹਾ ਦਈਏ ਤਾਂ ਕੋਈ ਦੁਨੀਆ ਦੀ ਤਾਕਤ ਇਹਨਾਂ ਨੂੰ ਅੰਦਰ ਹੀ ਨਹੀਂ ਰੱਖ ਸਕਦੀ। ਸਾਡੇ ਸਾਰੇ ਰਾਜ ਵੀ ਦੇ ਸਕਦੀ ਹੈ, ਪਰ ਢਿੱਲਾਂ ਸਾਡੇ ਵਿੱਚ ਵੀ ਹੈ। ਅਸੀਂ ਉਹਨਾਂ ਢਿੱਲਾਂ ਨੂੰ ਦੂਰ ਕਰਨ ਦਾ ਯਤਨ ਕਰੀਏ। ਆਪਣੇ ਮਨਾਂ ਦੇ ਜੇ ਕੋਈ ਵਖਰੇਵੇਂ ਆ, ਸਾਡੇ ਆਪਦੀਆਂ ਧੜੇਬੰਦੀਆਂ ਉਹਨਾਂ ਨੂੰ ਰੱਖੀਏ। ਪਰ ਜਿੱਥੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਵਾਲ ਆ, ਜੇ ਅਸੀਂ ਉੱਥੇ ਵੀ ਰਾਜਸੀ ਧੜੇਬੰਦੀਆਂ ਜਾਂ ਆਪਣੇ ਵਖਰੇਵੇਂ ਆਪਣੀਆਂ ਇਹੋ ਜਿਹੀਆਂ ਗੱਲਾਂ ਪਾਲਾਂਗੇ ਤਾਂ ਇਹ ਫਿਰ ਸਾਨੂੰ ਗੁਰੂ ਦੇ ਅੱਗੇ ਵੀ ਦੇਣਦਾਰੀ ਹੋਣੀ ਪੈਣੀ ਹੈ। ਇਸ ਜਹਾਨ ਦੇ ਵਿੱਚ ਵੀ ਸਾਨੂੰ ਜਵਾਬ ਦੇਣੇ ਪੈਣੇ ਤੇ ਅਗਲੇ ਜਹਾਨ 'ਚ ਵੀ ਦੇਣੇ ਪੈਣੇ ਆ, ਕਿਉਂਕਿ ਗੁਰੂ ਗ੍ਰੰਥ ਸਾਹਿਬ ਕੇਵਲ ਸਿੱਖਾਂ ਦਾ ਨਹੀਂ, ਗੁਰੂ ਗ੍ਰੰਥ ਸਾਹਿਬ ਮਨੁੱਖਤਾ ਦਾ ਵੀ ਹੈ ਤੇ ਮਨੁੱਖਤਾ ਦੇ ਨਾਲ ਸਮੁੱਚੇ ਬ੍ਰਹਿਮੰਡ ਦਾ, ਜੀਵ ਜੰਤੂਆਂ ਦਾ, ਬਨਸਪਤੀ ਦਾ, ਸਮੁੱਚੀ ਬਨਸਪਤੀ 'ਚ ਸਤਿਗੁਰੂ ਦੀ ਬਾਣੀ ਦੀਆਂ ਤਰੰਗਾਂ ਸ਼ਾਂਤੀ ਬਖਸ਼ਦੀਆਂ ਹਨ।
ਇਹ ਸਮੁੱਚੀ ਮਨੁੱਖਤਾ ਦਾ ਸਵਾਲ ਹੈ, ਸਮੁੱਚੇ ਬ੍ਰਹਿਮੰਡ ਦੀ ਸ਼ਾਂਤੀ ਦਾ ਸਵਾਲ ਹੈ। ਇੱਥੇ ਖੜ੍ਹ ਕੇ ਵੀ ਜੇ ਅਸੀਂ ਕੋਈ ਗੱਲ ਨਾ ਕਰੀਏ ਤਾਂ ਅਸੀਂ ਜਿਵੇਂ ਭਾਈ ਗੁਰਦਾਸ ਨੇ ਕਿਹਾ ਕਿ ਅਸੀਂ ਇਸ ਧਰਤੀ ਦੇ ਉੱਤੇ ਸਭ ਤੋਂ ਵੱਡਾ ਜਿਹੜਾ ਭਾਰ ਆ ਉਹ ਕਿਰਤ ਘਣਾ ਦਾ ਹੈ। ਅਸੀਂ ਕਿਰਤ ਘਣਾ 'ਚ ਨਾ ਖੜ੍ਹੇ ਹੋਈਏ। ਮੈਂ ਫੇਰ ਥੋੜ੍ਹਾ ਸਮਾਂ ਵੱਧ ਲੈ ਗਿਆ, ਮੈਂ ਘੱਟ ਚਾਹੁੰਦਾ ਸੀ। ਸਰਦਾਰ ਬਲਵੀਰ ਸਿੰਘ ਨੇ ਕਿਹਾ ਨਹੀਂ 2-4 ਮਿੰਟ ਬੋਲੋ। ਮੈਂ ਚਾਹੁੰਦਾ ਸੀ ਕਿ ਅੱਜ ਜਿਹੜੇ ਮਹਾਂਪੁਰਖ ਆਏ ਆ ਬਾਬਾ ਬਲਜੀਤ ਸਿੰਘ ਦੇ ਉਦਮ ਉਪਰਾਲੇ ਨਾਲ, ਉਹਨਾਂ ਦੇ ਸਹਿਯੋਗ ਤੇ ਅਗਵਾਈ 'ਚ ਅਸੀਂ ਉਹਨਾਂ ਦੇ ਵਿਚਾਰ ਸੁਣੀਏ। ਫਿਰ ਮੈਂ ਬੜੀ ਨਿਮਰਤਾ ਨਾਲ, ਬਹੁਤ ਸਤਿਕਾਰ ਨਾਲ ਸਮੁੱਚੀ ਸਾਧ ਸੰਗਤ ਨੂੰ ਫਤਿਹ ਬੁਲਾਉਂਦਾ ਹੋਇਆ ਖਿਮਾ ਚਾਹੁੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਉਹਨਾਂ ਸਿੰਘਾਂ ਦਾ ਵੀ ਬਹੁਤ ਧੰਨਵਾਦੀ ਹਾਂ ਜਿਹੜੇ 7 ਤਰੀਕ ਤੋਂ ਜਿਵੇਂ ਸਰਦਾਰ ਜਬਰਜੰਗ ਸਿੰਘ ਜੀ ਉਰੀ ਹੈ, ਸਰਦਾਰ ਗੁਰਸੇਵਕ ਸਿੰਘ ਜੀ ਉਰੀ ਹੈ, ਇਹਨਾਂ ਨੇ ਵਾਅਦੇ ਕੀਤੇ ਆ, ਵੱਡੀਆਂ ਫੌਜਾਂ ਨਾਲ ਲੈ ਕੇ ਆਏ ਆ ਕਿ ਅਸੀਂ ਹੁਣ ਮੋਰਚੇ ਦੀ ਜਿੱਤ ਤੋਂ ਬਾਅਦ ਹੀ ਜਾਵਾਂਗੇ। ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਗੁਰਦੀਪ ਸਿੰਘ ਜੀ ਬਠਿੰਡਾ ਦਾ। ਮੈਂ ਬੇਨਤੀ ਕਰਾਂਗਾ ਸੁਖਵਿੰਦਰ ਸਿੰਘ ਜੀ ਮੰਡੇਫਰ, ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ, ਉਹ ਸੰਗਤਾਂ ਦੇ ਦਰਸ਼ਨ ਕਰਨ। ਉਸ ਤੋਂ ਬਾਅਦ ਬੀਬੀ ਬਲਜਿੰਦਰ ਕੌਰ ਜੀ ਖਾਲਸਾ, ਉਹ ਤਿਆਰ ਰਹਿਣ। ਸਾਧ ਸੰਗਤ ਜੀ, ਜਿਹੜੀ ਸੰਗਤ ਬਾਹਰ ਖੜੋਤੀ ਹੈ ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਆਜੋ ਪੰਡਾਲ 'ਚ ਸਾਜੀਏ। ਥੋੜ੍ਹਾ ਟਾਈਮ ਹੋਰ ਰਹਿ ਗਿਆ ਹੈ। ਜਿਹੜੇ ਵਿਦਵਾਨ ਪੁਰਸ਼ ਆਪਣੇ ਕੋਲ ਆਏ ਉਹਨਾਂ ਦੇ ਵਿਚਾਰ ਸੁਣੀਏ। ਨਾਲੇ ਮੈਨੂੰ ਭਾਈ ਇੰਦਰਵੀਰ ਸਿੰਘ ਜੀ ਨੇ ਹੁਣੇ ਮੈਸੇਜ ਦਿੱਤਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਹੈ, ਜੋ ਕਿ ਮਾਘੀ ਮੇਲੇ ਤੋਂ ਬਾਅਦ ਉਹਨਾਂ ਦਾ ਮੈਸੇਜ ਆਇਆ ਸੀਗਾ ਕਿ ਅਸੀਂ ਕੌਮੀ ਮੋਰਚੇ 'ਚ ਕੱਲ੍ਹ ਹੀ ਜਾਂ ਸ਼ਾਮ ਤੱਕ ਜਾਂ ਪਰਸੋਂ ਸਵੇਰ ਤੱਕ ਪਹੁੰਚ ਰਹੇ ਨੇ। ਉਹਨਾਂ ਵੱਲੋਂ ਵੀ ਇੱਕ ਮੈਸੇਜ ਆ ਚੁੱਕਿਆ ਹੈ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚੌਹਾਂ ਛਤਰਾਂ ਦੇ ਮਾਲਕ ਸ਼ਬਦ ਗੁਰੂ ਬਾਣੀ ਕੇ ਜਹਾਜ਼, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਬੈਠੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਆਓ ਫਤਿਹ ਦੀ ਸਾਂਝ ਫਤਿਹ ਨਾਲ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਸਾਡੇ ਕੌਮ ਦੇ ਯੋਧੇ ਜਥੇਦਾਰ ਹਵਾਰਾ ਸਾਹਿਬ ਜੀ ਤੇ ਹੋਰ ਸਾਡੇ ਸਿੰਘ ਜਿਹੜੇ ਵੱਖ-ਵੱਖ ਜੇਲ੍ਹਾਂ ਵਿੱਚ ਸਜ਼ਾ ਪੂਰੀ ਕਰਕੇ ਇਸ ਸਰਕਾਰ ਦੀ ਨਾਕਾਮੀ, ਕਿਉਂਕਿ ਸਰਕਾਰਾਂ ਬਹੁਤ ਬਦਲੀਆਂ ਤੇ ਟਾਰਗੇਟ ਹਮੇਸ਼ਾ ਸਿੱਖ ਹੁੰਦੇ ਨੇ ਤੇ ਸਿੱਖਾਂ ਨੂੰ ਟਾਰਗੇਟ ਇਸ ਕਰ ਵੀ ਬਣਾਇਆ ਜਾਂਦਾ ਹੈ ਕਿ ਸਿੱਖ, ਜਿਸ ਤਰ੍ਹਾਂ ਕਿ ਕਿਸਾਨ ਅੰਦੋਲਨ ਦੇ ਵਿੱਚ ਸਿੱਖਾਂ ਨੇ ਅਗਵਾਈ ਕੀਤੀ, ਫਤਿਹ ਹਾਸਲ ਕੀਤੀ ਤੇ ਉਹਨਾਂ ਨੂੰ ਪਤਾ ਹੈ ਕਿ ਅਗਰ ਇਹਨਾਂ ਨੂੰ ਟਾਰਗੇਟ ਨਹੀਂ ਕੀਤਾ ਤੇ ਇਹ ਦਿੱਲੀ ਦੇ ਤਖਤ ਤੱਕ ਵੀ ਹਿਲਾ ਸਕਦੇ ਨੇ। ਤੇ ਮੈਂ ਬਹੁਤ ਬੜਾ ਕੋਈ ਮੈਸੇਜ ਨਹੀਂ, ਇੱਕ ਛੋਟਾ ਜਿਹਾ ਮੈਸੇਜ ਸਾਰੀ ਜਥੇਬੰਦੀਆਂ ਵੱਲੋਂ, ਸਾਰੇ ਸਿੰਘ ਸਭਾਵਾਂ ਵੱਲੋਂ, ਕਿਸਾਨ ਯੂਨੀਅਨਾਂ ਵੱਲੋਂ ਕਿ ਭਾਈ ਜਿਹੜੇ ਜਿੱਥੇ ਵੀ ਹੈ ਸਾਰੇ ਇਕੱਠੇ ਹੋ ਜਾਣ। ਜਿਹੜੇ ਕਿ ਵਾਰ-ਵਾਰ ਇਹ ਕਹਿ ਰਹੇ ਕਿ ਜਥੇਦਾਰ ਹਵਾਰਾ ਸਾਹਿਬ ਦਾ ਹੁਕਮ ਵੀ ਆ, ਇਹ ਹੁਕਮ ਨੂੰ ਹੀ ਮੰਨ ਲਓ, ਕਿਉਂਕਿ ਅਪੀਲਾਂ ਤੇ ਅਸੀਂ ਵੀ ਬਹੁਤ ਸਟੇਜਾਂ ਤੋਂ ਆਪ ਜੀ ਨੂੰ ਕਰ ਚੁੱਕੇ ਹਾਂ। ਹੁਣ ਹੁਕਮ ਹੀ ਮੰਨ ਲਓ ਕਿ ਅਸੀਂ ਇਕੱਠੇ ਹੋ ਜਾਓ। ਸਾਡੇ ਵਖੇਰੇ ਬਹੁਤ ਹੋ ਸਕਦੇ ਨੇ, ਸਾਡੇ ਗਿੱਲੇ ਰੋਸੇ ਵੀ ਬਹੁਤ ਹੋ ਸਕਦੇ ਨੇ, ਪਰ ਇਕੱਠੇ ਹੋ ਜਾਈਏ। ਮੈਂ ਅੱਜ ਜਥੇਦਾਰ ਬਲਜੀਤ ਸਿੰਘ ਜੀ ਦਾਦੂਵਾਲ ਦੇ ਨਾਲ ਸਾਰੇ ਆਪਣੇ ਸੰਤ ਸਮਾਜ ਤੇ ਸਾਡੇ ਹਰਿਆਣੇ ਦੇ ਕੁਝ ਮੈਂਬਰ ਵੀ ਆਏ ਨੇ, ਮੈਂ ਸਾਰਿਆਂ ਦਾ ਧੰਨਵਾਦ ਤੇ ਉਰੇ ਮੈਨੇਜਮੈਂਟ ਸਾਹਿਬ ਦਾ ਧੰਨਵਾਦ। ਭੁੱਲਾਂ ਹੋ ਗਈਆਂ ਤੇ क्षमा ਮੰਗਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ। ਬਹੁਤ ਸੀਮਿਤ ਸ਼ਬਦਾਂ 'ਚ ਆਪਣੀ ਗੱਲ ਕਹਿ ਕੇ ਗਏ ਨੇ। ਮੈਂ ਬੇਨਤੀ ਕਰਾਂਗਾ ਬਲਜਿੰਦਰ ਕੌਰ ਜੀ ਖਾਲਸਾ ਜੀ ਉੱਥੇ ਮੌਜੂਦ ਨੇ ਤੇ ਜ਼ਰੂਰ ਆਉਣ ਮੰਚ ਤੇ। ਉਸ ਤੋਂ ਬਾਅਦ ਮੈਂ ਬੇਨਤੀ ਕਰਾਂਗਾ ਐਡਵੋਕੇਟ ਚਾਹਲ ਸਾਹਿਬ ਜੀ ਨੂੰ ਕਿ ਉਹ ਆਈ ਸੰਗਤਾਂ ਦਾ ਧੰਨਵਾਦ ਕਰਨ ਤੇ ਉਸ ਤੋਂ ਬਾਅਦ ਭਾਈ ਦਾਦੂਵਾਲ ਜੀ ਸੰਗਤਾਂ ਦੇ ਦਰਸ਼ਨ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ
जुगो जुग अटल धन गुरु ग्रंथ साहिब जी के चरणों में बैठी प्यारी साध संगत जी, दसम पातशाह पुत्रां दे दानी धन गुरु गोबिंद सिंह साहिब जी की बख्शिश की फतेह की सांझ पाओ। सारी संगत ने बड़े अदभुत सत्कार नाल बोलना है जी। वाहेगुरु जी का खालसा, वाहेगुरु जी की फतेह। साध संगत जी, असी अपने आप को बड़े बड़े भागे समझते हाँ कि असी सिख कौम विच जन्म लिया, क्योंकि अज आपां हवारा जी देखो साढ़े वास्ते ही वो जेलों विच गए ने। जे साढ़े सिरां ते दस्तारां सजियां ने, धन गुरु गोबिंद सिंह साहिब जी ने जदों चमकौर गढ़ी छड्डी ते उन्हां दे सामने पुत्तर शहीद पए ने, ते सिख आखदे ने इन्हां पुत्तरां ते कफन पा दिओ। पर धन गुरु गोबिंद सिंह साहिब जी आखदे ने जे कफन पावांगा ते सबना ते पावांगा, नहीं ते किसे ते भी नहीं पावांगा। आगूदी सिंह आखदे ने गरीब तो गरीब मापे जग विच पए ने, कफना बगैर 10 पुत किदे गए ने। अगो धन गुरु गोबिंद सिंह साहिब जी दया सिंह नूं आखदे ने, दया सिंह क्यों बन्नी जाना मोह दियां फमियां, सिक्खी दियां वाटा हजे होर भी ने लम्मियां। धन गुरु गोबिंद सिंह साहिब जी ए देश देश ना हुंदा अगर गुरु दशमेश ना हुंदा। जे इस देश नूं सजाया ते धन गुरु गोबिंद सिंह साहिब जी ने। साध संगत जी, जे मंदिरां विच दीवे जगदे ने वो भी गुरुआं ने अपनियां कुर्बानियां दित्तियां ने। ते जिहड़े अज जेलां विच साडे वीर बैठे ने, उन्हां ने इस पग नूं कायम करन वास्ते अपनियां जवानियां रोल छड्डियां ने। उन्होंने अपने जवानियां की परवाह नहीं की। साध संगत जी, आप अज इकट्ठे होए इस मोर्चे विच। जदों सिख घर बच्चा जन्म लैंदा ना, सरकारां नूं अतवादी का नाम दे देंदियां ने। जदों दिल्ली मोर्चे विच किसान मोर्चा लग्या, जे उत्थे सिख ना पहुंचदे ते साध संगत जी वो मोर्चा कदे नहीं सी जित्तिया जाना। अज आप इकट्ठे होके बैठे हाँ धन गुरु गोबिंद सिंह साहिब जी दे आपां लाडलियां फौजां वां लाडले धियां पुत्तरां। साध संगत जी, उन्होंने जो सानू सिख दिती है, उन्होंने अपने बिंदी पुत्तरां नूं अपनी गोदी विच नहीं बिठाया, नादी पुत्तरां नूं अपनी गोदी विच बिठाया। अपने पुत्तरां नूं परां कट के परां करके खालसे नूं अपनी गोद विच लै लिया। धन गुरु गोबिंद सिंह साहिब जी ने अपना कमर कस्सा नहीं खोलिया अपने पुत्रां दे मुख कज्जन वास्ते। जे कमर कस्सा खोलिया ते महा सिंह वास्ते खोल दिता, उन्हां दा मुख पोज दिता। साध संगत जी, धन गुरु गोबिंद सिंह साहिब जी ने सानू सजाया है। यह खालसा सजिया पिया। जे धन गुरु गोबिंद सिंह साहिब जी धर्म नूं सामने रख के सामने ना रखदे, उन्हां दा परिवार बच जाना सी। सामने धर्म रखिया ते उन्हां दा परिवार खेरू खेरू हो गया। धन गुरु गोबिंद सिंह साहिब जी अपना परिवार बचा सकते सी, पर साध संगत जी उन्होंने सिख कौम नूं इस देश नूं बचाउण वास्ते अपना सारा परिवार इस देश कौम तो कुर्बान कर दिता। अज आप इकट्ठे होए संत बाबा बलजीत सिंह की गवाही विच, अज बड़ियां जथेबंदियां इकट्ठे होके आए। साध संगत जी, बड़ा मान प्राप्त हुंदा है जदों असीं सिख कौम दे विच विचरने आ। क्योंकि मैं तो हुणे हुणे 5 से 6 साल होए ने, ज्यों ज्यों संत बाबा बलजीत सिंह कौम विच विचरदे ने, यह कौम दे योधे भी ने, हीरे ने। इन जदों एक पंथ की गवाही करके तुरदे ने, सानू नाल तुरना चाहिए। जिस तरह संत भिंडरां वाले किवें दरबार साहब विच उन्हां दी शहीदी होई, वो एक सिख कौम का जज्बा, सिख कौम विच जज्बा पैदा करके गए ने। अज जड़े सिख वीर साडे जथेबंदी जड़े जथेदार जेलों विच बैठे ने, साध संगत जी सानू एकजुट होके उन्हां सरकारां दा मुकाबला करिए। जिवें दिल्ली विच असीं सरकारां मोदी वर्गियां नूं झुकना पै गया। साध संगत जी, साडी तां फर्ज बनदा है इकट्ठे होके आपां एक जज्बा पैदा करिए कि मोदी इत्थे भी अपने मोदी नूं इत्थे भी अपना सिर झुकाना पवे। साध संगत जी, सरकारां कुछ आखदियां करी कुछ जांदियां, पहरावा उत्तों उत्तों पाया, पर करना उन्होंने जो सिख कौम नाल उन्होंने अपनी दुश्मनी निभानी आ। इस करके आपां अज इकट्ठे होए हाँ, क्योंकि धन गुरु गोबिंद सिंह साहिब जी ने चमकौर गढ़ी विच जदों बाबा अजीत सिंह उठिया,
आखन लगा पिता जी मेरी वारी है, मैं शहीद होना। उस टाइम धन गुरु गोबिंद सिंह साहब जी आखदे ने पुत्रा अज तू गल विच पल्लू पा के मेरे सामने खड़े है, मैनू बड़ा मान होया है। याद रखी इस देश कौम विच जदों भी कोई भारी पेगी पुत्रा तेरे वर्गे अजीत सिंह उठणगे ते देश कौम वास्ते जूंझ के शहीद होणगे। अज मैं जवान पुत्रा जवान वीरां के बेनती करती हाँ कि धन गुरु गोबिंद सिंह साहब जी ने अपने चारों लाला विचों एक लाल भी नहीं रखिया सिख कौम ने इस देश नूं सजाण वास्ते। इस करके सारी संगत दे चरनां विच बेनती है कि वध तो वध इत्थे आण के अपनी हाजरी भरो ते जेड़े सिख वीर जेलां विच कैद कीते ने आपां उन्हां नूं छुड़वाईए। इन्नियां हाजरियां प्रवान करनियां, होइयां गलतियां दी खिमा करनी, गज के बुलाओ फतेह। वाहिगुरू जी का खालसा वाहिगुरू जी की फतेह। बहुत बहुत धन्यवाद भैन जी का। मैं बेनती करांगा एडवोकेट अमर सिंह जी चाल नूं, उस तो बाद बाबा बलजीत सिंह जी दादूवाल, उन्हां नूं बेनती है कि वो संगतां दे दर्शन करनगे। एडवोकेट अमर सिंह जी चाल। साध संगत जी वाहिगुरू जी का खालसा वाहिगुरू जी की फतेह। अज बहुत ही पवित्र दिहाड़ा है जदों सच्चे पातशाह दसम पातशाह ने 40 ਸਿੰਘਾਂ ਦਾ ਮੁਕਤੀ ਦਾ ਵਰ ਦਿੱਤਾ ਸੀ। ਅਸੀਂ बड़ी छोटी जी मैं गल करांगा। आपां सिखां दियां जो परंपरावां ने कमाल दियां ने। सिख वो गल सिरे दी कर जांदे ने जिहड़े पहले इतिहास तो बहुत वड्डी हुंदी है। चंबे दी धरती ते सिखां ने वो गल कर विखाई जिहड़ा किते सरबत खालसा पहले कदी नहीं सी होया। कमाल कर दित्ती सिख साहिबान ने जदों जगतार सिंह जी हवारा नूं जथेदार अकाल तख्त दा थापिया गया है ते किन्ना चिर बोले सो निहाल दे जकारे लगते रहे ने, कदी इतिहास पहले नहीं होया। खालसा पंथ ने बाकी भी जिहड़े सी जथेदार साहब वो थाप दिते, उस दिन बड़ी वड्डी परंपरा सी। थोड़ी जी गल मुश्किल जे पै गई, जथेदार साहब इकट्ठे नहीं चल सके। बड़ी कोशिश की जथेदार जगतार सिंह जी हवारा को दोबारा जेल च जाके दास चाहता रहा। उन्हां दे धर्म पिता बाबू गुरचंद सिंह जी जाते रहे ने, साथ दिलशाद सिंह मेरे दूजे वकील भाई ने वो भी जाते रहे ने, होर भी सज्जन जाते रहे ने। बड़ी उन्होंने हर कदम ते ये अपील की खालसा पंथ नूं जथेदार साहबां नूं भी इकट्ठे रह के पंथ की नैया नूं अगे तोरो। नहीं गल बनी। जदों साडा बरगाड़ी का मोर्चा टुट के सिख पंथ दे विच वाहवा ही निराशता आ गई, असी फिर जथेदारां साहबानां नूं जथेदार जगतार सिंह दी वारा दे कहण ते चंडीगढ़ के गुरुद्वारा साहब च इकत्तरता की। लेकिन जथेदार साहबान फिर भी जेड़े इकट्ठे नहीं होए। नतीजा ये आया कि हवारा साहब नूं एक कमेटी बनाउणी पै गई। वो कमेटी जिहड़ी हैगी आ 2015 तो पंथ की नैया नूं कई तरह के जिहड़े ने कदम चुक के अगे ले जाण दी कोशिश कीती आ। उहदा नतीजा अज तुहाडे सामने आ। एक मैं साहब बठिंडा साहब एक गल कह गए ने, साबका जथेदार साहब दादूवाल साहब नूं, मैं नहीं इस गल नाल सहमत। ना कदी सरबत खालसा होवे ते ना दादूवाल साहब नूं असीं जथेदारी तो लांभे करिए ते साबका बनाइए, ये नहीं गल मननी। ये गल परंपरा के तौर पर भी ठीक नहीं। ये पता नहीं तुसी संगत के रूप से फैसला कर लियो भी दादूवाल साहब का दमदमा साहब के तख्त ते जाके एक अस्तीफा रख देना गुरु ग्रंथ साहब के सामने। आया परंपरा दे विच किस तरह आउंदा है? मेरे ख्याल नहीं आता। तुसी बहुत मेरे नाल चंगे विद्वान बैठे हाँ,
ਸੋ ਬੇਨਤੀ ਤੁਹਾਡੇ ਸਾਹਮਣੇ, ਮੈਂ ਜਗਤਾਰ ਸਿੰਘ ਜੀ ਹਵਾਰਾ ਦੀ ਕਮੇਟੀ ਦੇ ਮੈਂਬਰ ਦੇ ਤੌਰ ਤੇ ਜਥੇਦਾਰ ਦਾਦੂਵਾਲ ਸਾਹਿਬ ਨੂੰ ਇਹ ਕਹਾਂਗਾ ਵੀ ਆਪਣੇ ਅਸਤੀਫੇ ਭੁੱਲ ਜਾਓ। ਅਸੀਂ ਤੁਹਾਡੀਆਂ ਬਾਕੀ ਦੀਆਂ ਜਿਹੜੀਆਂ ਕਾਰਵਾਈਆਂ ਹੈ ਉਹ ਪੰਥਕ ਵਿਚਾਰ ਦੇ ਤੌਰ ਤੇ ਸੋਚਾਂਗੇ, ਲੇਕਿਨ ਦਮਦਮਾ ਸਾਹਿਬ ਦੇ ਜਥੇਦਾਰ ਤੁਸੀਂ ਹੈਗੇ ਆ, ਤੁਹਾਨੂੰ ਚੱਲਣਾ ਚਾਹੀਦਾ ਏ। ਜੇ ਤੁਸੀਂ ਅਸਤੀਫਾ ਦੇ ਕੇ ਕੋਈ ਮਹਿਸੂਸ ਕਰਦੇ ਗਲਤੀ ਕੀਤੀ ਹੈ ਤੇ ਇਸ ਸੰਗਤ ਦੇ ਕੋਲ ਇਹ ਮਹਿਸੂਸ ਕਰ ਜਾਓ। ਇਹ ਪੰਥ ਦੀ ਨਈਆ ਲਈ ਜਥੇਦਾਰਾਂ ਦੀ ਸਾਨੂੰ ਬਹੁਤ ਲੋੜ ਹੈ। ਇਸ ਕਰਕੇ ਜਥੇਦਾਰ ਹਵਾਰਾ ਤੇ ਨਾਲ ਚੱਲ ਕੇ ਤੁਸੀਂ ਇਸ ਪੰਥ ਦੇ ਵਿੱਚ ਦੁਬਾਰਾ ਆਪਣੀ ਸੇਵਾ ਲਓ। ਲੇਕਿਨ ਇਸ ਤਰ੍ਹਾਂ ਦੀ ਸੇਵਾ ਮੇਰੇ ਖਿਆਲ ਪੰਥ ਪ੍ਰਵਾਨ ਨਹੀਂ ਕਰੇਗਾ। ਪਰ ਅਸੀਂ ਤੁਹਾਨੂੰ ਸਹਿਯੋਗ ਦਿੰਦੇ ਹਾਂ। ਪੰਥ ਦਾ ਸਹਿਯੋਗ ਲੈਣਾ ਹੈ ਤੇ ਪੰਥ ਦੇ ਨਾਲ ਚੱਲੋ, ਪੰਥ ਦਾ ਹਿੱਸਾ ਬਣੋ। ਜਥੇਦਾਰੀ ਬਹੁਤ ਵੱਡੀ ਉਪਾਧੀ ਸੀ ਤੁਹਾਡੇ ਕੋਲ, ਉਸ ਉਪਾਧੀ ਤੋਂ ਪਿੱਛੇ ਨਾ ਹਟੋ। ਮੈਂ ਅਸੀਂ ਤੇ ਇੰਨੀ ਬੇਨਤੀ ਕਰ ਸਕਦੇ ਹਾਂ। ਇਸ ਤਰ੍ਹਾਂ ਦੀ ਉਪਾਧੀ ਮੈਂ ਹੁਣੇ ਬੇਨਤੀ ਕੀਤੀ, ਇਤਿਹਾਸ ਤੇ ਕਦੀ ਨਹੀਂ ਕਿਸੇ ਨੂੰ ਮਿਲੀ। ਤੇ ਜੇ ਤੁਸੀਂ ਏਡੀ ਵੱਡੀ ਉਪਾਧੀ ਇਤਿਹਾਸਿਕ ਤੌਰ ਤੇ ਜਿਹੜੀ ਹੈ ਇਸ ਤਰ੍ਹਾਂ ਦਰਕਨਾਰ ਕੀਤੀ ਹੈ ਤੇ ਪੰਥ ਲਈ ਨੁਕਸਾਨਵੰਦ ਹੈ। ਸੋ ਬੇਨਤੀ ਹੈ, ਆ ਹੁਣੇ ਇੱਕ ਕਿਸਾਨ ਆਗੂ ਕਹਿ ਕੇ ਗਏ ਨੇ, ਜਥੇਦਾਰ ਵਾਰਾ ਸਿੰਘ ਦੇ ਜਮਾਤੀ, ਚਾਹੇ ਉਹਨਾਂ ਦੇ ਪਿੰਡ ਦੇ ਲਾਗੇ ਨੇ, ਮੈਂ ਵੇਖ ਕੇ ਹੈਰਾਨ ਹੋ ਗਿਆ। ਮੈਂ ਆਪਣੀ ਵੱਲ ਵੀ ਗਿਆ ਸ਼ਕਲ ਵੇਖਦਾ, ਜਦੋਂ 1996 ਤੋਂ ਜਥੇਦਾਰ ਹਵਾਰਾ ਦਾ ਕੇਸ ਲੜਨਾ ਪਿਆ ਤਾਂ ਅੱਜ ਤੱਕ ਉਹਨਾਂ ਨੂੰ ਮਿਲਦੇ ਨੇ। ਉਹਨਾਂ ਦੇ ਸਨਮੁਖ ਕੋਈ ਵੀ ਸੱਜਣ ਹੋਵੇ, ਉਹਨਾਂ ਨੂੰ ਵੇਖ ਕੇ ਤੁਸੀਂ ਹੈਰਾਨ ਹੋ ਜਾਓਗੇ। ਉਹਨਾਂ ਦੇ ਜੋ ਚਿਹਰੇ ਤੇ ਨੂਰ ਹੈ, ਇਹ ਤਾਂ ਬਜ਼ੁਰਗ ਲੱਗਦੇ ਨੇ ਜਿਹੜੇ ਉੱਥੇ ਸਪੀਚ ਦੇ ਗਏ ਨੇ। ਜਥੇਦਾਰ ਜਗਤਾਰ ਸਿੰਘ ਹਵਾਰਾ ਉਸੇ ਤਰ੍ਹਾਂ ਦੇ ਦੀਵਾਨ ਨੇ ਜਿਸ ਤਰ੍ਹਾਂ 1996 'ਚ ਮੈਂ ਦੇਖੇ ਸੀ। ਕਿੰਨੀ ਰਹਿਮਤ ਇਹ ਸੱਚੇ ਪਾਤਸ਼ਾਹ ਦੀ ਹੈ। ਤੇ ਜਿਨ੍ਹਾਂ ਨੂੰ ਇਸ ਤਰ੍ਹਾਂ ਦਾ ਆਗੂ ਮਿਲਿਆ ਹੋਵੇ ਤੇ ਇੱਕ ਸੰਤ ਦੇ ਲਿਬਾਸ ਦੇ ਵਿੱਚ ਜਥੇਦਾਰ ਦਾਦੂਵਾਲ ਸਾਹਿਬ ਮਿਲੇ ਹੋਣ, ਤੇ ਫਿਰ ਆਪਾਂ ਇਕੱਠੇ ਨਾ ਚੱਲੀਏ ਤੇ ਕਿਹਦਾ ਕਸੂਰ ਏ? ਆਪਾਂ ਨੂੰ ਦੁਖੀ ਹਿਰਦੇ ਨਾਲ ਇਹ ਗੱਲਾਂ ਕਹਿਣੀਆਂ ਪੈਂਦੀਆਂ ਨੇ। ਆਓ, ਅਸੀਂ ਪਹਿਲੇ ਵੀ ਆਵਾਜ਼ ਦਿੱਤੀ ਸੀ ਕਿ ਜਥੇਦਾਰ ਸਾਹਿਬਾਨ, ਜਿਹੜੇ ਜਥੇਦਾਰ ਪਿੱਛੇ ਹਟ ਗਏ ਨੇ, ਉਹਨਾਂ ਦੀ ਮਰਜ਼ੀ ਹੈ, ਲੇਕਿਨ ਤੁਸੀਂ ਜਥੇਦਾਰ ਆ, ਪੰਥ ਤੁਹਾਡੇ ਨਾਲ ਆ, ਤੇ ਪੰਥ ਦੇ ਤੌਰ ਤੇ ਅੱਗੇ ਮਿਲੀਏ। ਸੋ ਮੈਂ ਇੰਨੀ ਬੇਨਤੀ ਕਰਦਾ ਹਾਂ ਕਿ ਅੱਗੇ ਜਥੇਦਾਰ ਦਾਦੂਵਾਲ ਸਾਹਿਬ ਨੂੰ ਅਸੀਂ ਬੇਨਤੀ ਕਰਦੇ ਸੀ, ਅੱਜ ਉਹ ਪੰਥ ਦੇ ਅੱਗੇ ਆਣ ਕੇ ਆਪਣੀ ਬੇਨਤੀ ਕਰਨ ਵੀ ਮੈਂ ਜਥੇਦਾਰੀ ਦੀ ਸੇਵਾ ਚਾਲੂ ਰੱਖਣੀ ਆ ਔਰ ਜਥੇਦਾਰ ਜਗਤਾਰ ਸਿੰਘ ਹਵਾਰਾ ਨਾਲ ਚੱਲਣਾ ਹੈ। ਮੇਰੇ ਖਿਆਲ ਹੈ ਬੜੀ ਅਸੀਂ ਬੇਨਤੀ ਕੀਤੀ ਹਰ ਇੱਕ ਸੱਜਣ ਨੂੰ ਵੀ ਆਓ ਜਥੇਦਾਰ ਸਾਹਿਬ ਨਾਲ ਤੁਹਾਨੂੰ ਦਰਸ਼ਨ ਕਰਾ ਦਈਏ। ਔਖੇ ਸੌਖੇ ਕਿਸ ਤਰ੍ਹਾਂ ਲੈ ਜਾਂਦੇ ਸੀ, ਲੇਕਿਨ ਸਾਡੇ ਬਹੁਤੇ ਹੀ ਜਥੇਦਾਰ ਸਾਹਿਬਾਨਾਂ ਨੂੰ ਮਿਲਣ ਦਾ ਵੀ ਮੌਕਾ ਨਹੀਂ ਮਿਲਿਆ ਉਹਨਾਂ ਨੂੰ। ਹਾਲਾਂਕਿ ਦੂਜੇ ਸਿੱਖ ਪੰਥ ਦੇ ਬੜੇ ਸੱਜਣ ਨੇ ਜਿਹੜੇ ਇਹ ਬੜੀਆਂ ਅਰਜ਼ੋਈਆਂ ਕਰਦੇ ਨੇ ਵੀ ਜਥੇਦਾਰ ਸਾਹਿਬ ਦੇ ਕਿਤੇ ਦਰਸ਼ਨ ਹੀ ਕਰਾ ਦਿਓ, ਜਥੇਦਾਰ ਸਾਹਿਬ ਨੂੰ ਕਿਤੇ ਮਿਲਾ ਹੀ ਦਿਓ। ਤੇ ਜਥੇਦਾਰ ਸਾਹਿਬ ਇੰਨੇ ਮਹਾਨ ਨੇ ਵੀ ਉਹਨਾਂ ਨੇ ਕਦੀ ਵੀ ਕਿਸੇ ਦੇ ਖਿਲਾਫ ਗੱਲ ਨਹੀਂ ਕਹੀ। ਤੁਸੀਂ ਭਾਈ ਰਣਜੀਤ ਸਿੰਘ ਦੀਆਂ ਜੇਲ੍ਹ ਚਿੱਠੀਆਂ ਪੜ੍ਹੀਆਂ ਹੋਣਗੀਆਂ, ਕਿਤੇ ਜਗਤਾਰ ਸਿੰਘ ਹਵਾਰਾ ਦੀਆਂ ਜੇਲ੍ਹ ਚਿੱਠੀਆਂ ਪੜ੍ਹਨ ਦਾ ਕਿਤੇ ਮੌਕਾ ਮਿਲਿਆ। ਬਾਪੂ ਜੀ ਕੋ ਕੁਛ ਹੈਗੀਆਂ ਨੇ, ਕੁਛ ਮੇਰੇ ਕੋ ਵੀ ਹੈਗੀਆਂ ਨੇ, ਜੇ ਕਿਤੇ ਛਾਪਣ ਦਾ ਮੌਕਾ ਮਿਲਿਆ ਪੜ੍ਹ ਕੇ ਤੁਸੀਂ ਵੇਖੋਗੇ ਕਿੰਨਾ ਦਰਦ ਹੈ ਉਸ ਸੱਜਣ ਦਾ ਪੰਥ ਦੇ ਚੜ੍ਹਦੀ ਕਲਾ ਦੇ ਵਿੱਚ। ਸੋ ਬੇਨਤੀ ਹੈ, ਇਹ ਮੋਰਚਾ ਤੁਹਾਡਾ ਹੈ। ਇਹ ਜਥੇਦਾਰ ਦਾਦੂਵਾਲ ਸਾਹਿਬ ਦਾ ਜਥੇਦਾਰੀ ਦੇ ਤੌਰ ਤੇ ਇੱਥੇ ਜਿਹੜਾ ਹੈ ਇਸ ਮੋਰਚੇ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ। ਸਧਾਰਨ ਤੌਰ ਤੇ ਸੰਗਤ ਨੂੰ ਮਨਜ਼ੂਰ ਨਹੀਂ, ਮੈਨੂੰ ਤਾਂ ਮਨਜ਼ੂਰ ਨਹੀਂ। ਅੱਗੇ ਤੁਸੀਂ ਦੇਖ ਲਓ ਜੋ ਕਰਨਾ। ਮੈਂ ਬੜਾ ਲੰਬਾ ਸਮਾਂ ਜਥੇਦਾਰ ਦੇ ਨਾਲ ਤੁਰਿਆ ਆ ਰਿਹਾ। ਹੁਣ 80 ਸਾਲ ਦੀ ਉਮਰ ਹੋ ਗਈ ਆ, ਇਹ ਸਾਥ ਨਹੀਂ ਦੇ ਰਹੀ। ਕਦੀ ਕੋਈ ਗੋਡਾ ਪੀੜ ਕਰਨ ਲੱਗ ਪੈਂਦਾ, ਕੋਈ ਅੰਗ ਪੈਣ ਲੱਗਦਾ।
ਨੌਜਵਾਨ ਅਸੀਂ ਤਦੇ ਆਪਣੇ ਨਾਲ ਲਾ ਰਹੇ ਹਾਂ। ਸੋ ਇੰਨੀਆਂ ਕੁ ਬੇਨਤੀਆਂ ਦੇ ਨਾਲ ਮੁਆਫ ਕਰਨਾ। ਸਾਰੀ ਸੰਗਤ ਦਾ ਧੰਨਵਾਦ ਹੈ। ਇਸ ਮੋਰਚੇ ਨੂੰ ਕਾਮਯਾਬ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਨੇ, ਸਾਡੇ ਗੁਰੂ ਸਾਹਿਬਾਨਾਂ ਦੇ ਸਿਧਾਂਤਾਂ ਨੇ ਤੇ ਬੇਲਾਗ ਜਥੇਦਾਰ ਸਾਹਿਬਾਨਾਂ ਨੇ ਕਰਨਾ। ਜਥੇਦਾਰੀ ਨਵਾਬ ਕਪੂਰ ਸਿੰਘ ਨੂੰ ਮਿਲੀ ਸੀ, ਬਦੋਬਦੀ ਦਿੱਤੀ ਸੀ, ਤੇ ਇੱਥੇ ਤਾਂ ਅਸੀਂ ਆਪਣੇ ਜਥੇਦਾਰਾਂ ਨੂੰ ਜਕਾਰੇ ਬੁਲਾ ਕੇ ਦੇ ਦਿੱਤੀ ਹੈ ਤੇ ਅਜੇ ਵੀ ਨਾ ਮਨਜ਼ੂਰ ਕਰਨ, ਅਜੇ ਵੀ ਉਸ ਜਥੇਦਾਰੀ ਤੋਂ ਪਿੱਛੇ ਹਟਣ, ਤੇ ਵਾਜਬ ਨਹੀਂ ਹੈਗਾ, ਵਾਜਬ ਨਹੀਂ ਹੈਗਾ। ਕਾਈਂਡਲੀ ਇਸ ਗੱਲ ਨੂੰ ਆਪਾਂ ਨਿੱਤਰ ਕੇ ਗੱਲ ਕਰੀਏ ਵੀ ਇਹ ਜਥੇਦਾਰੀਆਂ ਜਿਹੜੀਆਂ ਨੇ ਮਿਲੀਆਂ ਨੇ ਤੇ ਇਹਨਾਂ ਦੇ ਖਰੇ ਉਤਰੀਏ। ਕਦੀ ਜਗਤਾਰ ਸਿੰਘ ਵਾਰਾ ਨੇ ਮੈਨੂੰ ਨਹੀਂ ਕਿਹਾ, ਆਪਣੇ ਬਾਪੂ ਜੀ ਨੂੰ ਕਿਹਾ, ਬਾਕੀ ਦੇ ਨੂੰ ਕਿਹਾ ਵੀ ਮੈਨੂੰ ਜੇਲ੍ਹ ਤੋਂ ਜਲਦੀ ਬਰੀ ਕਰਵਾਓ, ਮੇਰੀ ਖਲਾਸੀ ਕਰਾਓ। ਉਹ ਇੱਕੋ ਗੱਲ ਕਹਿੰਦੇ ਨੇ, ਮੇਰੀ ਖਲਾਸੀ ਹੋਵੇ ਚਾਹੇ ਨਾ ਹੋਵੇ, ਲੇਕਿਨ ਮੈਂ ਸਿੱਖ ਸਿਧਾਂਤਾਂ ਨੂੰ ਛੱਡ ਕੇ ਬਾਹਰ ਕਦੀ ਵੀ ਨਹੀਂ ਆਵਾਂਗਾ। ਸੋ ਜੇ ਬਾਕੀ ਸਿੰਘ ਬਾਹਰ ਆਉਂਦੇ ਨੇ ਤੇ ਮੇਰਾ ਵੀ ਆਉਣਾ ਵਾਜਬ ਬਣਦਾ ਹੈ। ਇਸ ਕਰਕੇ ਮੇਰੇ ਇਕੱਲੇ ਲਈ ਮਤ ਸਮਝਿਓ ਵੀ ਮੈਂ ਤੁਹਾਡੇ ਕਹਿਣ 'ਤੇ ਚਾਹੇ ਜਿਹੜਾ ਸਰਕਾਰ ਮੈਨੂੰ ਛੱਡਣ ਦੀ ਕੋਸ਼ਿਸ਼ ਕੀਤੀ ਤੇ ਮੈਂ ਨਹੀਂ ਇਸ ਗੱਲ ਤੋਂ ਮੰਨਾਂਗਾ। ਸੋ ਪਰਮਾਤਮਾ ਨੇ ਸਾਨੂੰ ਫਿਰ ਇਕੱਠੇ ਕੀਤਾ ਨੇ, ਸਾਡੇ ਕੋਲ ਗੁਰੂ ਸਾਹਿਬਾਨ ਦੇ ਸਿਧਾਂਤ ਨੇ। ਇਸ ਦੀ ਅਗਵਾਈ ਦੇ ਥੱਲੇ ਇਸ ਮੋਰਚੇ ਨੂੰ ਮੇਰੀ ਬੇਨਤੀ ਹੈ, ਸਾਰਿਆਂ ਨੂੰ ਜਿਹੜੀ ਹੈ ਇਕੱਠੇ ਹੋ ਕੇ ਆਪਾਂ ਅੱਗੇ ਚੱਲੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਲਤ ਨਹੀਂ। ਬਹੁਤ ਬਹੁਤ ਧੰਨਵਾਦ ਵਕੀਲ ਸਾਹਿਬ ਦਾ। ਜਦੋਂ ਇਹ ਮੋਰਚੇ ਦੀ ਸ਼ੁਰੂਆਤ ਕਰਨ ਲੱਗੇ ਸੀਗੇ, 3 ਜਾਂ 3.5 ਮਹੀਨੇ ਦੀ ਪਹਿਲੇ ਦੀ ਗੱਲ ਹੈ, ਹਰੇਕ ਜਥੇਬੰਦੀ ਕੋਲ ਅਸੀਂ ਸੰਗਤੀ ਰੂਪ 'ਚ ਜਥੇਦਾਰ ਜੀ ਦਾ ਸੰਦੇਸ਼ਾ ਲੈ ਕੇ ਜਾਂਦੇ ਰਹੇ। ਦੇਵ ਸਰਾਭਾ ਜੀ ਦਾ ਜਿਹੜਾ ਸਰਾਭੇ ਪਿੰਡ ਮੋਰਚਾ ਲੱਗਿਆ ਸੀ, ਉਹ ਇਸ ਮੋਰਚੇ 'ਚ ਸ਼ਾਮਲ ਹੋਇਆ। ਕੱਲ ਬਾਪੂ ਸੂਰਜ ਸਿੰਘ ਜੀ ਨੇ ਆਪਣੀ ਭੁੱਖ ਹੜਤਾਲ ਖਤਮ ਕਰਕੇ ਆਪਣੀ ਸੇਵਾਵਾਂ ਇੱਥੇ ਦੇਣ ਦਾ ਐਲਾਨ ਕੀਤਾ। ਬਹੁਤ ਜਲਦ ਵਡਾਲਾ ਜੀ ਦਾ ਤੇ ਸੁਖਰਾਜ ਜੀ ਦਾ ਮੋਰਚਾ ਵੀ ਇਸੇ ਮੋਰਚੇ 'ਚ ਸ਼ਾਮਲ ਹੋ ਕੇ ਕੌਮੀ ਮੋਰਚੇ ਦੀ ਸ਼ਕਲ ਲੈ ਲਵੇਗਾ। ਵਕੀਲ ਸਾਹਿਬ ਨੇ ਜੋ ਗੱਲਾਂ ਕਹੀਆਂ ਕਿ ਅਸੀਂ ਸਾਬਕਾ ਨਹੀਂ ਕਹਿਣਾ, ਤੇ ਜੇ ਸੰਗਤ ਇਜਾਜ਼ਤ ਦਿੰਦੀ ਹੈ ਤੇ ਅਸੀਂ ਮੌਜੂਦਾ ਜਥੇਦਾਰ ਸ਼੍ਰੀ ਕੇ ਆਪਣਾ ਦਮਦਮਾ ਸਾਹਿਬ ਭਾਈ ਬਲਜੀਤ ਸਿੰਘ ਦਾਦੂਵਾਲ ਜੀ ਨੂੰ ਬੇਨਤੀ ਕਰਾਂਗੇ ਕਿ ਉਹ ਸਟੇਜ ਤੇ ਆਉਣ, ਤੇ ਨਾਲੇ ਹੀ ਬਾਪੂ ਜੀ ਨੂੰ ਤੇ ਵਕੀਲ ਸਾਹਿਬ ਨੂੰ ਮੈਂ ਬੇਨਤੀ ਕਰਾਂਗਾ ਕਿ ਜਥੇਦਾਰ ਜੀ ਨੂੰ ਬੇਨਤੀ ਕਰੀਏ ਕਿ ਉਹ ਬਾਕੀ ਜਥੇਦਾਰਾਂ ਨੂੰ ਵੀ ਲਿਆ ਕੇ ਤੇ ਇੱਕ ਜਿਹੜਾ ਪੈਨਲ ਬਣਿਆ ਸੀਗਾ ਸਰਬੱਤ ਖਾਲਸਾ 2015 'ਚ, ਉਸ ਪੈਨਲ ਨੂੰ ਪੁਨਰਜੀਵਿਤ ਕਰਕੇ ਤੇ ਜਿਹੜੇ ਸਰਕਾਰੀ ਜਥੇਦਾਰ ਜਾਂ ਪਾਰਟੀ ਦੇ ਜਥੇਦਾਰ ਤਖਤਾਂ ਤੇ ਕਾਬਜ਼ ਨੇ, ਘੱਟੋ ਘੱਟ ਉਹਨਾਂ ਦੇ ਪੈਰਲਲ ਤੇ ਅਸੀਂ ਆਪਣਾ ਇੱਕ ਜਥੇਦਾਰੀ ਦਾ ਜਿਹੜਾ ਪੈਨਲ ਹੈ ਉਹ ਖੜਾ ਕਰ ਸਕੀਏ। ਜਿਹੜੀ ਇਹ ਸਾਡੇ ਆਪਸੀ ਮਨ ਮੁਟਾਵ ਹੈ, ਕਿੱਥੇ ਨਹੀਂ ਹੁੰਦੇ, ਕਿਹੜੀ ਪਾਰਟੀ 'ਚ ਨਹੀਂ ਹੈ, ਕਿਹੜੇ ਜਥੇਬੰਦੀ 'ਚ ਨਹੀਂ ਹੈ, ਕਦੋਂ ਨਹੀਂ ਸੀਗੇ, ਜਦੋਂ ਦਾ ਸਿੱਖ ਧਰਮ ਆਪਾਂ ਦੇਖਦੇ ਆਏ ਹਾਂ ਉਦੋਂ ਤੋਂ ਹੀ ਚੱਲਦੀਆਂ ਆ ਰਹੀਆਂ ਚੀਜ਼ਾਂ, ਉਹ ਅਸੀਂ ਮਿਲ ਬੈਠ ਕੇ ਦੂਰ ਕਰ ਸਕਦੇ ਹਾਂ। ਹੋ ਕੱਤਰ ਮਿਲੋ ਭਾਈ ਦੁਬਦਾ ਦੂਰ ਕਰੋ ਲਿਵ ਲਾਏ, ਇੱਥੇ ਬੈਠ ਕੇ ਗੱਲ ਹੋ ਸਕਦੀ ਹੈ। ਸਟੇਜ ਤੋਂ ਬਾਅਦ ਕਿਤੇ ਵੀ ਬੈਠ ਕੇ 4 ਬੰਦੇ ਇਕੱਠੇ ਹੋ ਕੇ ਵੀ ਸਾਨੂੰ ਤੁਹਾਡੇ ਤੋਂ ਇਹ ਇਤਰਾਜ਼ ਹੈ, ਲੇਕਿਨ ਜੇ ਸਮੂਹਿਕ ਤੌਰ ਤੇ ਦੇਖਿਆ ਜਾਵੇ ਤਾਂ ਸਾਨੂੰ ਇੱਕ ਪਿਕਚਰ ਪੇਸ਼ ਕਰਨੀ ਪਏਗੀ ਜੋ ਕਿ ਸਾਡੀ ਏਕਤਾ ਨੂੰ ਪ੍ਰਦਰਸ਼ਿਤ ਕਰੇ। ਸੋ ਮੈਂ ਬੇਨਤੀ ਕਰਾਂਗਾ ਭਾਈ ਬਲਜੀਤ ਸਿੰਘ ਜੀ ਦਾਦੂਵਾਲ ਜੀ ਨੂੰ ਕਿ ਉਹ ਸਟੇਜ ਤੇ ਆਉਣ ਤੇ ਸੰਗਤਾਂ ਦੇ ਦਰਸ਼ਨ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਪੰਥ ਦੀ ਸ਼ਾਨ ਹੈ।
ਜੁਗੋ ਜੁਗ ਅਟਲ ਚਬਰ ਛਤਰ ਤਖਤ ਦੇ ਮਾਲਕ ਗੁਰਤਾ ਗੱਦੀ ਉੱਪਰ ਸੁਭਾਇਮਾਨ 10 ਪਾਤਸ਼ਾਹੀਆਂ ਦੀ ਆਤਮਿਕ ਜੋਤ ਸਰਬ ਮਨੁੱਖਤਾ ਦੇ ਸਾਂਝੇ ਰਹਿਬਰ ਸਰਬ ਮਾਨਵਤਾ ਦੇ ਮਾਰਗ ਦਰਸ਼ਕ ਸਰਕਾਰੇ ਕੁਲ ਆਲਮ ਹਜੂਰੇ ਅਨਵਰ ਪਾਤਸ਼ਾਹ ਬਾਣੀ ਗੁਰੂ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜ਼ਰ ਹਜ਼ੂਰੀ ਵਿੱਚ ਕੌਮੀ ਇਨਸਾਫ ਮੋਰਚੇ ਦੇ ਵਿੱਚ ਚੰਡੀਗੜ੍ਹ ਦੀ ਧਰਤੀ ਤੇ ਜੁੜ ਬੈਠੀ ਸਮੂਹ ਗੁਰੂ ਖਾਲਸਾ ਸਾਧ ਸੰਗਤ ਜੀਓ, ਆਓ ਸਰਬੱਤ ਗੁਰੂ ਕੇ ਸਾਜੇ ਨਵਾਜੇ ਖਾਲਸਾ ਜੀ ਸਰਬ ਵਿਚਾਰਾਂ ਦੀ ਸਾਂਝ ਤੋਂ ਪਹਿਲਾਂ ਸ਼ਹੀਦ ਪਿਤਾ ਦੇ ਪੁੱਤਰ ਸ਼ਹੀਦ ਪੁੱਤਰਾਂ ਦੇ ਪਿਤਾ ਸਰਬੰਸ ਦਾਨੀ ਅੰਮ੍ਰਿਤ ਕੇ ਦਾਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਹੋਈ ਪਾਵਨ ਪਵਿੱਤਰ ਗੁਰਫਤਿਹ ਦੀ ਸਾਂਝ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਜਿੰਨੀਆਂ ਵੀ ਸਤਿਕਾਰਯੋਗ ਸੰਗਤਾਂ ਅੱਜ ਇਸ ਕੌਮੀ ਇਨਸਾਫ ਮੋਰਚੇ ਵਿੱਚ ਹਾਜ਼ਰੀਆਂ ਭਰ ਰਹੇ ਹੋ, ਝੁਕਾਓ ਸੀ ਸਤਿਗੁਰਾਂ ਨੂੰ ਤੇ ਬੁਲੰਦ ਆਵਾਜ਼ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਾਰਿਆਂ ਨੂੰ ਪਤਾ ਹੈ ਕਿ ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਸਜ਼ਾਵਾਂ ਪੂਰੀਆਂ ਕਰ ਚੁੱਕੇ ਨਜ਼ਰਬੰਦ ਸਾਡੇ ਬੰਦੀ ਸਿੰਘਾਂ ਦੀਆਂ ਰਿਹਾਈਆਂ ਦੇ ਵਾਸਤੇ ਬਰਗਾੜੀ ਬੇਅਦਬੀ ਕਾਂਡ ਦੇ ਪੂਰੇ ਇਨਸਾਫ 328 ਸਰੂਪਾਂ ਦੇ ਇਨਸਾਫ ਵਾਸਤੇ ਤੇ ਹੋਰ ਪੰਥਕ ਮੁੱਦਿਆਂ ਤੇ 7 ਜਨਵਰੀ ਤੋਂ ਇੱਕ ਕੌਮੀ ਇਨਸਾਫ ਮੋਰਚਾ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਤੋਂ ਆਰੰਭ ਹੋ ਕੇ ਇਸ ਜਗ੍ਹਾ ਤੇ ਚੰਡੀਗੜ੍ਹ ਦੀ ਧਰਤੀ ਤੇ ਲੱਗ ਚੁੱਕਾ ਹੈ। ਇਹ ਪੰਜਾਬ ਤੇ ਚੰਡੀਗੜ੍ਹ ਦਾ ਬਾਰਡਰ ਜਿੱਥੇ ਕੌਮੀ ਇਨਸਾਫ ਮੋਰਚਾ ਚੱਲ ਰਿਹਾ, ਉਸ ਦਿਨ ਤੋਂ ਲਗਾਤਾਰ ਪੰਥ ਦੀਆਂ ਮਹਾਨ ਸ਼ਖਸੀਅਤਾਂ ਬੱਚੇ ਬਜ਼ੁਰਗ ਨੌਜਵਾਨ ਵੱਖ-ਵੱਖ ਜਥੇਬੰਦੀਆਂ ਦੇ ਆਗੂ ਸਹਿਬਾਨ ਸੰਤ ਮਹਾਪੁਰਸ਼ ਧੰਨ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਇਸ ਇਨਸਾਫ ਮੋਰਚੇ 'ਚ ਹਾਜ਼ਰੀਆਂ ਭਰ ਰਹੇ ਨੇ। ਬੜੇ ਸੁਚੱਜੇ ਢੰਗ ਦੇ ਨਾਲ ਜਥੇਦਾਰ ਜਗਤਾਰ ਸਿੰਘ ਜੀ ਹਵਾਰਾ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਉੱਪਰ ਇਹ ਵੱਖ-ਵੱਖ ਗੁਰਮੁਖ ਪਿਆਰੇ ਜਥੇਬੰਦੀਆਂ ਦੇ ਆਗੂ ਸਹਿਬਾਨ ਜਿਨ੍ਹਾਂ ਵਿੱਚ ਬਾਬੂ ਗੁਰਚਰਨ ਸਿੰਘ ਜੀ, ਸਰਦਾਰ ਬਲਵੀਰ ਸਿੰਘ ਹਿਸਾਰ, ਐਡਵੋਕੇਟ ਸਰਦਾਰ ਅਮਰ ਸਿੰਘ ਜੀ ਚਾਲ ਔਰ ਇਸੇ ਤਰ੍ਹਾਂ ਦਿੱਲੀ ਦੀ ਧਰਤੀ ਤੋਂ ਭਾਈ ਇਕਬਾਲ ਸਿੰਘ ਜੀ, ਭਾਈ ਮਿੰਟੂ ਜੀ, ਭਾਈ ਗੁਰਦੀਪ ਸਿੰਘ ਜੀ ਬਠਿੰਡਾ ਪੰਥਕ ਆਗੂ ਸਹਿਬਾਨ ਅਤੇ ਗੁਰੂ ਦੀ ਬੇਅਦਬੀ ਕਰਨ ਵਾਲੇ ਉਸ ਸੂਰਜਮੁਨੀ ਨੂੰ ਸੋਧਾ ਲਾਉਣ ਵਾਲੇ ਭਾਈ ਗੁਰਸੇਵਕ ਸਿੰਘ ਧੂੜਕੋਟ, ਨਿਹੰਗ ਸਿੰਘ ਭਾਈ ਜੰਗ ਸਿੰਘ ਜੀ ਬੁੱਢਾ ਦਲ, ਬਹੁਤ ਸਾਰੇ ਗੁਰਮੁਖ ਪਿਆਰੇ ਮਾਈ ਭਾਈ ਜਿਹੜੇ ਇਸ ਮੋਰਚੇ ਦੀ ਸਾਰਾ ਸੰਚਾਲਨ ਕਰ ਰਹੇ ਹੈ, ਜਿਨ੍ਹਾਂ ਵੱਲੋਂ ਰੂਪ ਰੇਖਾ ਉਲੀਕੀ ਗਈ ਹੈ ਤੇ ਲਗਾਤਾਰ ਇਸ ਮੋਰਚੇ ਦਾ ਸੰਚਾਲਨ ਹੋ ਰਿਹਾ ਤੇ ਗੁਰੂ ਕੇ ਲੰਗਰ ਅਟੁੱਟ ਸਤਿਕਾਰਯੋਗ ਸੰਤ ਬਾਬਾ ਨਰਿੰਦਰ ਸਿੰਘ ਜੀ, ਸੰਤ ਬਾਬਾ ਬਲਵਿੰਦਰ ਸਿੰਘ ਜੀ, ਗੁਰਦੁਆਰਾ ਲੰਗਰ ਸਾਹਿਬ ਹਜੂਰ ਸਾਹਿਬ, ਜਥੇਦਾਰ ਬਾਬਾ ਗੁਰਮੀਤ ਸਿੰਘ ਜੀ ਡਾਚਰ ਜਿਹੜੇ ਲਗਾਤਾਰ ਸੰਗਤਾਂ ਦੀਆਂ ਸੇਵਾਵਾਂ ਕਰ ਰਹੇ, ਗੁਰੂ ਕੇ ਲੰਗਰਾਂ 'ਚ ਵੱਖ-ਵੱਖ ਥਾਵਾਂ ਤੋਂ ਸੰਗਤਾਂ ਰਸਤਾਂ ਬਸਤਾਂ ਦੁੱਧ ਆਦਿਕ ਲੈ ਕੇ ਪੁੱਜ ਰਹੀਆਂ। ਮੈਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ 'ਚੋਂ ਧੰਨਵਾਦ ਕਰਦਾ। ਗੁਰਮੁਖ ਪਿਆਰਿਓ, 20ਵੀਂ ਸਦੀ ਦੇ ਮਹਾਨ ਸਿੱਖ ਮਰਦੇ ਮੁਜਾਹਿਦ ਬਾਬਾ ਕੌਮ ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਅਮਰ ਸ਼ਹੀਦ, ਉਹਨਾਂ ਦੇ ਉਹ ਬੋਲ ਕਿ ਸਰੀਰ ਦੀ ਮੌਤ ਨੂੰ ਮੈਂ ਮੌਤ ਨਹੀਂ ਗਿਣਦਾ, ਅਣਖ ਦਾ ਜ਼ਮੀਰ ਦਾ ਗੈਰਤ ਦਾ ਮਰ ਜਾਣਾ ਯਕੀਨਨ ਮੌਤ ਹੈ। ਤਾਂ ਮੈਂ ਸਮਝਦਾ
ਕਿ ਅੱਜ ਜਿੰਨੇ ਤੁਸੀਂ ਇੱਥੇ ਬੈਠੇ ਹੋ ਜਾਂ ਲਾਈਵ ਟੈਲੀਕਾਸਟ ਦੇ ਮਾਧਿਅਮ ਰਾਹੀਂ ਪੂਰੇ ਸੰਸਾਰ ਵਿੱਚ ਇਸ ਕੌਮੀ ਇਨਸਾਫ ਦੇ ਨਾਲ ਜੁੜੇ ਹੋ। ਕੋਈ ਅੱਜ ਆਇਆ, ਕੋਈ ਕੱਲ ਆਇਆ, ਕੋਈ ਤਿਆਰੀਆਂ ਬਣ ਰਹੇ ਇਸ ਇਨਸਾਫ ਮੋਰਚੇ 'ਚ ਆਉਣ ਵਾਸਤੇ। ਇਹ ਜਾਗਦੀਆਂ ਜ਼ਮੀਰਾਂ ਦੇ ਮਾਲਕ ਅਣਖ ਤੇ ਗੈਰਤ ਨੂੰ ਜ਼ਿੰਦਾ ਰੱਖਣਾ, ਜੇਲ੍ਹਾਂ ਤੇ ਮੁਕੱਦਮਿਆਂ ਦੀ ਗੱਲ ਕੀ, ਸ਼ਹਾਦਤਾਂ ਤੱਕ ਸਰੀਰਾਂ ਦੀਆਂ ਕੁਰਬਾਨੀਆਂ। ਅੱਜ 14 ਜਨਵਰੀ ਮਾਘੀ ਦਾ ਦਿਨ ਹੈ। ਮਾਘ ਦੀ ਸੰਗਰਾਂਦ, ਸਤਿਗੁਰਾਂ ਦੀ ਪਾਵਨ ਬਾਣੀ ਦੇ ਬਚਨ, ਮਾਘ ਮੱਜਣ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਤੇ ਅੱਜ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਵਿਖੇ ਅੱਜ ਇਹ ਦਿਵਸ 40 ਮੁਕਤਿਆਂ ਦਾ ਮਨਾਇਆ ਜਾ ਰਿਹਾ ਹੈ, ਜਿਨ੍ਹਾਂ ਨੇ ਜਿੰਦਾ ਜਾਗਤ ਜ਼ਮੀਰਾਂ ਦਾ ਸਬੂਤ ਦਿੱਤਾ। ਭਾਵੇਂ ਕਿ ਉਹ ਖਦਰਾਣੇ ਦੀ ਢਾਬ ਤੇ ਜਿਹੜੀ ਜੰਗ ਸੀ ਮੁਗਲਾਂ ਦੇ ਨਾਲ ਉਹ 21 ਵਿਸਾਖ ਨੂੰ ਹੋਈ, ਪਰ ਪਾਣੀ ਦੀ ਕਮੀ ਕਰਕੇ ਉਹ 21 ਵਿਸਾਖ ਦਾ ਦਿਨ ਪੰਥ ਵੱਲੋਂ ਮਾਘੀ ਦੀ ਸੰਕਰਾਂਤ ਦੇ ਉੱਤੇ ਮਨਾਇਆ ਜਾਂਦਾ ਹੈ। ਜੰਗ ਜਦੋਂ ਹੋਈ ਸੀ, ਇਤਿਹਾਸਕਾਰਾਂ ਅਨੁਸਾਰ ਬੜੀ ਸਿਖਰ ਦੀ ਗਰਮੀ ਸੀ, ਉਸ ਵੇਲੇ ਲੋਹ ਵਗਦੀ ਸੀ, ਤਾਂ ਹੀ ਉਸ ਢਾਬ ਤੇ ਡੇਰਾ ਲਾਇਆ ਸੀ। ਖਦਰਾਣਾ, ਟਿਗਾਣਾ, ਰੁਪਾਣਾ, ਉਹ ਜਿਹੜੇ ਪਿੰਡ ਆ ਜਿਨ੍ਹਾਂ ਨੇ ਉਹਨਾਂ ਢਾਬਾਂ ਤੇ ਮੀਂਹ ਦਾ ਪਾਣੀ ਰੋਕਿਆ ਸੀ, ਜਿੱਥੋਂ ਪਸ਼ੂ ਪੰਛੀ ਜਾਨਵਰ ਤੇ ਮਨੁੱਖ ਪਾਣੀ ਲੈ ਕੇ ਆਪਣੀ ਪਿਆਸ ਬੁਝਾਉਂਦੇ ਸਨ। ਪਰ ਜਦੋਂ ਪੰਥ ਨੇ, ਕੌਮ ਨੇ ਇਕੱਠਾ ਹੋਣਾ ਲੱਖਾਂ ਦੀ ਤਾਦਾਦ ਵਿੱਚ, ਤੇ ਉਹ ਪਾਣੀ ਥੋੜਾ ਪੈ ਜਾਂਦਾ। ਇਸ ਕਰਕੇ ਸਿਆਲੇ ਦਾ ਦਿਨ ਰੱਖਿਆ ਕਿ ਸਿਆਲ ਦੀ ਰੁੱਤ ਵਿੱਚ ਪਾਣੀ ਘੱਟ ਨਾਲ ਸਰ ਜਾਂਦਾ ਤੇ ਮਾਘ ਦੀ ਸੰਕਰਾਂਤ ਤੇ ਇਹ ਜਿਹੜਾ ਦਿਹਾੜਾ ਮੁਕਤਿਆਂ ਦਾ ਅੱਜ ਮੁਕਤਸਰ ਸਾਹਿਬ ਦੀ ਧਰਤੀ ਤੇ ਮਨਾਇਆ ਜਾ ਰਿਹਾ। ਮੈਂ ਉਹਨਾਂ 40 ਮੁਕਤਿਆਂ ਨੂੰ ਜਿੱਥੇ ਨਤਮਸਤਕ ਆ, ਜਿੱਥੇ ਸਾਡੇ ਸਿੱਖ ਧਰਮ ਦੀ ਉਹ ਮਹਾਨ ਬੀਬੀ, ਮਹਾਨ ਮਾਤਾ ਭਾਗ ਕੌਰ ਨੇ ਵੀ ਜੰਗ ਲੜੀ, ਔਰ ਭਾਈ ਮਹਾ ਸਿੰਘ ਜਿਨ੍ਹਾਂ ਨੇ ਬਦਾਵਾ ਪੜਵਾਇਆ ਸੀ ਆਪਣਾ, ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਲੀਨ ਹੋਏ। ਉਹ ਖਦਰਾਣੇ ਦੀ ਢਾਬ ਅੱਜ ਉਹ 14 ਜਨਵਰੀ 40 ਮੁਕਤਿਆਂ ਦੀ ਸ਼ਹਾਦਤ ਦਾ ਗੁਰਮੁਖ ਪਿਆਰਿਓ ਦਿਨ ਮਨਾਇਆ ਜਾ ਰਿਹਾ ਹੈ। ਮੈਂ ਬਹੁਤੇ ਵਿਸਥਾਰ ਵਿੱਚ ਨਹੀਂ ਜਾਣਾ, ਕਿਉਂ ਇਸ ਕੌਮੀ ਇਨਸਾਫ ਮੋਰਚੇ ਦੇ ਸਮਰਥਨ ਵਾਸਤੇ ਆਏ ਆ। ਜਿੱਥੇ ਵੀ ਕਿਤੇ ਕੌਮ ਨੇ, ਕਿਸੇ ਜਥੇਬੰਦੀ ਨੇ ਆਵਾਜ਼ ਬੁਲੰਦ ਕੀਤੀ, ਉੱਥੇ ਆਪਣਾ ਫਰਜ਼ ਸਮਝਦਿਆਂ ਹੋਇਆਂ ਸਮੂਲੀਅਤ ਕੀਤੀ ਹੈ। ਜਦੋਂ ਤੋਂ ਇਹਨਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਤੁਰੀ, ਮੈਨੂੰ ਅੱਜ ਵੀ ਯਾਦ ਹੈ ਕਿ ਕੌਮੀ ਯੋਧੇ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁਖਾ ਦੀ ਬਰਸੀ ਦਾ ਸਮਾਗਮ ਸੀ ਉਹਨਾਂ ਦੇ ਪਿੰਡ ਗਦਲੀ ਸ੍ਰੀ ਅੰਮ੍ਰਿਤਸਰ ਸਾਹਿਬ, ਤੇ ਮੈਂ ਵੀ ਉੱਥੇ ਹਾਜ਼ਰ ਸਾਂ, ਜਿੱਥੇ ਭਾਈ ਗੁਰਬਖਸ਼ ਸਿੰਘ ਖਾਲਸਾ ਠਸਕਾ ਵਾਲੀ ਬੋਲਿਆ ਕਿ ਸਿੰਘੋ, ਸਾਡੇ ਬੰਦੀ ਸਿੰਘ ਬੈਠੇ ਜੇਲ੍ਹਾਂ 'ਚ, ਉਹਨਾਂ ਦੀ ਰਿਹਾਈ ਦੀ ਗੱਲ ਕਿਉਂ ਨਹੀਂ ਕਰ ਰਹੇ? ਉਦੋਂ ਪਹਿਲਾਂ ਬਹੁਤੀ ਆਵਾਜ਼ ਨਹੀਂ ਸੀ ਉੱਠਦੀ। ਮੈਨੂੰ ਅੱਜ ਵੀ ਯਾਦ ਆ, ਉਹਨਾਂ ਕਿਹਾ ਮੈਂ ਇਕੱਲਾ ਕੁਝ ਕਰਨ ਜਾ ਰਿਹਾ, ਮੇਰਾ ਸਾਥ ਦਿਓ। ਮੈਂ ਉਸ ਵੇਲੇ ਬਰਸੀ ਸਮਾਗਮ ਤੇ ਹਾਜ਼ਰ ਸੀ। ਭਾਈ ਗੁਰਬਖਸ਼ ਸਿੰਘ ਦੇ ਬੋਲ ਬਹੁਤਿਆਂ ਨੇ ਅਣਗੌਲੇ ਕਰ ਦਿੱਤੇ, ਕਿਉਂਕਿ ਉਹ ਜਾਣਿਆ ਪਹਿਚਾਣਿਆ ਚਿਹਰਾ ਨਹੀਂ ਸੀ। ਉਹਨੇ ਆਖਿਆ ਮੈਂ ਜਥੇਦਾਰ ਹਵਾਰਾ ਸਾਹਿਬ ਨਾਲ ਜੇਲ੍ਹ ਕੱਟ ਕੇ ਆਇਆ, ਮੇਰੇ ਕੁਝ ਉਹਨਾਂ ਨਾਲ ਬਚਨ ਹੋਏ ਆ, ਤੇ ਮੈਂ ਇਹ ਮੋਰਚਾ ਲਾਉਣਾ ਚਾਹੁੰਦਾ। ਵੱਖ-ਵੱਖ ਥਾਵਾਂ ਤੇ ਮੇਲ ਮਿਲਾਪ ਮੇਰੇ ਕੋਲ ਵੀ ਪੁੱਜੇ ਹੋ। ਤੇ ਗੁਰਮੁਖ ਪਿਆਰਿਓ, ਫਿਰ ਉਹਨਾਂ ਨੇ ਇੱਥੇ ਗੁਰਦੁਆਰਾ ਅੰਬ ਸਾਹਿਬ ਦੀ ਧਰਤੀ ਤੇ ਮੋਰਚਾ ਆਰੰਭ ਕਰ ਦਿੱਤਾ। ਪੂਰੇ ਭਾਰਤ ਦੇ ਵਿੱਚੋਂ, ਵਿਦੇਸ਼ਾਂ 'ਚੋਂ ਸੰਗਤਾਂ ਪੁੱਜੀਆਂ। ਉਸ ਮੋਰਚੇ ਦੀ ਇਹ ਸਫਲਤਾ ਰਹੀ ਕਿ ਜਿਹੜੇ ਸਾਡੇ ਬੰਦੀ ਸਿੰਘ ਕਦੇ ਜੇਲ੍ਹਾਂ ਦੀਆਂ ਕਾਲ ਕੋਠੜੀਆਂ 'ਚੋਂ ਬਾਹਰ ਨਹੀਂ ਸੀ ਆਏ, ਉਹਨਾਂ 'ਚੋਂ ਕੁਝ ਸਿੰਘ ਭਾਈ ਲਖਵਿੰਦਰ ਸਿੰਘ ਨਾਰੰਗਵਾਲ, ਇੰਜੀਨੀਅਰ ਭਾਈ ਗੁਰਮੀਤ ਸਿੰਘ, ਭਾਈ ਸ਼ਮਸ਼ੇਰ ਸਿੰਘ, ਜਿਹੜੇ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ ਦੇ ਵਿੱਚ ਬੁੜੈਲ ਜੇਲ੍ਹ ਵਿੱਚ ਨਜ਼ਰਬੰਦ ਸਨ, ਉਹਨਾਂ ਦੀਆਂ ਪੈਰੋਲਾਂ ਰਾਤੋਂ ਰਾਤ ਪੰਜਾਬ ਸਰਕਾਰ ਨੂੰ ਕਰਨੀਆਂ ਪਈਆਂ।
ਇਹ ਫੈਸਲੇ ਲੈਣੇ ਪਏ, ਭਾਵੇਂ ਭਾਈ ਲਾਲ ਸਿੰਘ ਅਕਾਲਗੜ੍ਹ ਉਹ ਪਹਿਲਾਂ ਤੋਂ ਪੈਰੋਲ ਤੇ ਆਉਂਦੇ ਸਨ। ਗੁਰਮੁਖ ਪਿਆਰਿਓ, ਕੁਝ ਸਿੰਘਾਂ ਦੀਆਂ ਪੈਰੋਲਾਂ ਹੋਈਆਂ, ਮੋਰਚਾ ਸਿਖਰ ਤੇ ਜਾ ਰਿਹਾ ਸੀ। ਪਰ ਜਿਸ ਤਰ੍ਹਾਂ ਪੰਜਾਬ ਸਰਕਾਰ, ਬਾਦਲ ਸਰਕਾਰ ਨੇ ਆਪਣੇ ਹੱਥ ਕੰਡੇ ਵਰਤੇ ਔਰ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਗੁਰਬਚਨ ਸਿੰਘ ਹੋਣਾ ਨੂੰ ਔਰ ਕੁਝ ਸਾਡੇ ਸੰਪਰਦਾਵਾਂ ਦੇ ਮੁਖੀ ਉਹਨਾਂ ਨੂੰ ਭਾਈ ਗੁਰਬਖਸ਼ ਸਿੰਘ ਖਾਲਸਾ ਕੋਲੇ ਭੇਜਿਆ ਤੇ ਜੂਸ ਦਾ ਗਲਾਸ ਪਿਲਾ ਦਿੱਤਾ। ਇਹ ਤੁਹਾਡੇ ਸਾਹਮਣੇ ਆ। ਅਕਸਰ ਇੱਕ ਆਮ ਸਿੱਖ ਮੈਂ ਬੇਨਤੀ ਕਰਾਂ ਗੁਰਮੁਖ ਪਿਆਰਿਓ, ਜਦੋਂ ਗੱਲ ਜਥੇਦਾਰਾਂ ਦੀ ਆਵੇ ਔਰ ਅਕਾਲ ਤਖਤ ਸਾਹਿਬ ਜਿੱਥੇ ਸਾਡਾ ਸਿਰ ਸ਼ਰਧਾ ਨਾਲ ਝੁਕਦਾ, ਤੇ ਫਿਰ ਹਰ ਸਿੱਖ ਜਿਹੜਾ ਗੁਰਮੁਖ ਪਿਆਰਿਓ ਬਚਨ ਮੰਨਣ ਵਾਸਤੇ ਮਜਬੂਰ ਵੀ ਹੋ ਜਾਂਦਾ। ਭਾਈ ਗੁਰਬਖਸ਼ ਸਿੰਘ ਕੋਈ ਐਡਾ ਚਤੁਰ ਚਲਾਕ ਨਹੀਂ ਸੀ ਜਾਂ ਉਹਨਾਂ ਦੀ ਰਣਨੀਤੀ ਨੂੰ ਸਮਝਦਾ, ਇੱਕ ਜਜ਼ਬਾਤੀ ਸਿੱਖ ਸੀ। ਤੇ ਗੁਰਮੁਖ ਪਿਆਰਿਓ, ਉਹਨਾਂ ਦੇ ਬਚਨ ਮੰਨ ਕੇ ਗੁਰਦੁਆਰਾ ਅੰਬ ਸਾਹਿਬ ਦਾ ਮੋਰਚਾ ਉਠਾ ਦਿੱਤਾ ਗਿਆ। ਬਾਅਦ ਵਿੱਚ ਗੁਰਦੁਆਰਾ ਲਖਨੌਰ ਸਾਹਿਬ ਹਰਿਆਣੇ ਦੀ ਧਰਤੀ ਤੇ ਫਿਰ ਸੰਗਤਾਂ ਗਈਆਂ। ਅਖੀਰ ਗੁਰਮੁਖ ਪਿਆਰਿਓ ਭਾਈ ਗੁਰਬਖਸ਼ ਸਿੰਘ ਖਾਲਸਾ ਨੂੰ ਆਪਣੀ ਜਾਨ ਕੁਰਬਾਨ ਕਰਨੀ ਪਈ। ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਅਸੀਂ ਉਹਦੀ ਕੁਰਬਾਨੀ ਨੂੰ ਨਤਮਸਤਕ ਹਾਂ। ਮੋਰਚੇ ਲੱਗਦੇ ਆ, ਉਤਰਾ ਚੜਾ ਹੁੰਦੇ ਆ, ਪ੍ਰਾਪਤੀਆਂ ਵੀ ਹੁੰਦੀਆਂ, ਨੁਕਸਾਨ ਵੀ ਹੁੰਦਾ। ਆ ਕਿਸਾਨ ਮੋਰਚੇ ਦੀ ਗੱਲ, ਇੱਥੇ ਸਾਡੇ ਕਿਸਾਨ ਯੂਨੀਅਨ ਦੇ ਆਗੂ ਸਾਹਿਬਾਨ ਆਏ ਆ। ਮੈਂ ਦੇਖ ਰਿਹਾ ਬਹੁਤ ਸਾਰੇ ਹਰੀਆਂ ਪੱਗਾਂ ਵਾਲੇ ਵੀਰ ਬੈਠੇ ਆ। ਇੱਕ ਕਿਸਾਨ ਯੂਨੀਅਨ ਦੀ ਪਛਾਣ ਬਣ ਗਈ ਹੈ ਕਿ ਹਰੀ ਦਸਤਾਰ। ਤੇ ਗੁਰਮੁਖ ਪਿਆਰਿਓ, ਇਹ ਜਿਹੜਾ ਮੋਰਚਾ ਫਤਿਹ ਹੋਇਆ, ਸਾਲਾਂ ਬੱਧੀ ਤੁਸੀਂ ਗਏ, ਅਸੀਂ ਸਭ ਗਏ, ਆਪੋ ਆਪਣਾ ਫਰਜ਼। ਕੋਈ ਉੱਥੇ ਬੈਠੇ ਆ, ਕਿਸੇ ਨੇ ਮੈਡੀਕਲ ਕੈਂਪ ਲਾਏ, ਕਿਸੇ ਨੇ ਲੰਗਰ ਲਾਏ, ਕਿਸੇ ਨੇ ਸਮੂਲੀਅਤ, ਕਿਸੇ ਤਰ੍ਹਾਂ ਯੂਨੀਅਨਾਂ ਦੇ ਆਗੂ ਲੀਡ ਕਰ ਰਹੇ ਸਨ। ਅਖੀਰ ਭਾਰਤ ਸਰਕਾਰ ਪ੍ਰਧਾਨ ਮੰਤਰੀ ਨੂੰ ਗੁਰਪੁਰਬ ਵਾਲੇ ਦਿਨ ਉਹ 3 ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕਰਨਾ ਪਿਆ। ਪਰ ਇਹ ਮੋਰਚਾ ਫਤਿਹ ਕਰਨ ਕਿੰਨੀਆਂ ਸ਼ਹਾਦਤਾਂ, ਸਾਡੇ ਕਿਸਾਨਾਂ ਦੀਆਂ 700-800 ਦੇ ਕਰੀਬ ਕੀਮਤੀ ਜਾਨਾਂ ਗਈਆਂ। ਸਾਡੇ ਜਿਹੜੇ ਕਿਸਾਨ, ਕੋਈ ਉੱਥੇ ਮੋਰਚੇ ਤੇ, ਕੋਈ ਆਉਂਦਿਆਂ ਜਾਂਦਿਆਂ ਰਸਤਿਆਂ 'ਚ ਐਕਸੀਡੈਂਟਾਂ ਦੇ ਸ਼ਿਕਾਰ ਹੋਏ। ਕਿੰਨਾ ਕੁਝ ਅਸੀਂ ਗਵਾਇਆ, ਕਿੰਨੀਆਂ ਕੀਮਤੀ ਜਾਨਾਂ ਗਵਾਈਆਂ। ਲੰਬਾ ਮੋਰਚਾ ਚੱਲਿਆ, ਕੰਮਕਾਰ ਛੱਡ ਕੇ ਉੱਥੇ ਗਰਮੀ ਵੀ ਲੰਘੀ, ਸਰਦੀ ਵੀ ਲੰਘੀ, ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਉੱਥੇ ਗੁਰਮੁਖ ਪਿਆਰਿਓ ਆਪੋ ਮਾਘ ਦੀਆਂ ਰਾਤਾਂ ਵੀ ਕੱਟੀਆਂ ਤੇ ਜੇਠ ਹਾੜ ਦਾ ਮਹੀਨਾ ਜੂਨ ਤੇ ਜੁਲਾਈ ਦੀ ਗਰਮੀ ਵੀ ਉੱਥੇ ਕੱਟੀ। ਪਰ ਮੋਰਚਾ ਸਫਲ ਹੋਇਆ ਕਿ 3 ਖੇਤੀ ਕਾਨੂੰਨ ਵਾਪਸ ਹੋਏ। ਪਰ ਕਿੰਨੀਆਂ ਸ਼ਹਾਦਤਾਂ, ਕਿੰਨੀਆਂ ਜਾਨਾਂ ਗਈਆਂ। ਇਹ ਅੰਬ ਸਾਹਿਬ ਤੋਂ ਬਾਅਦ ਬਾਪੂ ਸੂਰਜ ਸਿੰਘ ਹਸਨਪੁਰ ਜਿਨ੍ਹਾਂ ਦਾ ਜ਼ਿਕਰ ਹੋ ਰਿਹਾ ਸੀ ਹੁਣੇ, ਉਹਨਾਂ ਨੇ ਆਪਣੇ ਪਿੰਡ ਹੀ ਅਰਦਾਸਾ ਸੋਧ ਕੇ, ਜਿਨ੍ਹਾਂ ਦਾ ਸਾਰਾ ਪਰਿਵਾਰ ਅਮਰੀਕਾ ਦੀ ਧਰਤੀ, ਖੁਦ ਵੀ ਅਮਰੀਕਾ ਦੀ ਧਰਤੀ, ਪਰ ਉੱਥੇ ਦੀ ਸਿਟੀਜ਼ਨਸ਼ਿਪ ਨਹੀਂ ਲਈ। ਕਹਿੰਦੇ ਮੈਂ ਆਪਣੀ ਪੰਜਾਬ ਦੀ ਧਰਤੀ ਤੇ ਆਪਣੇ ਪ੍ਰਾਣ ਤਿਆਗਣਾ ਚਾਹੁੰਦਾ। ਮੈਂ ਬਚਪਨ ਤੋਂ ਉਹਨਾਂ ਨੂੰ ਮਿਲਦਾ, ਜਦੋਂ ਤੋਂ ਦਮਦਮੀ ਟਕਸਾਲ ਵਿੱਚ ਦਾਖਲਾ ਹੋਇਆ, ਕਿਉਂਕਿ ਉਹ ਦਮਦਮੀ ਟਕਸਾਲ ਦੇ ਨਾਲ ਗੁਰਮੁਖ ਪਿਆਰਿਓ ਪਿਆਰ ਰੱਖਣ ਵਾਲੇ। ਅੱਜ ਤੋਂ 30 ਸਾਲ ਪਹਿਲਾਂ ਦੀ ਮੈਂ ਗੱਲ ਕਰਾਂ ਤੇ ਬਾਪੂ ਸੂਰਜ ਸਿੰਘ ਖਾਲਸਾ, ਉਹਨਾਂ ਨਾਲ ਅਕਸਰ ਬਚਨ ਬਲਾਸ ਹੋਣੇ, ਮਿਲਣਾ ਜੁਲਣਾ। ਉਹਨਾਂ ਅਰਦਾਸਾ ਸੋਧਿਆ, ਕੌਮ ਨੇ ਵਹੀਰਾਂ ਘਤੀਆਂ। ਉੱਥੇ ਵੀ ਜਿਵੇਂ ਇੱਥੇ ਮੇਰੇ ਆਉਣ ਤੋਂ ਪਹਿਲਾਂ ਬੱਚੇ ਕੀਰਤਨ ਕਰ ਰਹੇ ਸਨ, ਕਵਿਤਾਵਾਂ ਗਾ ਰਹੇ ਸਨ, ਉੱਥੇ ਲਗਾਤਾਰ ਰਾਤਾਂ ਦੇ ਦੀਵਾਨ ਸਜਾਏ ਸੰਤ ਮਹਾਂਪੁਰਸ਼ਾਂ, ਰਾਗੀ, ਢਾਡੀ, ਪ੍ਰਚਾਰਕਾਂ, ਦਿਨ ਰਾਤ ਮੋਰਚਾ ਚੱਲਿਆ। ਪਰ ਪੰਜਾਬ ਦੀ ਬਾਦਲ ਸਰਕਾਰ, ਉਹਨਾਂ ਨੇ ਗੁਰਮੁਖ ਪਿਆਰਿਓ ਜਿਹੜੇ ਅੱਜ ਕਹਿੰਦੇ, ਚਲੋ ਅਸੀਂ ਕਹਿੰਦੇ ਦੇਰ ਆਏ ਦਰੁਸਤ ਆਏ, ਕੌਮੀ ਸਿੰਘਾਂ ਲਈ ਭਾਵੇਂ ਦਸਕਤੀ ਮੁਹਿੰਮ ਸਾਡੀ ਸ਼੍ਰੋਮਣੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਈ ਗਈ ਹੈ, ਪਰ ਉਸ ਵੇਲੇ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਮੰਗ ਰਹੇ ਸੀ ਬਾਪੂ ਸੂਰਜ ਸਿੰਘ ਖਾਲਸਾ, ਉਹਨਾਂ ਨੂੰ ਬੰਦੀ ਬਣਾ ਦਿੱਤਾ। ਡੀਐਮਸੀ ਹਸਪੀਟਲ ਨੂੰ ਜੇਲ੍ਹ ਵਿੱਚ ਤਬਦੀਲ ਕਰਕੇ ਇੱਕ ਕਮਰੇ ਨੂੰ ਨਜ਼ਰਬੰਦ ਕਰ ਦਿੱਤਾ ਤੇ ਫੋਰਸ ਫੀਡ, ਜਿਨ੍ਹਾਂ ਭੁੱਖ ਹੜਤਾਲ ਕੀਤੀ ਸੀ, ਉਹਨਾਂ ਨੂੰ ਫੋਰਸ ਫੀਡ ਦੇਣੀ ਸ਼ੁਰੂ ਕਰ ਦਿੱਤੀ। ਪਰ ਬਾਪੂ ਸੂਰਜ ਸਿੰਘ ਖਾਲਸਾ ਦਾ ਉਹ ਮੋਰਚਾ, ਉਹਦੀਆਂ ਵੀ ਕੁਝ ਪ੍ਰਾਪਤੀਆਂ ਹੋਈਆਂ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਭਾਈ ਗੁਰਦੀਪ ਸਿੰਘ ਖਹਿੜਾ, ਉਹ ਦਿੱਲੀ ਦੀ ਤਿਹਾੜ ਜੇਲ੍ਹ ਤੇ ਕਰਨਾਟਕ ਦੀ ਜੇਲ੍ਹ,
ਉਥੋਂ ਗੁਰਮੁਖ ਪਿਆਰਿਓ ਪੰਜਾਬ ਦੀ ਧਰਤੀ ਤੇ ਸਿਫਟ ਹੋਏ। ਕੁਝ ਸਿੰਘਾਂ ਦੀਆਂ ਰਿਹਾਈਆਂ ਬਾਪੂ ਸੂਰਜ ਸਿੰਘ ਦੇ ਮੋਰਚੇ ਦੇ ਨਾਲ, ਜੋ ਅੱਜ ਤੱਕ ਲਗਾਤਾਰ ਉਹਨਾਂ ਦੇ ਵੱਲੋਂ ਆਪਣਾ ਦ੍ਰਿੜ ਸੰਕਲਪ ਕੀਤਾ, ਉਹ ਜਾਰੀ। ਤੇ ਕੱਲ ਜਥੇਦਾਰ ਹਵਾਰਾ ਸਾਹਿਬ ਦੇ ਹੁਕਮ ਤੇ ਉਹਨਾਂ ਨੇ ਆਪਣੀ ਭੁੱਖ ਹੜਤਾਲ ਤੋੜੀ ਹੈ। ਭਾਈ ਗੁਰਦੀਪ ਸਿੰਘ ਬਠਿੰਡਾ, ਭਾਈ ਇਕਬਾਲ ਸਿੰਘ, ਬਾਪੂ ਗੁਰਚਰਨ ਸਿੰਘ ਜੀ, ਭਾਈ ਮਿੰਟੂ ਜੀ, ਇਹ ਸਾਰੇ ਗੁਰਮੁਖ ਉੱਥੇ ਪਹੁੰਚੇ, ਜਥੇਦਾਰ ਸਾਹਿਬ ਦਾ ਲਿਖਤੀ ਸੁਨੇਹਾ ਦਿੱਤਾ ਤੇ ਉਹਨਾਂ ਨੇ ਆਪਣੀ ਭੁੱਖ ਹੜਤਾਲ ਨੂੰ ਤੋੜਿਆ। ਆਉਣ ਵਾਲੇ ਕੁਝ ਦਿਨਾਂ ਤੱਕ ਇਸ ਮੋਰਚੇ ਵਿੱਚ ਉਹ ਸ਼ਾਮਲ ਹੋਣਗੇ, ਕਿਉਂਕਿ 7-8 ਸਾਲ ਜਿਨ੍ਹਾਂ ਨੇ ਮੂੰਹ ਰਾਹੀਂ ਕੁਝ ਨਹੀਂ ਛਕਿਆ, ਨੱਕ ਰਾਹੀਂ ਉਹਨਾਂ ਨੂੰ ਖੁਰਾਕ ਦਿੱਤੀ ਜਾਂਦੀ ਰਹੀ ਹੈ। ਗੁਰਮੁਖ ਪਿਆਰਿਓ, ਉਸ ਮੋਰਚੇ ਤੋਂ ਬਾਅਦ ਬਰਗਾੜੀ ਦਾ ਇਨਸਾਫ ਮੋਰਚਾ ਚੱਲਿਆ, ਸਰਬੱਤ ਖਾਲਸਾ ਹੋਇਆ। ਔਰ ਜਿਸ ਤਰ੍ਹਾਂ ਬਰਗਾੜੀ ਬੇਅਦਬੀ ਕਾਂਡ ਵਾਪਰਿਆ, ਉਹਦੇ ਇਨਸਾਫ ਵਾਸਤੇ 6.5 ਮਹੀਨੇ ਲਗਾਤਾਰ ਬਰਗਾੜੀ ਬੇਅਦਬੀ ਦੇ ਇਨਸਾਫ ਲਈ ਲੜਾਈ ਲੜੀ ਗਈ, ਜਿਸ ਵਾਸਤੇ ਅੱਜ ਵੀ ਆਪਾਂ ਇੱਥੇ ਬੈਠੇ, ਕਿਉਂਕਿ ਪੂਰਾ ਇਨਸਾਫ ਨਾ ਗੁਰਦੁਆਰਾ ਅੰਬ ਸਾਹਿਬ ਦੇ ਮੋਰਚੇ ਵੇਲੇ ਹੋਇਆ, ਨਾ ਬਾਪੂ ਖਾਲਸਾ ਦੇ ਮੋਰਚੇ ਵੇਲੇ, ਤੇ ਨਾ ਬਰਗਾੜੀ ਦੇ ਇਨਸਾਫ ਮੋਰਚੇ ਵੇਲੇ। ਕੁਝ ਪ੍ਰਾਪਤੀਆਂ ਹੋਈਆਂ ਪਰ ਪੂਰਾ ਇਨਸਾਫ ਅੱਜ ਤੱਕ ਨਹੀਂ ਹੋਇਆ। ਤਾਂ ਕਰਕੇ ਇੱਥੇ ਬੈਠੇ। ਪਿਛਲੇ ਸਮੇਂ 'ਚ ਕੁਝ ਪੈਰੋਲਾਂ ਵੀ ਹੋਈਆਂ, ਜੇਲ੍ਹ ਤਬਦੀਲੀਆਂ ਵੀ ਹੋਈਆਂ, ਰਿਹਾਈਆਂ ਵੀ ਹੋਈਆਂ। ਭਾਈ ਦਇਆ ਸਿੰਘ ਲਾਹੌਰੀਆ ਦੀ ਰਿਹਾਈ ਹੋਈ, ਭਾਈ ਲਾਲ ਸਿੰਘ ਅਕਾਲਗੜ੍ਹ ਦੀ ਰਿਹਾਈ ਹੋਈ, ਭਾਈ ਹਰਨੇਕ ਸਿੰਘ ਭੱਪ ਰਿਹਾਈਆਂ ਹੋਈਆਂ। ਗੁਰਮੁਖ ਪਿਆਰਿਓ, ਭਾਈ ਸਬੇਗ ਸਿੰਘ ਵਰਗੇ, ਭਾਈ ਨੰਦ ਸਿੰਘ ਵਰਗਿਆਂ ਦੀਆਂ ਰਿਹਾਈਆਂ ਹੋਈਆਂ, ਪਰ ਅੱਜ ਵੀ ਰਿਹਾਈਆਂ ਪੈਂਡਿੰਗ ਨੇ। ਔਰ ਇਹ ਰਿਹਾਈਆਂ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਨਜ਼ਰਬੰਦੀ। ਮੈਂ ਇੱਕ ਬੇਨਤੀ ਕਰਾਂ, ਐਡਵੋਕੇਟ ਸਾਹਿਬਾਨ ਇੱਥੇ ਬੈਠੇ ਨੇ, ਸਰਦਾਰ ਅਮਰ ਸਿੰਘ ਚਾਹਲ, ਸਰਦਾਰ ਸਿੰਦਰਪਾਲ ਸਿੰਘ ਬਰਾੜ, ਸਰਦਾਰ ਰਵਿੰਦਰ ਸਿੰਘ ਜੌਲੀ, ਸਾਰੇ ਐਡਵੋਕੇਟ ਨੇ, ਮੇਰੇ ਨਾਲ ਆਏ ਨੇ। ਸਰਦਾਰ ਅਮਰਜੀਤ ਸਿੰਘ ਪੰਜੋਖਰਾ ਸਾਹਿਬ ਅੰਬਾਲਾ ਹਰਿਆਣੇ ਦੀ ਧਰਤੀ ਤੋਂ। ਇਹ ਜਿੰਨੇ ਕਾਨੂੰਨੀ ਮਾਹਰ ਆ, ਇਹ ਸਾਰੇ ਜਾਣਦੇ ਆ। ਕਈ ਗੱਲਾਂ ਕਾਨੂੰਨੀ ਹੁੰਦੀਆਂ, ਕਈ ਸਿਆਸੀ ਹੁੰਦੀਆਂ ਨੇ। ਅੱਜ ਸਾਡੇ ਇਹਨਾਂ ਬੰਦੀ ਸਿੰਘਾਂ ਦੀਆਂ ਰਿਹਾਈਆਂ, ਇਹ ਕਾਨੂੰਨੀ ਘੱਟ ਤੇ ਸਿਆਸੀ ਜ਼ਿਆਦਾ ਆ। ਇਹ ਮਸਲਾ ਕਾਨੂੰਨੀ ਘੱਟ ਆ, ਸਿਆਸੀ ਜ਼ਿਆਦਾ ਹੈ। ਇੱਥੇ ਦੇਖੋ, ਭਾਵੇਂ ਉਹਨਾਂ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ, ਪਰ ਇੱਥੇ ਭਾਰਤ ਦੇਸ਼ ਅੰਦਰ ਬਿਲਕਿਸ ਬਾਨੋ ਦੇ ਜਿਹੜੇ ਦੋਸ਼ੀ ਸਨ, ਉਹ ਰਿਹਾ ਹੋ ਸਕਦੇ ਆ। ਇੱਥੇ ਇੰਡੀਆ ਦੇ ਪ੍ਰਾਈਮ ਮਿਨਿਸਟਰ ਰਾਜੀਵ ਗਾਂਧੀ ਦੇ, ਜਿਨ੍ਹਾਂ ਨੇ ਉਸ ਦਾ ਮਰਡਰ ਕੀਤਾ, ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ। ਪਰ ਸਾਡੇ ਬੰਦੀ ਸਿੰਘਾਂ ਨੂੰ ਰਿਹਾ ਕਿਉਂ ਨਹੀਂ ਕੀਤਾ ਜਾ ਰਿਹਾ? ਚਾਹੇ ਉਹ ਜਥੇਦਾਰ ਹਵਾਰਾ ਸਾਹਿਬ, ਚਾਹੇ ਭਾਈ ਰਾਜੋਆਣਾ, ਚਾਹੇ ਭਾਈ ਭਿਓਰਾ ਤੇ ਭਾਈ ਤਾਰਾ, ਤੇ ਬਾਕੀ ਜਿੰਨੇ ਸਾਥੀ ਸਿੰਘ ਜਿਨ੍ਹਾਂ ਦਾ ਮੈਂ ਪਹਿਲਾਂ ਜ਼ਿਕਰ ਕਰ ਚੁੱਕਿਆ, ਪ੍ਰੋਫੈਸਰ ਭੁੱਲਰ ਸਾਹਿਬ, ਭਾਈ ਖੈੜਾ ਸਾਹਿਬ, ਕਿਉਂ ਨਹੀਂ ਰਿਹਾਈਆਂ ਹੋ ਰਹੀਆਂ? ਪੈਰੋਲਾਂ ਵੀ ਕੱਟੀਆਂ ਨੇ ਕਈਆਂ ਨੂੰ, ਤੇ ਅਜੇ ਤੱਕ ਪੈਰੋਲਾਂ ਨਹੀਂ। ਪਰ ਜਿਹੜੇ ਪੈਰੋਲਾਂ ਕੱਟ ਕੇ ਆ ਪਿਛਲੇ ਕਰੋਨਾ ਕਾਲ ਦੇ ਵਿੱਚ ਮਹੀਨਿਆਂ ਬੱਧੀ ਬਾਹਰ ਰਹਿ ਕੇ ਚਲੇ ਗਏ, ਉਹਨਾਂ ਨੂੰ ਕਿਵੇਂ ਕਿਹਾ ਜਾ ਸਕਦਾ? ਜਿਵੇਂ ਪਹਿਲਾਂ ਬਾਦਲ ਸਰਕਾਰ ਨੇ ਪ੍ਰੋਫੈਸਰ ਭੁੱਲਰ ਵੇਲੇ, ਤੇ ਥੋੜੇ ਦਿਨ 2-3 ਦਿਨ ਪਹਿਲਾਂ ਮੇਰੇ ਕੋਲ ਭਾਈ ਕਰਮਜੀਤ ਸਿੰਘ ਸੁਨਾਮ ਆਏ ਸਨ, ਰਾਜਘਾਟ ਤੇ ਹਮਲਾ ਰਾਜੀਵ ਗਾਂਧੀ ਤੇ ਜਿਨ੍ਹਾਂ ਨੇ ਕੀਤਾ ਸੀ ਪ੍ਰਾਈਮ ਮਿਨਿਸਟਰ ਦੇ ਉੱਪਰ। ਉਹਨਾਂ ਨੇ ਆਪਣੀ ਬੁੱਕ ਜਿਹੜੀ ਉਹਨਾਂ ਦੀ ਛਪੀ, ਉਹਦੇ ਚੋਂ ਚਿੱਠੀ ਲੱਗੀ ਹੈ, ਜਿਹਦੇ ਚ ਬਾਦਲ ਸਰਕਾਰ ਨੇ ਆਖਿਆ ਸੀ ਕਰਮਜੀਤ ਸਿੰਘ ਸੁਨਾਮ ਨੂੰ ਦਿੱਲੀ ਤੋਂ ਪੰਜਾਬ ਸ਼ਿਫਟ ਨਾ ਕੀਤਾ ਜਾਵੇ। ਇਹਦੇ ਆਉਣ ਨਾਲ ਇੱਥੇ ਹਾਲਾਤ ਵਿਗੜ ਸਕਦੇ, ਅਮਨ ਸ਼ਾਂਤੀ ਨੂੰ ਲਾਂਬੂ ਲੱਗ ਸਕਦਾ। ਪਰ ਮੈਂ ਕਹਿਣਾ ਚਾਹੁੰਦਾ, ਕਿੰਨੇ ਸਾਡੇ ਸਿੰਘ ਪੈਰੋਲਾਂ ਤੇ ਆਏ? ਮੈਨੂੰ ਦੱਸੋ, ਕਿਹਨੇ ਆ ਕੇ ਬੰਬ ਬਣਾਉਣ ਦੀ ਫੈਕਟਰੀ ਸ਼ੁਰੂ ਕੀਤੀ ਆ? ਕਿੰਨੇ ਆ ਕੇ ਟ੍ਰੇਨਿੰਗ ਸੈਂਟਰ ਖੋਲਿਆ? ਉਹਨਾਂ ਨੇ ਆ ਕੇ ਆਪਣੇ ਪਰਿਵਾਰਾਂ 'ਚ ਆਪਣਾ ਸਮਾਂ ਬਤੀਤ ਕਰ ਰਹੇ ਆ। ਗੁਰਮੁਖ ਪਿਆਰਿਓ, ਪੈਰੋਲਾਂ ਤੇ ਆਏ ਕਈਆਂ ਨੂੰ, ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾਣ ਦੀ ਵੀ ਇਜਾਜ਼ਤ ਨਹੀਂ ਸੀ। ਕਈਆਂ ਨੂੰ ਅਨੰਦਪੁਰ ਸਾਹਿਬ ਜਾਣ ਦੀ ਵੀ ਇਜਾਜ਼ਤ ਨਹੀਂ, ਘਰ ਤੋਂ ਥੋੜੀ ਦੂਰ ਤੱਕ ਨਹੀਂ ਜਾ ਸਕਦੇ। ਇਹੋ ਜੀਆਂ ਪੈਰੋਲਾਂ, ਕਾਨੂੰਨ ਦੇ ਦੋਹਰੇ ਮਾਪਦੰਡ ਅਪਣਾਏ ਜਾ ਰਹੇ ਆ। ਪਰ ਮੈਂ ਬੇਨਤੀ ਕਰਾਂ, ਜੋ ਪਹਿਲਾਂ ਪ੍ਰਾਪਤ ਹੋਇਆ, ਬਹੁਤ ਕੁਝ ਨੁਕਸਾਨ ਵੀ ਹੋਇਆ, ਪਰ ਜਿੰਨੀਆਂ ਪ੍ਰਾਪਤੀਆਂ ਹੋਈਆਂ, ਤੁਹਾਡੇ ਪ੍ਰੈਸ਼ਰ ਬਿਲਡ ਕਰਨ ਦੇ ਕਾਰਨ, ਤੁਹਾਡੇ ਦਬਾਅ ਦੇ ਕਾਰਨ, ਚਾਹੇ ਫੈਸਲਾ ਪੰਜਾਬ ਸਰਕਾਰ ਨੂੰ ਲੈਣਾ ਪਿਆ ਤੇ ਚਾਹੇ ਕੇਂਦਰ ਸਰਕਾਰ ਨੂੰ ਲੈਣਾ ਪਿਆ।
ਬਰਗਾੜੀ ਦਾ ਇਨਸਾਫ ਮੋਰਚਾ ਸਾਡੇ 6 ਮਹੀਨੇ ਚੱਲਿਆ। ਲੱਖਾਂ ਦੀ ਤਾਦਾਦ ਵਿੱਚ ਸੰਗਤਾਂ ਆਈਆਂ। ਮੌਜੂਦਾ ਤੇ ਸਾਬਕਾ ਸਰਕਾਰਾਂ ਫੇਲ ਹੋ ਗਈਆਂ। ਇੱਕ ਪਾਸੇ ਮੌਜੂਦਾ ਸਰਕਾਰ ਉਹ ਤਾਂ ਮੰਡੀ ਕਿਲਿਆਂ ਵਾਲੀ ਡੱਬ ਵਾਲੀ ਕੋਲੇ ਇਕੱਠ ਕਰ ਰਹੀ ਸੀ 7 ਅਕਤੂਬਰ ਦਾ, ਤੇ ਦੂਜੇ ਪਾਸੇ ਸਾਬਕਾ ਸਰਕਾਰ ਅਕਾਲੀ ਦਲ ਉਹ ਪਟਿਆਲੇ ਇਕੱਠ ਕਰ ਰਿਹਾ ਸੀ। ਪਰ ਤੁਸੀਂ ਵਹੀਰਾਂ ਘੱਟ ਕੇ ਜੋ ਬਰਗਾੜੀ ਦੀ ਧਰਤੀ ਤੇ ਪਹੁੰਚੇ, ਉਹਨਾਂ ਨੇ ਦੋਨਾਂ ਦੇ ਇਕੱਠਾਂ ਨੂੰ ਮਾਤ ਪਾ ਦਿੱਤੀ। ਉਹ ਦੋਨੇ ਇਕੱਠ ਰਲ ਕੇ ਵੀ ਬਰਗਾੜੀ ਦੇ ਇਕੱਠ ਦੇ ਤੀਜੇ ਹਿੱਸੇ 'ਚ ਨਹੀਂ ਪਹੁੰਚੇ ਸਨ। 20 ਕਿਲੋਮੀਟਰ ਦਾ ਜਾਮ ਲੱਗ ਗਿਆ। ਰਾਹਾਂ 'ਚੋਂ ਕਈਆਂ ਨੂੰ ਮੁੜਨਾ ਪਿਆ ਜਿਹੜੇ ਬਰਗਾੜੀ ਦੀ ਉਸ ਮੋਰਚੇ ਵਾਲੀ ਜਗ੍ਹਾ ਤੱਕ ਨਹੀਂ ਪਹੁੰਚ ਸਕੇ। ਇਹ ਤੁਹਾਡਾ ਜਜ਼ਬਾ, ਇਹ ਤੁਹਾਡਾ ਦਬਾਅ, ਜਿਹਦੇ ਕਰਕੇ ਮੌਕੇ ਦੀ ਸਰਕਾਰ ਨੂੰ ਅਣਪਛਾਤੀ ਪੁਲਿਸ ਪਛਾਣਨੀ ਪਈ, ਜਿਨ੍ਹਾਂ ਨੇ ਗੋਲੀਆਂ ਮਾਰ ਕੇ ਇਨਸਾਫ ਮੰਗਦੇ ਸਿੱਖਾਂ ਨੂੰ ਸ਼ਹੀਦ ਕੀਤਾ ਸੀ। ਜਿਹੜਾ ਜਾਂਚ ਕਮਿਸ਼ਨ ਪਹਿਲਾਂ ਵੀ ਬੜੇ ਨਕੋਦਰ ਗੋਲੀ ਕਾਂਡ ਦਾ ਜਾਂਚ ਕਮਿਸ਼ਨ ਬਣਿਆ, ਰਿਪੋਰਟਾਂ ਅੱਜ ਤੱਕ ਜਨਤਕ ਨਹੀਂ। ਕਦੋਂ 1986 ਲੰਘਿਆ, ਅੱਜ 2023 ਚੱਲ ਰਿਹਾ, ਅੱਜ ਤੱਕ ਉਹ ਜਾਂਚ ਰਿਪੋਰਟਾਂ ਜਨਤਕ ਨਹੀਂ ਹੋਈਆਂ। ਪਰ ਇਹ ਤੁਹਾਡਾ ਦਬਾਅ ਸੀ, ਇਹ ਕਿਸੇ ਵਿਅਕਤੀ ਦੀ ਗੱਲ ਨਹੀਂ। ਭਾਵੇਂ ਮੈਂ ਕਿੰਨਾ ਕਹਿ ਦਿਆਂ ਕਿ ਮੇਰਾ ਮੋਰਚਾ ਤੇ ਮੈਂ ਜਿੱਤ ਕੇ ਲਾਇਆ, ਇਹ ਵੱਖਰੀ ਗੱਲ, ਇਹ ਹਉਮੈ ਹੰਕਾਰ ਦੀ ਗੱਲ ਹੋਵੇਗੀ। ਪਰ ਇਹ ਤੁਹਾਡਾ ਦਬਾਅ ਸੀ, ਸੰਗਤਾਂ ਦਾ, ਪੰਥ ਦਾ, ਕੌਮ ਦਾ, ਕਿ ਸਮੇਂ ਦੀ ਸਰਕਾਰ ਨੂੰ ਫੈਸਲਾ ਲੈਣਾ ਪਿਆ। ਜਾਂਚ ਕਮਿਸ਼ਨ ਦੀ ਰਿਪੋਰਟ, ਮੈਨੂੰ ਕੱਲੀ ਕੱਲੀ ਗੱਲ ਯਾਦ ਹੈ। 1 ਜੂਨ ਨੂੰ ਬਰਗਾੜੀ ਦਾ ਮੋਰਚਾ ਲੱਗਾ। ਮੌਕੇ ਦੇ ਮੁੱਖ ਮੰਤਰੀ ਨੇ 6 ਜੂਨ ਨੂੰ ਪੰਜਾਬ ਭਵਨ 'ਚ ਸਿੱਖ ਜਥੇਬੰਦੀਆਂ ਦੇ ਵਫਦ ਨਾਲ ਮੁਲਾਕਾਤ ਕੀਤੀ, ਫਰੀ ਹੈਂਡ ਕੀਤਾ ਸਿੱਟ ਨੂੰ, ਤੇ ਤੀਜੇ ਦਿਨ 9 ਜੂਨ ਨੂੰ ਬਰਗਾੜੀ ਬੇਅਦਬੀ ਕਾਂਡ ਦਾ ਮੁੱਖ ਦੋਸ਼ੀ ਬਿੱਟੂ, ਜਿਹੜਾ ਹਿਮਾਚਲ ਤੋਂ ਫੜ ਲਿਆਂਦਾ ਸੀ, ਇਹ ਮੋਰਚੇ ਦਾ ਦਬਾਅ ਸੀ। 30 ਜੂਨ ਨੂੰ ਉਹ ਜਾਂਚ ਕਮਿਸ਼ਨ ਦੀ ਰਿਪੋਰਟ ਜਿਹੜੀ ਸੀ ਸਬਮਿਟ ਹੋ ਗਈ, ਵਿਧਾਨ ਸਭਾ 'ਚ ਟੇਬਲ ਹੋਈ। 2 ਦਿਨ ਬਹਿਸ ਹੋਈ ਪੰਜਾਬ ਸਰਕਾਰ ਦੀ ਵਿਧਾਨ ਸਭਾ ਪੰਜਾਬ ਵਿੱਚ। ਐਂ ਲੱਗਦਾ ਸੀ ਪੰਜਾਬ ਵਿਧਾਨ ਸਭਾ ਜਿਵੇਂ ਖਾਲਸਾ ਦਰਬਾਰ ਲੱਗਿਆ ਹੋਵੇ, ਜਕਾਰੇ ਛੱਡੇ ਜਾ ਰਹੇ ਸਨ। ਕਿਸ ਤਰ੍ਹਾਂ ਵਿਰੋਧੀਆਂ ਨੂੰ ਭਾਜੜਾਂ ਪਈਆਂ ਹੋਈਆਂ ਸਨ, ਦੋਸ਼ੀ ਵਿਧਾਨ ਸਭਾ ਤੋਂ ਬਾਹਰ ਆ ਗਏ ਸਨ। ਤੁਹਾਡੇ ਸਾਹਮਣੇ ਆ ਸਾਰਾ ਕੁਝ। ਮੈਂ ਬੇਨਤੀ ਕਰ ਰਿਹਾ ਸੀ, ਉਹ ਅਫਸਰ ਪਛਾਣੇ ਗਏ, ਚਾਹੇ ਕੋਈ ਡੀਐਸਪੀ, ਐਸਐਸਪੀ, ਆਈਜੀਆਂ ਤੱਕ, ਪਰ ਪੂਰਾ ਇਨਸਾਫ ਨਹੀਂ ਹੋਇਆ। ਦੋਸ਼ੀ ਫੜੇ ਗਏ 28 ਦੇ ਕਰੀਬ ਬੇਅਦਬੀ ਦੇ ਦੋਸ਼ੀ। ਇਹ ਤੁਹਾਡਾ ਦਬਾਅ ਕਿ ਅੱਜ ਗੁਰਮੁਖ ਪਿਆਰਿਓ, ਬਰਗਾੜੀ ਬੇਅਦਬੀ ਕਾਂਡ ਦੀਆਂ 3 FIR, ਉਹਨਾਂ ਦਾ ਚਲਾਨ ਪੇਸ਼ ਹੋਇਆ। ਕੋਟਕਪੂਰਾ ਤੇ ਬਾਈਬਲ ਦਾ ਅਜੇ ਬਾਕੀ ਹੈ। ਪਰ ਇਹ ਤੁਹਾਡੇ ਦਬਾਅ ਦੇ ਬਾਵਜੂਦ ਸੀ। ਇਹ ਵੱਖਰੀ ਗੱਲ ਜਦੋਂ ਮੋਰਚਾ ਸਿਖਰ ਤੇ ਜਾ ਰਿਹਾ ਤੇ ਗੁਰਮੁਖ ਪਿਆਰਿਓ, ਉਹਨਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਨੂੰ ਕਰੋੜਾਂ ਦਾ ਮੁਆਵਜ਼ਾ ਦੇਣਾ ਪਿਆ। ਅੱਜ ਤੱਕ ਕਿਸੇ ਵੀ ਸਿੱਖ ਨਾਲ ਕੋਈ ਦੁਰਘਟਨਾ ਵਾਪਰੀ ਹੋਵੇ, ਇਤਿਹਾਸ ਕੱਢ ਕੇ ਦੇਖ ਲਓ, ਕਿਸੇ ਸਿੱਖ ਪਰਿਵਾਰ ਨੂੰ ਕਰੋੜ ਰੁਪਏ ਦਾ ਮੁਆਵਜ਼ਾ ਸਰਕਾਰ ਨੇ ਦਿੱਤਾ ਹੋਵੇ, ਤੁਹਾਨੂੰ ਮਿਲੇਗਾ ਨਹੀਂ। ਭਾਵੇਂ ਕਿ ਮਕਸਦ ਮੁਆਵਜ਼ਾ ਨਹੀਂ ਸੀ, ਮਕਸਦ ਇਨਸਾਫ ਹੈ, ਪਰ ਸਰਕਾਰਾਂ ਨੂੰ ਇਹ ਫੈਸਲੇ ਲੈਣੇ ਪਏ। ਕਿੰਨੇ ਜਿਹੜੇ 295 ਦੇ ਮੁਕੱਦਮੇ ਰੱਦ ਕਰਨੇ ਪਏ। ਇਹ ਤੁਹਾਡਾ ਦਬਾਅ, ਪੰਥ ਦਾ ਦਬਾਅ, ਜਿਸ ਕਰਕੇ ਫੈਸਲੇ ਬਹੁਤ ਕੁਝ ਹੋਇਆ। ਮੈਂ ਵਿਸਥਾਰ ਵਿੱਚ ਨਾ ਜਾਵਾਂ, ਗੱਲਾਂ ਸਿਖਰ ਤੇ ਹੋ ਰਹੀਆਂ ਸਨ। ਪਰ ਸਾਡੇ ਗੁਰਮੁਖ ਪਿਆਰਿਓ, ਜਿਸ ਤਰ੍ਹਾਂ ਮੋਰਚਾ ਡਿਕਟੇਟਰ ਉਸ ਵੇਲੇ, ਜਿਸ ਤਰ੍ਹਾਂ ਭਾਈ ਗੁਰਬਖਸ਼ ਸਿੰਘ ਜਥੇਦਾਰਾਂ ਦੇ ਝੂਠੇ ਵਾਅਦਿਆਂ 'ਚ ਆ ਕੇ ਜੂਸ ਦਾ ਗਲਾਸ ਪੀ ਕੇ ਮੋਰਚਾ ਖਤਮ ਕਰ ਦਿੱਤਾ, ਇਸੇ ਤਰ੍ਹਾਂ ਸਾਡੇ ਮੋਰਚਾ ਡਿਕਟੇਟਰ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਫੋਨ ਤੇ ਗੱਲਬਾਤ ਕਰਕੇ ਮੋਰਚਾ ਚੱਕਣ ਦਾ ਐਲਾਨ, ਭਾਵੇਂ ਕੋਈ ਜਥੇਬੰਦੀ, ਕੋਈ ਆਗੂ ਸਹਿਮਤ ਨਹੀਂ ਸੀ। ਔਰ ਜਿਸ ਦਾ ਸਬੂਤ ਹੈ ਅੱਜ ਕਿ ਸਾਡੇ ਉਸ ਵੀਰ ਨੂੰ, ਗੁਰਮੁਖ ਪਿਆਰਿਓ, ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਕੌਮ ਤੋਂ ਮੁਆਫੀ ਮੰਗਣੀ ਪਈ ਹੈ ਕਿ ਮੇਰੀ ਗਲਤੀ, ਮੇਰੇ ਤੋਂ ਗਲਤੀ ਹੋਈ ਹੈ। ਕਿਸੇ ਦਾ ਕੋਈ ਯੋਗਦਾਨ ਨਹੀਂ, ਨਾ ਕਿਸੇ ਜਥੇਬੰਦੀ ਦਾ, ਨਾ ਕਿਸੇ ਹੋਰ ਜਥੇਦਾਰ ਦਾ। ਮੈਨੂੰ ਵਾਅਦਾ ਕੀਤਾ ਸੀ ਮੁੱਖ ਮੰਤਰੀ ਪੰਜਾਬ ਨੇ, ਆਪਣੇ ਮੰਤਰੀ ਭੇਜ ਕੇ ਤੇ ਫੋਨ ਤੇ ਗੱਲ ਕਰਕੇ। ਅੱਜ ਮੰਤਰੀਆਂ ਦੀਆਂ ਇੰਟਰਵਿਊਆਂ ਵੀ ਸਾਹਮਣੇ ਆ ਚੁੱਕੀਆਂ ਨੇ। ਮੈਂ ਉਸ ਦਿਨ ਤੋਂ ਤੁਹਾਡੇ ਚਰਨਾਂ 'ਚ ਸਚਾਈ ਰੱਖਦਾ ਰਿਹਾ। ਸੈਂਕੜੇ ਇੰਟਰਵਿਊ ਹੋਈਆਂ ਨੇ। ਔਰ ਜਿਹੜਾ ਸਰਦਾਰ ਚਾਹਲ ਸਾਹਿਬ ਨੇ ਕਿਹਾ, ਮੈਂ ਬੇਨਤੀ ਕਰਾਂ, ਤੁਹਾਡੀ ਸੇਵਾ 'ਚ ਸਦਾ ਹਾਜ਼ਰ ਹਾਂ।
ਪੰਥ ਦੀ ਕੌਮ ਦੀ ਸੇਵਾ ਤੋਂ ਬਿਨਾ ਸਾਡੇ ਕੋਲੇ ਕੁਝ ਨਹੀਂ। ਜੋ ਕੁਝ ਹੈ ਪੰਥ ਦੀ ਸੇਵਾ, ਪੰਥ ਦਾ ਸਤਿਕਾਰ ਤੇ ਸਨਮਾਨ ਤੇ ਪ੍ਰਚਾਰ ਪੂਰੇ ਸੰਸਾਰ ਵਿੱਚ। ਪਰ ਉਸ ਵੇਲੇ ਨਾਰਾਜ਼ਗੀਆਂ, ਗਿਲੇ ਸਿਕਵੇ, ਵਖਰੇਵੇਂ ਇਸੇ ਕਰਕੇ ਹੋਏ ਕਿ ਜਿਹੜਾ ਐਡਾ ਸਿਖਰ ਤੇ ਗਿਆ ਮੋਰਚਾ ਇੰਨੀ ਡੂੰਗੀ ਖੱਡ ਵਿੱਚ ਸਿੱਟ ਦਿੱਤਾ। ਕੌਮ ਦੇ ਭਰੋਸੇ ਨਾਲ ਖਿਲਵਾੜ ਹੋਈ ਕਿ ਇੱਕ ਮੁੱਖ ਮੰਤਰੀ ਦੇ ਝੂਠੇ ਵਾਅਦਿਆਂ 'ਚ ਆ ਕੇ ਕੌਮ ਦੀ ਗੱਲ ਨੂੰ ਤਲਾਂਜਲੀ ਦੇ ਦਿੱਤੀ, ਜਿਹਦੀ ਅੱਜ ਖਿਮਾ ਜਾਚਣਾ ਸ੍ਰੀ ਅਕਾਲ ਤਖਤ ਸਾਹਿਬ ਤੇ ਕਰਨੀ ਪਈ ਹੈ। ਭਾਵੇਂ ਗੁਰਮੁਖ ਪਿਆਰਿਓ ਬੜੇ ਤਰ੍ਹਾਂ ਦੇ ਵਿਚਾਰ ਉੱਠੇ, ਬਥੇਰੇ ਤਰ੍ਹਾਂ ਦੀਆਂ ਗੱਲਾਂ ਉੱਠੀਆਂ, ਪਰ ਮੈਂ ਬੇਨਤੀ ਕਰਾਂ ਗੁਰਮੁਖ ਪਿਆਰਿਓ, ਜੋ ਸਚਾਈ ਹੈ ਉਹ ਤੁਹਾਡੇ ਸਾਹਮਣੇ ਹੈ। ਜਦੋਂ ਮਰਜੀ ਬੈਠ ਕੇ ਗੁਰਮੁਖ ਪਿਆਰਿਓ ਗੱਲਬਾਤ, ਜਥੇਦਾਰ ਹਵਾਰਾ ਸਾਹਿਬ ਮੈਂ ਕਈ ਵਾਰ ਮੁਲਾਕਾਤ ਕਰ ਚੁੱਕਿਆ ਉਹਨਾਂ ਦੇ ਨਾਲ, ਤਿਹਾੜ ਜੇਲ੍ਹ ਦੇ ਅੰਦਰ ਬਚਨ ਬਿਲਾਸ ਹੋਏ ਆ, ਕਈ ਵਾਰ ਉਹਨਾਂ ਦੇ ਸਨੇਹੇ ਪੁੱਜ ਚੁੱਕੇ ਆ। ਅਸੀਂ ਉਹਨਾਂ ਦਾ ਅਦਬ ਤੇ ਸਤਿਕਾਰ ਕਰਦੇ ਆ, ਕੌਮ ਲਈ ਕੁਰਬਾਨੀ ਕੀਤੀ ਹੈ। ਪਰ ਮੈਂ ਹੁਣ ਗੁਰਮੁਖ ਪਿਆਰਿਓ, ਕਿਉਂਕਿ ਅੱਜ ਇਸ ਮੋਰਚੇ ਨੂੰ ਕੌਮੀ ਇਨਸਾਫ ਮੋਰਚਾ, ਇਹਨੂੰ ਸਮਰਥਨ ਦੇਣ ਵਾਸਤੇ ਆਏ ਆ। ਕੋਈ ਵਖਰੇਵੇਂ ਦੀਆਂ ਗੱਲਾਂ ਨੂੰ ਗੁਰਮੁਖ ਪਿਆਰਿਓ ਕਰੀਏ ਤਾਂ ਮੈਂ ਸਮਝਦਾ ਉਹ ਸੋਭਾ ਨਹੀਂ ਦਿੰਦੀਆਂ। ਜਿਸ ਦਿਨ ਮੈਂ ਆਪਣੀ ਅਸਮਰੱਥਾ ਜ਼ਾਹਰ ਕੀਤੀ ਸੀ, ਉਸ ਦਿਨ ਵੀ ਮੇਰਾ ਕੋਈ ਨਾ ਜਥੇਦਾਰ ਹਵਾਰਾ ਸਾਹਿਬ ਨਾਲ ਨਾ ਕੌਮ ਦੇ ਨਾਲ, ਸਿਰਫ ਗੁਰਮੁਖ ਪਿਆਰਿਓ ਜਿਹੜੇ ਸੇਵਾ ਨਿਭਾ ਰਹੇ ਸੀ ਉਹਨਾਂ ਨਾਲ ਵਖਰੇਵਾਂ ਹੋ ਗਿਆ ਕਿ ਜਿਨ੍ਹਾਂ ਦੇ ਨਾਲ ਚੱਲਿਆ ਨਹੀਂ ਜਾ ਸਕਦਾ, ਉਹਨਾਂ ਦੇ ਨਾਲ ਫਿਰ ਅਸੀਂ ਅਹੁਦਿਆਂ ਦੀ ਪਕੜ ਰੱਖ ਕੇ ਕੌਮ ਨੂੰ ਜਵਾਬਦੇਹ ਹੋਵਾਂਗੇ ਕਿ ਅਹੁਦੇ ਦੀ ਪਕੜ ਹੈ, ਅਹੁਦਾ ਛੱਡਿਆ ਨਹੀਂ ਜਾ ਰਿਹਾ। ਤੇ ਸਾਥ ਉਧਰ ਉਹਨਾਂ ਦਾ ਜਿਹੜੇ ਪਹਿਲਾਂ ਸਾਡੇ ਨਾਲ ਬੇਵਿਸ਼ਵਾਸੀ ਕਰ ਗਏ, ਵਾਅਦਾ ਖਿਲਾਫੀ ਕਰ ਗਏ, ਉਹਨਾਂ ਨਾਲ ਤੁਰਿਆ ਨਹੀਂ ਸੀ ਜਾ ਸਕਦਾ, ਕਿਉਂਕਿ ਜਥੇਦਾਰ ਹਵਾਰਾ ਸਾਹਿਬ ਉਹ ਤਾਂ ਨਜ਼ਰਬੰਦ ਸਨ। ਸੋ ਗੁਰਮੁਖ ਪਿਆਰਿਓ, ਅੱਜ ਮੈਂ ਸਿਰਫ ਇਹੀ ਬੇਨਤੀ ਕਰਨੀ ਚਾਹੁੰਦਾ, ਉਤਰਾ ਚੜਾਏ ਆਉਂਦੇ ਰਹਿੰਦੇ ਆ, ਪ੍ਰਾਪਤੀਆਂ ਨੁਕਸਾਨ ਹੁੰਦੇ ਆ, ਪਰ ਬੇਨਤੀ ਆ ਕਿ ਜਿੰਨਾ ਜਦੋਂ ਵੀ ਅਸੀਂ ਪ੍ਰਭਾਵ ਵਿੱਚ ਆਏ ਆ, ਜਦੋਂ ਵੀ ਏਕਤਾ 'ਚ ਆਏ ਆ, ਸਮੇਂ ਦੀਆਂ ਸਰਕਾਰਾਂ, ਚਾਹੇ ਪੰਜਾਬ ਸਰਕਾਰ ਤੇ ਚਾਹੇ ਕੇਂਦਰ ਸਰਕਾਰ ਹੈ, ਉਹਨੂੰ ਝੁਕਣਾ ਪਿਆ, ਫੈਸਲੇ ਲੈਣੇ ਪਏ ਆ। ਅੱਜ ਬਰਗਾੜੀ ਬੇਅਦਬੀ ਕਾਂਡ ਦੀ ਗੱਲ ਹੈ, 328 ਸਰੂਪਾਂ ਦੀ ਗੱਲ ਹੈ, ਇਹ ਪੰਜਾਬ ਸਰਕਾਰ ਨਾਲ ਸੰਬੰਧਿਤ ਹੈ। ਜਿਹੜੇ ਵਾਅਦੇ ਕਰਕੇ ਹੋਂਦ ਵਿੱਚ ਆਈ ਪੰਜਾਬ ਦੀ ਭਗਵੰਤ ਮਾਨ ਸਰਕਾਰ, ਉਹਨਾਂ ਕਿਹਾ ਸੀ ਕਿ 4 ਦਿਨਾਂ ਦੇ ਵਿੱਚ ਅਸੀਂ ਤੇ ਫੈਸਲਾ ਕਰ ਦਿਆਂਗੇ। ਕੇਜਰੀਵਾਲ ਸੁਪਰ ਸੀਐਮ ਪੰਜਾਬ ਦੀ ਧਰਤੀ ਤੇ ਆ ਕੇ ਕਹਿੰਦਾ ਸੀ ਕਿ ਸਰਕਾਰ ਬਣਾਓ, 4 ਦਿਨਾਂ 'ਚ ਫੈਸਲੇ। ਅੱਜ ਕਿੰਨੇ 4 ਦਿਨ ਕੀ 4-4 ਮਹੀਨੇ ਕਿੰਨੇ ਲੰਘ ਗਏ ਆ, ਪਰ ਫੈਸਲਾ ਨਹੀਂ। ਇਹ ਪੰਜਾਬ ਸਰਕਾਰ ਤੇ ਦਬਾਅ ਐਸਾ ਬਣੇ ਕਿ ਉਹਨਾਂ ਨੂੰ ਬਰਗਾੜੀ ਬੇਅਦਬੀ ਕਾਂਡ ਦਾ, ਬਾਈਬਲ ਕਲਾਂ ਗੋਲੀ ਕਾਂਡ ਦਾ, ਕੋਟ ਕਪੂਰਾ ਲਾਠੀ ਚਾਰਜ ਦਾ ਇਨਸਾਫ ਕਰਨਾ ਪਵੇ। ਦੋਸ਼ੀ ਕਟਹਿਰੇ ਵਿੱਚ ਜਾਣ ਜਿਹੜੇ ਅਜੇ ਵੀ ਬਾਹਰ ਆ। ਔਰ ਕੇਂਦਰ ਦੀ ਨਰਿੰਦਰ ਮੋਦੀ ਦੀ ਸਰਕਾਰ, ਉਹਨੂੰ ਵੀ ਫੈਸਲਾ ਲੈਣਾ ਪਵੇ। 550 ਸਾਲਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ, ਅਰਧ ਸ਼ਤਾਬਦੀ ਜਦੋਂ ਮਨਾਈ ਗਈ, ਐਲਾਨ ਕੀਤਾ ਸੀ ਭਾਰਤ ਸਰਕਾਰ ਨੇ ਕਿ ਅਸੀਂ ਬੰਦੀ ਸਿੰਘ ਰਿਹਾ ਕਰਾਂਗੇ, ਫਾਂਸੀ ਦੀ ਸਜ਼ਾ ਮਾਫ ਕੀਤੀ ਜਾਵੇਗੀ। ਪਰ ਕਿਉਂ ਨਹੀਂ ਅੱਜ ਤੱਕ? ਅਸੀਂ ਇਸ ਵਾਸਤੇ ਗੁਰਮੁਖ ਪਿਆਰਿਓ ਪ੍ਰੈਸ਼ਰ ਬਿਲਡ ਕਰਨ ਲਈ ਇਹ ਕੌਮੀ ਇਨਸਾਫ ਮੋਰਚਾ ਲੱਗਾ। ਮੈਂ ਬੇਨਤੀ ਕਰੂੰਗਾ, ਜਿੰਨੇ ਸੰਤ ਮਹਾਪੁਰਸ਼, ਸੰਪਰਦਾਵਾਂ, ਟਕਸਾਲਾਂ, ਨਿਹੰਗ ਸਿੰਘ ਜਥੇਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਇਕੱਲੇ ਘਰਾਂ 'ਚ ਬੈਠੇ ਬੱਚੇ, ਬਜ਼ੁਰਗ, ਨੌਜਵਾਨ ਵਹੀਰਾਂ ਘੱਤ ਕੇ ਇਸ ਕੌਮੀ ਇਨਸਾਫ ਮੋਰਚੇ ਵੱਲ ਨੂੰ ਪੁੱਜੋ। ਅੱਜ ਦਾਸ ਦੇ ਨਾਲ ਵੱਡੀ ਗਿਣਤੀ 'ਚ ਸੰਤ ਸਮਾਜ ਇੱਥੇ ਪੁੱਜਿਆ। ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪੁਰਾਣੇ ਮੈਂਬਰ ਸਾਹਿਬਾਨ ਪਹੁੰਚੇ ਆ। ਸਰਦਾਰ ਸੁਖਵਿੰਦਰ ਸਿੰਘ ਮੰਡੇਬਰ, ਬੀਬੀ ਬਲਜਿੰਦਰ ਕੌਰ ਖਾਲਸਾ, ਸਰਦਾਰ ਗੁਰਪ੍ਰਸਾਦ ਸਿੰਘ ਫਰੀਦਾਬਾਦ, ਸਰਦਾਰ ਸੋਹਣ ਸਿੰਘ ਗਰੇਵਾਲ। ਔਰ ਇਸੇ ਤਰ੍ਹਾਂ ਗੁਰਮੁਖ ਪਿਆਰਿਓ, ਸਾਡੇ ਹਰਿਆਣੇ 'ਚੋਂ ਹੀ ਸਾਡੇ ਜਥੇਦਾਰ ਮਨਮੋਹਨ ਸਿੰਘ ਬਲੌਲੀ, ਜਥੇਦਾਰ ਰਜਿੰਦਰ ਸਿੰਘ ਬਕਾਲਾ, ਐਡਵੋਕੇਟ ਅਮਰਜੀਤ ਸਿੰਘ, ਉਹਨਾਂ ਦੇ ਸਹਿਯੋਗੀ ਸਾਥੀ ਭਾਈ ਲਖਵਿੰਦਰ ਸਿੰਘ ਸਤਗੋਲੀ ਤੇ ਹੋਰ, ਤੇ ਸਾਡੇ ਬਾਬਾ ਵਰਿੰਦਰ ਸਿੰਘ ਜੀ ਸਲਪਾਣੀ ਕੁਰੂਕਸ਼ੇਤਰ ਦੀ ਧਰਤੀ ਤੋਂ, ਇਹ ਸਾਰੇ ਜਥਿਆਂ ਸਮੇਤ, ਸਾਥੀਆਂ ਸਮੇਤ ਇੱਥੇ ਆਏ ਆ। ਔਰ ਮਹਾਪੁਰਸ਼ ਜਿਵੇਂ ਇੱਥੇ ਸੰਤ ਸੁਰਿੰਦਰ ਸਿੰਘ ਜੀ ਗੁਰਦੁਆਰਾ ਧੰਨਾ ਭਗਤ ਵਾਲੇ ਬੈਠੇ ਆ, ਬਾਬਾ ਗੁਰਮੀਤ ਸਿੰਘ ਡਾਚਰ ਜਿਹੜੇ ਸੇਵਾਵਾਂ ਕਰ ਰਹੇ ਆ, ਦਾਸ ਦੇ ਨਾਲ ਬਾਬਾ ਪ੍ਰਦੀਪ ਸਿੰਘ ਜੀ ਚਾਂਦਪੁਰਾ ਜਥੇਬੰਦੀ ਪੰਥਕ ਸੇਵਾ ਲਹਿਰ ਦਾਦੂ ਸਾਹਿਬ,
ਬਾਬਾ ਸੁਖਦੇਵ ਸਿੰਘ ਨਾਨਕਸਰ, ਬਾਬਾ ਭਗਵੰਤ ਸਿੰਘ ਜੀ ਢੀਂਡਸਾ ਵਾਲੇ और बाबा गुरदेव सिंह जी कार सेवा बनूड़, बाबा दिलबाग सिंह जी कार सेवा श्री आनंदपुर साहब वाले, बाबा लखबीर सिंह जी संत रेन लौडे वाले और इसे तरह बाबा साहब सिंह जी श्री आनंदपुर साहब तो, बाबा सतनाम सिंह जी सराय पत्तन, बाबा हरजीत सिंह जी चंडीगढ़ तो, होर बेअंत संत महापुरुष अज बाबा स्वर्ण सिंह जी सैद खेड़ी वो भी इत्थे पुजे होए आ। मैं देख रहा बहुत सारे संत महापुरुष ਜਿਹੜੇ ਦਾਸ ਦੇ ਨਾਲ ਕਾਫਲੇ ਦੇ ਰੂਪ ਵਿੱਚ ਇਸ ਕੌਮੀ ਇਨਸਾਫ ਮੋਰਚੇ ਨੂੰ ਹਲਾਰਾ ਤੇ ਸਮਰਥਨ ਦੇਣ ਵਾਸਤੇ ਆਏ ਹੈ। ਔਰ ਮੇਰੇ ਨਾਲ ਜੋ ਗੁਰਮੁਖ ਪਿਆਰਿਓ ਮੈਂ ਬੇਨਤੀ ਕਰੂੰਗਾ ਕਿ ਹੁਲਾਰਾ ਪੂਰੀ ਕੌਮ ਦੇ ਅੰਦਰ ਪੰਥ ਦੇ ਅੰਦਰ ਅੱਜ ਦੇਣ ਦੀ ਲੋੜ ਹੈ। ਵਹੀਰਾਂ ਘੱਤ ਕੇ ਬੱਚੇ ਬਜ਼ੁਰਗ ਨੌਜਵਾਨ ਆ ਮੇਰੇ ਛੋਟੇ ਛੋਟੇ ਭਚੰਗੀ ਭਾਈ ਕੁਰਬਾਨ ਸਿੰਘ, ਕਿਆਮਤ ਸਿੰਘ, ਅਰਸ਼ਦੀਪ ਸਿੰਘ ਕਹਿੰਦੇ ਮੋਰਚੇ ਤੇ ਕਦੋਂ ਜਾਣਾ। ਮੇਰੀ ਧਰਮ ਸੁਪਤਨੀ ਬੀਬੀ ਸੁਖਮੀਤ ਕੌਰ ਅੱਜ ਸਾਰੇ ਨਾਲ ਆਏ ਆ ਇਸ ਕੌਮੀ ਇਨਸਾਫ ਮੋਰਚੇ ਨੂੰ ਸਮਰਥਨ ਦੇਣ ਵਾਸਤੇ ਉਸ ਦਿਨ ਤੋਂ ਹੀ। ਔਰ ਇਹ ਨਹੀਂ ਕਿ ਅੱਜ ਆ ਗਏ ਤੇ ਬਸ ਗੱਲ ਖਤਮ ਆ, ਹਾਜ਼ਰੀ ਲੱਗ ਗਈ। ਲਗਾਤਾਰ ਇਸ ਮੋਰਚੇ ਦਾ ਸਮਰਥਨ ਰਹੇਗਾ, ਹਾਜ਼ਰੀਆਂ ਭਰਦੇ ਰਹਾਂਗੇ, ਕਾਫਲੇ ਲੈ ਕੇ ਆਉਂਦੇ ਰਹਾਂਗੇ ਔਰ ਇਸ ਮੋਰਚੇ ਦੇ ਨਾਲ ਹਮੇਸ਼ਾ ਸਮਰਥਨ। ਗੁਰੂ ਕਿਰਪਾ ਕਰੇ ਜਲਦ ਤੋਂ ਜਲਦ ਸਾਡੇ ਬੰਦੀ ਸਿੰਘ ਰਿਹਾ ਹੋਣ, ਬਰਗਾੜੀ ਬੇਅਦਬੀ ਕਾਂਡ ਦਾ ਇਨਸਾਫ ਹੋਵੇ। ਅਗਰ ਲੰਬਾ ਸਮਾਂ ਪਾਇਆ ਤੇ ਸਰਕਾਰ ਵੇਖੇਗੀ ਕਿ ਕਿਸ ਤਰ੍ਹਾਂ ਕੁੰਡਲੀ ਬਾਰਡਰ ਤੇ ਸਿੰਘੂ ਬਾਰਡਰ ਤੇ ਜਿਵੇਂ ਟਰਾਲੀਆਂ ਲੱਗ ਗਈਆਂ ਸਨ ਪੱਕੇ ਤੌਰ ਤੇ ਲੰਬੀਆਂ ਕਿਲੋਮੀਟਰਾਂ ਦੀਆਂ ਲਾਈਨਾਂ, ਅੱਜ ਚੰਡੀਗੜ੍ਹ ਤੇ ਮੁਹਾਲੀ ਜਾਮ ਹੋ ਜਾਵੇਗਾ। ਜਿਸ ਦਿਨ ਵਿਸ਼ੇਸ਼ ਤੌਰ ਤੇ ਸੰਗਤਾਂ ਇਧਰ ਨੂੰ ਵਹੀਰਾਂ ਘੱਤ ਦਿੱਤੀਆਂ। ਔਰ ਮੈਂ ਬੇਨਤੀ ਕਰਦਾ ਸੰਤ ਮਹਾਪੁਰਸ਼ ਆ ਪੰਜਾਬ ਦੀ ਧਰਤੀ ਹਰਿਆਣੇ ਦੀ ਧਰਤੀ ਤੋਂ ਆਏ ਹੈ ਔਰ ਮੈਂ ਬੇਨਤੀ ਕਰੂੰਗਾ ਕਿ ਪਿੰਡਾਂ 'ਚੋਂ ਸੰਗਤਾਂ ਦਿਨ ਦੇ ਸਮੇਂ ਹਾਜ਼ਰੀਆਂ, ਰਾਤ ਨੂੰ ਸ਼ਾਮ ਨੂੰ ਨੌਕਰੀਆਂ ਡਿਊਟੀਆਂ ਤੋਂ ਵਿਹਲੇ ਹੋ ਕੇ ਅੱਜ ਚੰਡੀਗੜ੍ਹ ਦੀਆਂ ਸਿੱਖ ਸੰਗਤਾਂ, ਮੁਹਾਲੀ ਦੀਆਂ ਸੰਗਤਾਂ ਇੱਥੇ ਪੁੱਜੋ। ਰਾਤ ਦੇ ਦੀਵਾਨ ਸੱਜਣ, ਦਿਨ ਦੇ ਦੀਵਾਨ ਸੱਜਣ। ਸਰਕਾਰ ਨੂੰ ਪਤਾ ਲੱਗੇ ਕਿ ਅੱਜ ਇਹ ਹਜ਼ਾਰਾਂ ਬੈਠੇ ਆ, ਕੱਲ ਨੂੰ ਇਹ ਲੱਖਾਂ 'ਚ ਤਬਦੀਲ ਹੋਣਗੇ ਤਾਂ ਪੰਜਾਬ ਸਰਕਾਰ ਦੇ, ਕੇਂਦਰ ਸਰਕਾਰ ਦੇ ਕੰਨ ਤੇ ਜੂੰ ਸਰਕੇਗੀ। ਮੇਰੀ ਪਹਿਲੀ ਬੇਨਤੀ ਦਾ ਖਿਆਲ ਰੱਖਿਓ ਗੁਰਮੁਖੋ, 1947 ਤੋਂ ਬਾਅਦ ਅੱਜ ਤੱਕ ਜੋ ਸਾਡੀ ਕੌਮ ਨੂੰ ਮਿਲਿਆ ਉਹ ਮੋਰਚੇ ਮੁਜ਼ਾਹਰਿਆਂ ਨਾਲ ਮਿਲਿਆ, ਸਾਨੂੰ ਥਾਲੀ 'ਚ ਪਰੋਸ ਕੇ ਕਿਸੇ ਨੇ ਕੁਝ ਨਹੀਂ ਦਿੱਤਾ। ਇਸ ਕਰਕੇ ਗੁਰਮੁਖ ਪਿਆਰਿਓ ਮੈਂ ਬੇਨਤੀ ਕਰਦਾ ਕਿ ਅੱਜ ਸਾਨੂੰ ਇਸੇ ਤਰੀਕੇ ਦੇ ਨਾਲ ਇਸ ਪਾਸੇ ਧਿਆਨ ਦੇਣਾ ਚਾਹੀਦਾ ਕਿ ਜਿਹੜਾ ਹੁਣ ਤੱਕ ਮਿਲਿਆ ਉਹ ਧਰਨੇ, ਮੁਜ਼ਾਹਰੇ, ਮੋਰਚੇ। ਔਰ ਜੇ ਹੁਣ ਮੋਰਚਾ ਕੌਮੀ ਇਨਸਾਫ ਮੋਰਚਾ ਇਹ ਤੇ ਸਾਰੀ ਕੌਮ ਦਾ, ਸਾਰੀ ਕੌਮ ਜਿਵੇਂ ਬਰਗਾੜੀ ਦੀ ਧਰਤੀ ਤੇ ਇਕੱਠੀ ਹੋਈ ਇਸੇ ਤਰ੍ਹਾਂ ਗੁਰਮੁਖ ਪਿਆਰਿਓ ਇਸ ਚੰਡੀਗੜ੍ਹ ਦੀ ਧਰਤੀ ਤੇ ਅੱਜ ਇਸ ਤਰ੍ਹਾਂ ਸਰਦਾਰ ਗੁਰਦੀਪ ਸਿੰਘ ਬਠਿੰਡਾ ਨੇ ਅਪੀਲ ਕੀਤੀ ਹੈ, ਭਾਈ ਬਲਵੀਰ ਸਿੰਘ ਹਸਾਰ ਜਿਹੜੇ ਜਥੇਦਾਰ ਹਵਾਰਾ ਸਾਹਿਬ ਦੇ ਸਾਥੀ ਮੁਲਾਕਾਤੀ ਨੇ, ਉਹਨਾਂ ਨੇ ਅਪੀਲ ਕੀਤੀ ਹੈ ਕਿ ਜਿੰਨੇ ਮੋਰਚੇ ਆਸੇ-ਪਾਸੇ ਚੱਲ ਰਹੇ ਆ, ਜਿਵੇਂ ਇਹਨਾਂ ਦੱਸਿਆ ਸਰਾਭੇ ਨਗਰ ਦਾ ਮੋਰਚਾ ਇੱਥੇ ਪੁੱਜ ਗਿਆ, ਬਾਪੂ ਸੂਰਜ ਸਿੰਘ ਨੇ ਭੁੱਖ ਹੜਤਾਲ ਖਤਮ ਕਰ ਦਿੱਤੀ ਆ, ਕੁਝ ਦਿਨਾਂ 'ਚ ਇੱਥੇ ਪੁੱਜਣਗੇ। ਇਸੇ ਤਰ੍ਹਾਂ ਬਾਕੀ ਵੀ ਜਿੰਨੇ ਮੋਰਚੇ ਆ ਉਹ ਸਾਰੇ ਇਸ ਕੌਮੀ ਮੋਰਚੇ ਦੇ ਅੰਦਰ ਕਹਿੰਦੇ ਹਾਥੀ ਦੇ ਪੈੜ 'ਚ ਸਾਰੀਆਂ ਪੈੜਾਂ ਆ ਜਾਂਦੀਆਂ। ਉਹ ਕੌਮੀ ਇਨਸਾਫ ਮੋਰਚੇ ਦੇ ਵਿੱਚ ਸਾਰੇ ਇੱਥੇ ਸਮੂਲੀਅਤ ਕਰਨ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਹੋਣਗੀਆਂ ਤੇ ਕੌਮ ਦੇ ਮਸਲੇ ਹੱਲ ਹੋਣਗੇ। ਸਰਦਾਰ ਅਮਰਾਓ ਸਿੰਘ ਜੀ ਸ਼ੀਨਾ ਇੱਥੇ ਪੁੱਜੇ, ਮੇਰੇ ਨਾਲ ਐਡਵੋਕੇਟ ਸਰਦਾਰ ਸਿੰਦਰਪਾਲ ਸਿੰਘ ਬਰਾੜ, ਉਹਨਾਂ ਦਾ ਵੀ ਮੈਂ ਦਿਲ ਦੀਆਂ ਗਹਿਰਾਈਆਂ 'ਚੋਂ ਧੰਨਵਾਦ ਕਰਦਾ। ਵਿਸਥਾਰ ਵਿੱਚ ਨਾ ਜਾਵਾਂ, ਸਮਾਂ ਕਾਫੀ ਲੈ ਗਿਆ ਤੁਹਾਡਾ, ਬਥੇਰੇ ਵਲਵਲੇ ਮਨ ਦੇ ਅੰਦਰ ਆਉਣ ਵਾਲੇ ਦਿਨਾਂ 'ਚ ਵੀ ਗੁਰੂ ਕਿਰਪਾ ਕਰੇ ਤੁਹਾਡੇ ਨਾਲ ਸਾਂਝੇ ਕਰਦੇ ਰਹਾਂ ਜਦੋਂ ਜਦੋਂ ਹੁਕਮ ਜਾਵੇਗਾ। ਜੋ ਇੱਥੇ ਮੰਚ ਦਾ ਸੰਚਾਲਨ ਕਰ ਰਹੇ, ਇਸ ਮੋਰਚੇ ਦਾ ਸੰਚਾਲਨ ਕਰ ਰਹੇ ਆ ਸਾਰੇ ਗੁਰਮੁਖ, ਗੁਰੂ ਅੱਗੇ ਅਰਦਾਸ ਕਰਦਾ ਸੱਚੇ ਪਾਤਸ਼ਾਹ ਉਹਨਾਂ ਨੂੰ ਸਮਰੱਥਾ ਬਖਸ਼ੇ, ਤਾਕਤ ਬਖਸ਼ੇ, ਉਹ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਸੇਵਾ ਨਿਭਾਉਣ। ਜਿਵੇਂ ਜਿਵੇਂ ਹੁਕਮ ਲਾਉਣਗੇ ਸੰਗਤਾਂ ਦੀ ਸੇਵਾ ਦੇ ਵਿੱਚ ਤਤਪਰ ਰਹਾਂਗੇ, ਹਾਜ਼ਰ ਰਹਾਂਗੇ। ਔਰ ਮੈਂ ਬੇਨਤੀ ਕਰਾਂ ਜਿਹੜੀਆਂ ਸੇਵਾਵਾਂ ਨੇ ਗੁਰਮੁਖ ਪਿਆਰਿਓ, ਜ਼ਰੂਰੀ ਨਹੀਂ ਕੋਈ ਅਹੁਦਿਆਂ ਦੇ ਨਾਲ
ਕੋਈ ਸੇਵਾਵਾਂ ਸੇਵਾ 'ਚ ਸਦਾ ਹਾਜ਼ਰ ਹਾਂ। ਇਹ ਅਹੁਦੇ ਵੀ ਪੰਥ ਦੇ, ਜਥੇਦਾਰੀਆਂ ਪ੍ਰਧਾਨਗੀਆਂ ਵੀ ਪੰਥ ਦੀਆਂ, ਸਾਰਾ ਕੁਝ ਪੰਥ ਦਾ, ਕੌਮ ਦਾ। ਅਸੀਂ ਸੇਵਾਦਾਰ ਹਾਂ। ਪੰਥ ਦੇ ਪ੍ਰਚਾਰ ਪ੍ਰਸਾਰ ਦੀ ਸੇਵਾ, ਪੰਥ ਦੇ ਮੁੱਦਿਆਂ ਤੇ ਸੰਘਰਸ਼ ਦੀ ਸੇਵਾ, ਗੁਰੂ ਘਰਾਂ ਦੇ ਸੁਚੱਜੇ ਪ੍ਰਬੰਧ ਦੀ ਸੇਵਾ, ਧਰਮ ਪ੍ਰਚਾਰ ਤੇ ਅੰਮ੍ਰਿਤ ਸੰਚਾਰ ਲਹਿਰ ਦੀ ਸੇਵਾ। ਇਹ ਗੁਰੂ ਦੀ ਕਿਰਪਾ ਸਦਕਾ ਪਿਛਲੇ ਸਮੇਂ ਤੋਂ ਲਗਾਤਾਰ ਜਾਰੀ ਹੈ। ਭਾਵੇਂ ਇਹਨਾਂ ਸੇਵਾਵਾਂ ਨੂੰ ਨਿਭਾਉਂਦਿਆਂ ਸਮੇਂ ਦੀਆਂ ਸਰਕਾਰਾਂ, ਚਾਹੇ ਉਹ ਪੰਜਾਬ ਸੀ ਚਾਹੇ ਹਰਿਆਣਾ, ਅਨੇਕਾਂ ਝੂਠੇ ਮੁਕੱਦਮੇ ਝੱਲਣੇ ਪਏ, ਜੇਲ੍ਹ ਯਾਤਰਾਵਾਂ ਕਰਨੀਆਂ ਪਈਆਂ, ਪਰ ਪੰਥ ਦੀ, ਕੌਮ ਦੀ ਸੇਵਾ 'ਚ ਦਿਨ ਰਾਤ ਹਾਜ਼ਰ ਹਾਂ। ਔਰ ਇਸੇ ਤਰ੍ਹਾਂ ਹਾਜ਼ਰ ਰਹਿ ਕੇ ਕੌਮ ਦੀ, ਪੰਥ ਦੀ ਸੇਵਾ ਚੜ੍ਹਦੀ ਕਲਾ ਦੇ ਨਾਲ ਕਰਾਂਗੇ। ਵਿਚਾਰਾਂ ਦੌਰਾਨ ਬੇਅੰਤ ਭੁੱਲਾਂ ਹੋਈਆਂ ਨੇ, ਆਪ ਸੰਗਤਾਂ ਨੇ ਖਿਮਾ ਬਖਸ਼ਣੀ। ਜਿੱਥੋਂ ਜਿੱਥੋਂ ਸੰਗਤਾਂ ਆਈਆਂ ਤੇ ਜੋ ਜੋ ਸੇਵਾ ਕਰ ਰਹੇ ਆ, ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ 'ਚੋਂ ਧੰਨਵਾਦ ਹੈ। 2-3 ਪੰਥਕ ਨਾਰੇ ਬੁਲੰਦ ਆਵਾਜ਼ ਵਿੱਚ ਸਾਰੀਆਂ ਸੰਗਤਾਂ ਨੇ ਬਾਂਹ ਖੜੀ ਕਰਕੇ ਜਵਾਬ ਦੇਣਾ। ਕੋਈ ਰਸਨਾ ਵਾਂਝੀ ਨਾ ਰਹੇ। ਚੜ੍ਹਦੀ ਕਲਾ ਦਾ ਸਬੂਤ ਹੈ। ਇਹ ਅੱਤ ਦੀ ਸਰਦੀ ਦਾ ਮੌਸਮ ਹੈ, ਠੰਡ ਦਾ ਮੌਸਮ। ਅੱਜ ਮਾਘ ਦੇ ਮਹੀਨੇ ਦੀ ਸੰਕਰਾਂਤ ਹੈ ਤੇ ਸਰਦੀ ਦੇ ਵਿੱਚ ਗਰਮੀ ਵਰਤਾ ਦਿਓ ਪੂਰੇ ਜੋਸ਼ ਦੇ ਅੰਦਰ। ਕੋਈ ਰਸਨਾ ਵਾਂਝੀ ਨਾ ਰਹੇ। ਪੰਥਕ ਨਾਰੇ, ਸਾਰੀਆਂ ਸੰਗਤਾਂ ਚੜ੍ਹਦੀ ਕਲਾ ਦੇ ਨਾਲ। ਪੰਥ ਕੀ, ਪੰਥ ਕੀ ਰਾਜ ਕਰੇਗਾ, ਰਾਜ ਕਰੇਗਾ। ਬੰਦੀ ਸਿੰਘ, ਬੰਦੀ ਸਿੰਘ, ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਿਓ, ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਿਓ, ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਿਓ। ਬੰਦੀ ਸਿੰਘ ਰਿਹਾ ਕਰੋ, ਬੰਦੀ ਸਿੰਘ, ਬੰਦੀ ਸਿੰਘ। ਆਓ ਸਾਰੀਆਂ ਸੰਗਤਾਂ ਚੜ੍ਹਦੀ ਕਲਾ ਦੇ ਨਾਲ ਇਸ ਮੋਰਚੇ ਦੀਆਂ ਹਾਜ਼ਰੀਆਂ ਭਰੋ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਜੋ ਜਥੇਦਾਰ ਸਾਹਿਬਾਨਾਂ ਦਾ, ਆਗੂਆਂ ਦਾ ਹੁਕਮ ਹੈ, ਉਹਦੇ ਤੇ ਪਹਿਰਾ ਦਿੰਦੇ ਹੋਏ ਅਸੀਂ ਮੋਰਚੇ ਸਫਲ ਕਰਨੇ। ਮੈਂ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਅੱਜ ਇਸ ਕੌਮੀ ਇਨਸਾਫ ਮੋਰਚੇ ਤੋਂ ਕਹਿਣਾ ਚਾਹੁੰਦਾ ਕਿ ਜਲਦ ਤੋਂ ਜਲਦ ਇਹਨਾਂ ਮੰਗਾਂ ਨੂੰ ਪ੍ਰਵਾਨ ਕੀਤਾ ਜਾਵੇ, ਨਹੀਂ ਤੇ ਆ ਲੱਖਾਂ ਤੋਂ, ਆ ਹਜ਼ਾਰਾਂ ਤੋਂ ਲੱਖਾਂ ਵਿੱਚ ਕਦੋਂ ਤਬਦੀਲ ਹੋਣਗੇ। ਇਹ ਬੱਚੇ, ਬਜ਼ੁਰਗ, ਨੌਜਵਾਨ, ਖਾਲਸਾ ਪੰਥ ਦੇ ਯੋਧੇ, ਜਾਗਦੀਆਂ ਜ਼ਮੀਰਾਂ ਵਾਲੇ ਸੰਭਾਲਣੇ ਮੁਸ਼ਕਲ ਹੋ ਜਾਣਗੇ। ਬੜੇ ਜਾਬਤੇ ਵਿੱਚ ਰਹਿ ਕੇ, ਬੜੇ ਸ਼ਾਂਤਮਈ ਤਰੀਕੇ ਦੇ ਨਾਲ ਜਿਵੇਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ, ਇਹ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ, ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਸਾਰੇ ਮਾਈ ਭਾਈ ਇੱਥੇ ਜੁੜ ਬੈਠੇ ਆ। ਇਹਨਾਂ ਨੂੰ ਸੰਭਾਲਣਾ ਸਰਕਾਰਾਂ ਨੂੰ ਔਖਾ ਹੋ ਜਾਵੇਗਾ। ਇਸ ਕਰਕੇ ਜਲਦ ਤੋਂ ਜਲਦ ਇਹਨਾਂ ਮੰਗਾਂ ਨੂੰ ਪ੍ਰਵਾਨ ਕੀਤਾ ਜਾਵੇ, ਕਿਉਂਕਿ ਇਹ ਕੋਈ ਭੀਖ ਨਹੀਂ ਮੰਗਦੇ, ਇਹ ਸਾਡਾ ਹੱਕ ਆ। ਬੇਅਦਬੀ ਦਾ ਇਨਸਾਫ ਹੋਣਾ ਚਾਹੀਦਾ। ਜੋ ਗੁਰੂ ਗ੍ਰੰਥ ਸਾਹਿਬ ਸਰਬੱਤ ਦਾ ਭਲਾ ਮੰਗਦੇ ਆ, ਸਾਂਝੀਵਾਲਤਾ ਦੀ ਗੱਲ ਕਰਦੇ, ਉਹਨਾਂ ਦੀ ਬੇਅਦਬੀ ਕਿਉਂ ਕਰੇ ਕੋਈ? ਜਿਹੜੇ ਦੋਸ਼ੀ ਨੇ ਉਹ ਜੇਲ੍ਹ ਦੀਆਂ ਸਲਾਖਾਂ ਪਿੱਛੇ ਹੋਣ, ਸਜ਼ਾਵਾਂ ਦਿੱਤੀਆਂ ਜਾਣ, ਤੇ ਜਿਹੜੇ ਸਾਡੇ ਸਜ਼ਾਵਾਂ ਕਾਨੂੰਨ ਅਨੁਸਾਰ ਦਿੱਤੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ, ਉਹ ਬੰਦੀ ਸਿੰਘਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ। ਇੱਕ ਚੜ੍ਹਦੀ ਕਲਾ ਦਾ ਜੈਕਾਰਾ ਲਾ ਕੇ ਦਾਸ ਫਤਿਹ ਦੀ ਸਾਂਝ ਕਰੇਗਾ। ਬੁਲੰਦ ਆਵਾਜ਼ ਵਿੱਚ ਸਾਰੀਆਂ ਸੰਗਤਾਂ ਜੈਕਾਰੇ ਵਿੱਚ ਹਾਜ਼ਰੀ ਲਵਾਇਓ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਬਲਜੀਤ ਸਿੰਘ ਜੀ ਦਾਦੂਵਾਲ ਜੀ ਦਾ। ਬਹੁਤ 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 ਧੰਨਵਾਦ ਬਾਬਾ ਬਲਜੀਤ ਸਿੰਘ ਜੀ ਦਾਦੂਵਾਲ ਜੀ ਦਾ। ਸਾਡੇ ਵਿੱਚ ਇਸ ਟਾਈਮ ਹਰਮਨਪ੍ਰੀਤ ਕੌਰ ਮੁਹਾਲੀ ਤੋਂ ਉਹ ਹਾਜ਼ਰ ਨੇ, ਐਡਵੋਕੇਟ HS ਸੋਢੀ
ਦਿੱਲੀ ਤੋਂ ਆਏ ਨੇ। ਗਿਆਨੀ ਜਸਮੇਰ ਸਿੰਘ ਜੀ ਦਾ ਢਾਡੀ ਜਥਾ ਸਾਡੇ ਵਿੱਚ ਪਹੁੰਚ ਚੁੱਕਿਆ ਹੈ। ਥੋੜੀ ਦੇਰ ਤੱਕ ਉਹ ਸੰਗਤਾਂ ਦੇ ਦਰਸ਼ਨ ਕਰੇਗਾ। ਮੱਖਣ ਸਿੰਘ ਨਾਭਾ ਜੋ ਕਿ ਅਕਾਲ ਯੁੱਧ ਤੋਂ ਆਏ ਨੇ। ਮੈਂ ਬੇਨਤੀ ਕਰਾਂਗਾ, ਇੱਕ ਛੋਟਾ ਬੱਚਾ ਮੇਰੇ ਕੋਲ ਆਇਆ ਸੀਗਾ, ਸੁਖਮਨਪ੍ਰੀਤ ਸਿੰਘ, ਜੇ ਉਹ ਮੇਰੀ ਆਵਾਜ਼ ਸੁਣਦਾ ਹੋਵੇ, ਸੁਖਮਨਪ੍ਰੀਤ ਸਿੰਘ ਜੇ ਉਹ ਮੇਰੀ ਆਵਾਜ਼ ਸੁਣਦਾ ਹੋਵੇ ਤੇ ਮੇਰੇ ਕੋਲ ਆ ਜਾਵੇ। ਮੈਂ ਬੇਨਤੀ ਕਰਾਂਗਾ, ਹਰਮਨਪ੍ਰੀਤ ਕੌਰ ਜੀ ਮੋਹਾਲੀ ਤੋਂ ਅਗਰ ਇੱਥੇ ਸਟੇਜ ਤੇ ਹੈਗੇ। ਸੁਖਮਨਪ੍ਰੀਤ ਆ ਗਿਆ ਬੇਟੇ, ਆ ਜਾ।